ਕੈਨੇਡਾ ਨਾਓ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ ਜੀ। ਮੇਰੇ ਨਾਲ ਅੱਜ ਹਰ ਵਾਰ ਦੀ ਤਰ੍ਹਾਂ ਹਰਪ੍ਰੀਤ ਸਿੰਘ ਹੋਣੀ ਮੌਜੂਦ ਨੇ, ਜਿਹੜੇ ਬਾਜ਼ ਦੀ ਅੱਖ ਰੱਖਦੇ ਨੇ ਜੀ ਕੈਨੇਡਾ ਦੀਆਂ ਖਬਰਾਂ ਤੇ ਔਰ ਨਾਲ ਹੀ ਪੰਜਾਬ ਦੇ ਵਿੱਚ ਵੀ ਜੋ ਹਲਚਲ ਹੁੰਦੀ ਹੈ। ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਪੰਜਾਬ ਤੇ ਕੈਨੇਡਾ ਦੇ ਵਿੱਚ ਇੱਕ ਬ੍ਰਿਜ ਬਿਲਡ ਕਰਨ ਦਾ, ਪੰਜਾਬੀਆਂ ਤੇ ਕੈਨੇਡੀਅਨਸ ਦੇ ਵਿੱਚ ਇੱਕ ਬ੍ਰਿਜ ਬਿਲਡ ਕਰਨ ਦਾ, ਕਿ ਉਹਨਾਂ ਨੂੰ ਇੱਥੇ ਦੀ ਪੋਲੀਟਿਕਸ ਔਰ ਉੱਥੇ ਦੀ ਪੋਲੀਟਿਕਸ ਕੀ ਡਿਫਰੈਂਸਿਸ ਨੇ ਔਰ ਕੀ ਇੱਥੇ ਦੀਆਂ ਤਾਜ਼ਾ ਖਬਰਾਂ ਨੇ ਜਾਂ ਉੱਥੇ ਦੀ ਮੇਨ ਕੀ ਖਬਰ ਹੈ, ਉਹਦੇ ਬਾਰੇ ਅਸੀਂ ਗੱਲ ਕਰ ਸਕੀਏ। ਹਰਪ੍ਰੀਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਰਵਿੰਦਰ ਜੀ, ਸਾਰੇ ਸਰੋਤਿਆਂ ਦਾ ਵੀ ਧੰਨਵਾਦ ਅੱਜ ਦੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ, ਤੇ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਹਰਪ੍ਰੀਤ ਜੀ, ਸਭ ਤੋਂ ਵੱਡੀ ਖਬਰ ਜਿਹੜੀ ਕੈਨੇਡਾ ਦੀ ਹੈ ਇਸ ਵੇਲੇ ਔਰ ਉਹ ਪੰਜਾਬੀਆਂ ਦੇ ਨਾਲ ਜੁੜਦੀ ਹੈ, ਉਹ ਖਬਰ ਹੈ ਇਮੀਗ੍ਰੇਸ਼ਨ ਦੀ, ਸਟੂਡੈਂਟ ਵੀਜ਼ਾ ਦੀ। ਕਿਉਂਕਿ ਹਰ ਕੋਈ ਇੱਕ ਹੋੜ ਲੱਗੀ ਹੋਈ ਹੈ ਕਿ ਅਸੀਂ ਕੈਨੇਡਾ ਨੂੰ ਚੱਲੀਏ, ਜ਼ਮੀਨਾਂ ਵੇਚੀਏ, ਜਾਇਦਾਦਾਂ ਵੇਚੀਏ। ਪੇਰੈਂਟਸ 18-20 ਲੱਖ ਰੁਪਇਆ, 25 ਲੱਖ ਤੱਕ ਵੀ ਖਰਚ ਦਿੰਦੇ ਨੇ ਕਿ ਸਾਡਾ ਬੱਚਾ ਕਿਸੇ ਤਰੀਕੇ ਆਇਲਸ ਕਰਕੇ ਕੈਨੇਡਾ ਦੀ ਧਰਤੀ ਤੇ ਲੈਂਡ ਕਰ ਜਾਵੇ। ਪਰ ਲੈਂਡ ਕਰਨ ਤੋਂ ਬਾਅਦ ਜਦੋਂ 700 ਸਟੂਡੈਂਟਸ, ਥੋੜੇ ਬਹੁਤ ਨਹੀਂ ਮੈਂ ਕਹਿ ਰਿਹਾ, 700 ਸਟੂਡੈਂਟਸ ਨੂੰ ਵਾਪਸ ਭੇਜਿਆ ਜਾਂਦਾ ਆ, ਡੈਪੋਟੇਸ਼ਨ ਲੈਟਰ ਉਹਨਾਂ ਦਾ ਇਸ਼ੂ ਹੋ ਜਾਂਦਾ ਹੈ, ਤਾਂ ਕੈਨੇਡਾ ਦੇ ਵਿੱਚ ਵੀ ਹਲਚਲ ਹੈ ਔਰ ਪੰਜਾਬ ਦੇ ਵਿੱਚ ਵੀ ਇਹ ਹਲਚਲ ਮਚੀ ਹੋਈ ਹੈ। ਸੋ ਸਭ ਤੋਂ ਵੱਡੀ ਖਬਰ ਅੱਜ ਦੀ ਇਹੀ ਹੈ, ਇਸ ਹਫਤੇ ਦੀ ਸਭ ਤੋਂ ਵੱਡੀ ਖਬਰ ਇਹੀ ਹੈ ਕਿ 700 ਵਿਦਿਆਰਥੀਆਂ ਦਾ ਜਿਹੜੇ ਭਾਰਤ ਤੋਂ ਕੈਨੇਡਾ ਆਏ ਸੀ ਕੋਈ 1.5 ਸਾਲ ਪਹਿਲਾਂ, ਕੋਈ 2 ਸਾਲ ਪਹਿਲਾਂ, ਉਹਨਾਂ ਦੇ ਡੈਪੋਟੇਸ਼ਨ ਆਰਡਰ ਰਿਲੀਜ਼ ਹੋ ਗਏ ਨੇ। ਉਹਦੇ ਬਾਰੇ ਸਭ ਤੋਂ ਪਹਿਲਾਂ ਅਸੀਂ ਚਰਚਾ ਕਰਨੀ ਚਾਹਾਂਗੇ ਔਰ ਪੁੱਛਣਾ ਚਾਹਾਂਗੇ ਤੁਹਾਨੂੰ ਉਹਨਾਂ ਸਟੂਡੈਂਟਸ ਦੇ ਬਿਹਾਫ ਤੇ, ਉਹਨਾਂ ਪੇਰੈਂਟਸ ਦੇ ਬਿਹਾਫ ਤੇ, ਕਿ ਕਿੱਥੇ ਸਟੂਡੈਂਟਸ ਦੀ ਗਲਤੀ ਹੈ ਤੇ ਕਿੱਥੇ ਕੈਨੇਡੀਅਨ ਗਵਰਨਮੈਂਟ ਦੀ ਵੀ ਗਲਤੀ ਹੋ ਸਕਦੀ ਹੈ। ਜੀ ਬਿਲਕੁਲ ਜੀ ਰਵਿੰਦਰ ਜੀ, ਇਹ ਬਹੁਤ ਹੀ ਮਹੱਤਵਪੂਰਨ ਖਬਰ ਹੈਗੀ ਹੈ ਜਿਹਦੇ ਬਾਰੇ ਅੱਜ ਅਸੀਂ ਵਿਸਥਾਰ ਵਿੱਚ ਚਰਚਾ ਕਰਾਂਗੇ ਤੇ ਮੈਂ ਕਰਨਾ ਚਾਹਾਂਗਾ। 2-3 ਚੀਜ਼ਾਂ ਹੈਗੀਆਂ ਨੇ ਜੀ। ਕਿ ਪਹਿਲੀ ਗੱਲ ਤਾਂ ਹੈਗੀ ਕਿ CBSA ਕੈਨੇਡੀਅਨ ਬਾਰਡਰ ਸਰਵਿਸਿਜ਼ ਨੇ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ ਹੈਗੀ, ਉਹ ਅਜੇ ਦੱਸ ਨਹੀਂ ਰਹੇ ਕਿ ਕਿੰਨੇ ਵਿਦਿਆਰਥੀ ਹੈਗੇ ਨੇ। ਇਹ ਇੱਕ ਖਬਰ ਜਿਹੜੀ ਹੈ ਜੀ ਕੁਝ ਦਿਨਾਂ ਪਹਿਲਾਂ ਇੱਕ ਅਖਬਾਰ ਵਿੱਚ ਛਪੀ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਇਹ ਸੋਸ਼ਲ ਮੀਡੀਆ ਦੇ ਵਿੱਚ ਇੱਕ ਵਾਇਰਲ ਹੋ ਗਈ। ਲੇਕਿਨ ਇਸ ਦੇ ਬਾਰੇ ਜੇਕਰ ਅਸੀਂ ਕਹੀਏ ਕਿ ਕੋਈ ਪੁਖਤਾ ਸਬੂਤ ਨੇ, ਕਿਉਂਕਿ ਜਦ ਤੱਕ ਸਰਕਾਰ ਕੋਈ ਪ੍ਰੂਫ ਤੁਹਾਨੂੰ ਨਹੀਂ ਦਿੰਦੀ, ਤੁਸੀਂ ਡਟ ਕੇ ਨਹੀਂ ਕਹਿ ਸਕਦੇ ਕਿ ਇੰਨੇ ਹੀ ਵਿਦਿਆਰਥੀ ਨੇ। ਇਸ ਤੋਂ ਵੱਧ ਵੀ ਹੋ ਸਕਦੇ ਨੇ, ਇਸ ਤੋਂ ਘੱਟ ਵੀ ਹੋ ਸਕਦੇ ਨੇ। ਪਰ ਮੁੱਖ ਤੌਰ ਦੇ ਉੱਤੇ ਜਿਹੜੀ ਗੱਲ ਹੈਗੀ ਜੀ ਕਿ ਕੈਨੇਡਾ ਇੱਕ ਮੇਜਰ ਡੈਸਟੀਨੇਸ਼ਨ ਬਣ ਚੁੱਕਿਆ ਹੈ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਜਿਹੜੇ ਭਾਰਤ ਤੋਂ ਆਉਂਦੇ ਨੇ। ਤਕਰੀਬਨ 8 ਲੱਖ ਦੇ ਕਰੀਬ ਵਿਦਿਆਰਥੀ ਜਿਹੜੇ ਨੇ ਹਰ ਸਾਲ ਜੋ ਹਨ ਇੱਥੇ ਕੈਨੇਡਾ ਵਿੱਚ ਇਸ ਸਮੇਂ ਪਹੁੰਚੇ ਹੋਏ ਨੇ, ਤੇ ਉਹਨਾਂ ਵਿੱਚੋਂ ਤਕਰੀਬਨ 40% ਦੇ ਕਰੀਬ ਜਿਹੜੇ ਹੈਗੇ ਨੇ ਉਹ ਇੰਡੀਆ ਤੋਂ ਨੇ। ਸੋ ਪਹਿਲਾਂ ਚਾਈਨਾ ਤੋਂ ਜ਼ਿਆਦਾਤਰ ਵਿਦਿਆਰਥੀ ਇੱਥੇ ਪੜ੍ਹਨ ਆਇਆ ਕਰਦੇ ਸੀ, ਪਰ ਹੁਣ ਇੰਡੀਆ ਮਾਤ ਪਾ ਗਿਆ ਚਾਈਨਾ ਦੇ ਉੱਤੇ, ਤੇ ਹੁਣ ਮੈਕਸਿਮਮ ਸਟੂਡੈਂਟਸ ਦੁਨੀਆ ਭਰ ਚੋਂ ਜਿਹੜੇ ਇੱਥੇ ਐਜ਼ ਸਟੂਡੈਂਟਸ ਆਉਂਦੇ ਨੇ ਕੈਨੇਡਾ ਵਿੱਚ, ਉਹ ਇੰਡੀਆ ਤੋਂ ਆ ਰਹੇ ਨੇ। ਤੇ ਜਦੋਂ ਅਸੀਂ ਇੰਡੀਆ ਦੀ ਗੱਲ ਕਰਨੇ ਤੇ ਇੰਡੀਆ 'ਚੋਂ ਜ਼ਿਆਦਾਤਰ ਅਗੇਨ ਮੈਜੋਰਿਟੀ ਜਿਹੜੀ ਉਹ ਪੰਜਾਬ ਤੋਂ ਆਉਂਦੇ ਨੇ। ਸੋ ਇੱਕ ਗੱਲ ਤਾਂ ਕਲੈਰੀਫਾਈ ਹੋ ਗਈ ਕਿ ਜੀ ਪੰਜਾਬ 'ਚੋਂ ਇਸ ਸਮੇਂ ਇਸੀ ਕਰਕੇ ਪਿੰਡਾਂ 'ਚ, ਹਰ ਇੱਕ ਪਿੰਡ 'ਚ ਵੀ ਹੁਣ ਬੋਰਡ ਲੱਗੇ ਹੋਏ ਨੇ, ਆਈਲੈਟਸ ਕਰ ਲਓ, ਉਸ ਤੋਂ ਇਲਾਵਾ ਤੁਹਾਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ, ਤੁਹਾਨੂੰ ਗਾਈਡ ਕੀਤਾ ਜਾਂਦਾ ਕਿ ਕੈਨੇਡਾ ਤੁਸੀਂ ਜਾ ਸਕਦੇ ਹੋ। ਤੇ ਇਸ ਕਰਕੇ ਅਗੇਨ ਸ਼ਹਿਰਾਂ ਵਿੱਚ ਵੀ, ਛੋਟੇ ਕਸਬਿਆਂ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਏਜੰਟਸ ਬੈਠੇ ਹੋਏ ਨੇ ਜਿਹੜੇ ਕਿ ਤੁਹਾਨੂੰ ਵਰਗਲਾਉਂਦੇ ਨੇ, ਤੁਹਾਨੂੰ ਦੱਸਦੇ ਨੇ ਕਿ ਜੀ ਆਪਣੇ ਬੱਚੇ ਨੂੰ ਬਾਹਰ ਭੇਜ ਦਿਓ, ਬਸ ਸਵਰਗ ਹੈਗਾ, ਬੱਲੇ ਬੱਲੇ ਹੋ ਜਾਏਗੀ, ਬੱਚੇ ਵੀ ਸੈਟਲ ਹੋ ਜਾਣਗੇ ਤੇ ਤੁਸੀਂ ਵੀ ਹੌਲੀ ਸੈਟਲ ਹੋ ਜਾਓਗੇ। ਅਸਲ 'ਚ ਇਹ ਗੱਲ ਥੋੜ੍ਹਾ ਜਿਹਾ ਡੀਪ ਜਦੋਂ ਅਸੀਂ ਜਾ ਕੇ ਦੇਖਦੇ ਹਾਂ, ਇਹ ਸੱਚਾਈ ਨਹੀਂ ਹੈਗੀ। ਜਿਹੜੀ ਇਹ ਖਬਰ ਆਈ ਹੈ 700 ਵਿਦਿਆਰਥੀਆਂ ਬਾਰੇ, ਇਸ ਬਾਰੇ ਕਿਹਾ ਜਾ ਰਿਹਾ ਕਿ ਜਲੰਧਰ ਦਾ ਇੱਕ ਟਰੈਵਲ ਏਜੰਟ ਜੋ ਹੈ ਉਸਨੇ ਫੇਕ ਲੈਟਰਸ ਦਿੱਤੀਆਂ, ਯਾਨੀ ਕਿ ਫਰਜ਼ੀ ਐਡਮਿਸ਼ਨ ਲੈਟਰਸ ਦਿੱਤੀਆਂ ਵਿਦਿਆਰਥੀਆਂ ਨੂੰ। ਤੇ ਹੋਇਆ ਕਿ ਉਹ ਜਦੋਂ ਲੈਟਰਸ ਐਮਬੈਸੀ ਨੂੰ ਭੇਜੀਆਂ ਗਈਆਂ, ਉਹਨਾਂ ਨੇ ਦੇਖ ਕੇ ਜੀ ਬੱਚੇ ਨੂੰ ਉਸਦੇ ਆਧਾਰ ਦੇ ਉੱਤੇ ਐਂਟਰੀ ਦੇ ਦਿੱਤੀ ਕੈਨੇਡਾ ਦੇ ਵਿੱਚ। ਬੱਚੇ ਪਹੁੰਚ ਗਏ ਕੈਨੇਡਾ ਦੇ ਵਿੱਚ। ਕੈਨੇਡਾ ਇੱਥੇ ਆ ਕੇ ਹੰਬਰ ਕਾਲਜ ਜਿਹੜਾ ਹੈਗਾ ਉਹਦੇ ਵਿੱਚ ਜਦੋਂ ਉਹਨਾਂ ਨੇ ਕਿਹਾ ਕਿ ਜੀ ਸਾਡੀ ਐਡਮਿਸ਼ਨ ਵਾਸਤੇ ਉਹ ਗਏ, ਤਾਂ ਉਹਨਾਂ ਨੂੰ ਕਿਹਾ ਗਿਆ ਕਿ ਜੀ ਨਹੀਂ, ਇੱਥੇ ਤੁਹਾਡੀ ਐਡਮਿਸ਼ਨ ਨਹੀਂ ਹੋ ਸਕਦੀ ਕਿਉਂਕਿ ਸੀਟਾਂ ਨਹੀਂ ਹੈਗੀਆਂ ਇੱਥੇ। ਸੋ ਜਿਹੜਾ ਉਹ ਏਜੰਟ ਸੀ ਜਲੰਧਰ ਦੇ ਵਿੱਚ, ਉਸ ਨਾਲ ਸੰਪਰਕ ਕੀਤਾ ਗਿਆ। ਕਿਹਾ ਜਾਂਦਾ ਇਸ ਖਬਰ ਦੇ ਵਿੱਚ ਕਿ ਉਸ ਏਜੰਟ ਨੇ ਜੋ ਹੈ ਪੈਸੇ ਰਿਟਰਨ ਕਰਤੇ ਤੇ ਉਹ ਬੱਚਿਆਂ ਨੂੰ ਕਿਸੇ ਹੋਰ ਕਾਲਜ ਦੇ ਵਿੱਚ ਐਡਮਿਸ਼ਨ ਕਰਵਾਤੀ। ਇਹ ਵੀ ਗੱਲ ਸਾਹਮਣੇ ਆ ਰਹੀ ਕਿ 16 ਲੱਖ ਤੋਂ ਲੈ ਕੇ 20 ਲੱਖ ਰੁਪਏ ਜਿਹੜੇ ਨੇ ਉਹ ਮਾਂ-ਬਾਪ ਨੇ ਦਿੱਤੇ ਇਸ ਏਜੰਟ ਨੂੰ ਆਪਣੇ ਬੱਚਿਆਂ ਨੂੰ ਪੜ੍ਹਾਈ ਵਾਸਤੇ ਬਾਹਰ ਭੇਜਣ ਲਈ। ਸੋ 2-3 ਚੀਜ਼ਾਂ ਜਿਹੜੀਆਂ ਸਾਨੂੰ ਬਹੁਤ ਧਿਆਨ ਨਾਲ ਸਮਝਣ ਦੀ ਲੋੜ ਹੈਗੀ। ਪਹਿਲੀ ਗੱਲ ਤਾਂ ਇਹ ਹੈਗੀ ਜੀ ਕਿ ਜਿਹੜੇ ਵੀ ਏਜੰਟ ਪੰਜਾਬ ਵਿੱਚ ਬੈਠੇ ਨੇ, ਜਦੋਂ ਤੁਸੀਂ ਉਹਨਾਂ ਕੋਲ ਜਾਂਦੇ ਹੋ, ਹੱਥ ਜੋੜ ਕੇ ਬੇਨਤੀ ਕਰਨਾ ਹੈ ਕਿ ਵੈਰੀਫਾਈ ਕਰੋ ਉਹਨਾਂ ਦੀ ਕੀ ਕ੍ਰੈਡੀਬਿਲਿਟੀ ਕੀ ਹੈਗੀ ਹੈ। ਇਹ ਤਾਂ ਨਹੀਂ ਕਿ ਸਿਰਫ ਇੱਕ ਦੁਕਾਨ ਖੋਲ੍ਹ ਕੇ ਚੰਗਾ ਅੰਦਰੋਂ ਉਸ ਨੂੰ ਸਜਾ ਕੇ ਬੈਠ ਗਿਆ ਬੰਦਾ ਤੇ ਤੁਹਾਨੂੰ ਦੱਸ ਰਿਹਾ ਹੈ।
ਤੇ ਪੈਸੇ ਤੁਹਾਨੂੰ ਦੇਣ ਦੀ ਕੋਈ ਲੋੜ ਨਹੀਂ, ਕਿਉਂਕਿ ਜੇਕਰ ਤੁਸੀਂ ਆਪਣੇ ਬੱਚੇ ਨੂੰ ਭੇਜ ਰਹੇ ਹੈਗੇ ਹੋ ਕਿਸੇ ਕਾਲਜ ਦੇ ਵਿੱਚ, ਤਾਂ ਕਾਲਜ ਵਾਲੇ ਕਮਿਸ਼ਨ ਦਿੰਦੇ ਨੇ ਇਹਨਾਂ ਏਜੰਟਸ ਨੂੰ ਉਹ ਬੱਚਿਆਂ ਨੂੰ ਇੱਥੇ ਭੇਜਣ ਲਈ। ਸੋ ਚਲੋ ਮੰਨ ਲਿਆ ਉਸਨੇ ਤੁਹਾਡੇ ਕਾਗਜ਼ ਪ੍ਰਿਪੇਅਰ ਕਰਨੇ ਨੇ, ਤੁਹਾਨੂੰ ਗਾਈਡ ਕਰਨਾ ਹੈ, 20 25 50 ਹਜ਼ਾਰ ਰੁਪਏ ਤੱਕ ਤੇ ਚਲੋ ਮੈਂ ਮੰਨ ਸਕਣਾ ਕਿ ਜੀ ਉਸਨੇ ਕੰਮ ਕੀਤਾ, ਉਸਨੂੰ ਉਹਦਾ ਜੋ ਬੰਦਾ ਦੇ ਦਿਓ। ਪਰ 16 ਤੋਂ 20 ਲੱਖ ਰੁਪਏ ਦੇਣੇ, ਇਹ ਕਿਸ ਬੇਸ ਤੇ ਤੁਸੀਂ ਪੈਸੇ ਦੇ ਰਹੇ ਹੋ? ਤੁਸੀਂ ਵੀ ਜੋ ਸਾਨੂੰ ਸੁਣਨ ਨੂੰ ਮਿਲਦਾ ਇੱਥੇ, ਕਰਜ਼ੇ ਲੈ ਕੇ ਕਈ ਵਾਰੀ ਆਪਣੀ ਜ਼ਮੀਨਾਂ ਵੇਚ ਕੇ ਪੈਸੇ ਇਕੱਠੇ ਕਰਦੇ ਹੋ ਤੇ ਉਸ ਤੋਂ ਬਾਅਦ ਬੱਚਿਆਂ ਦੇ ਲਈ ਉਹਨਾਂ ਏਜੰਟਸ ਨੂੰ ਦੇ ਦਿੰਦੇ ਹੋ। ਪਰ ਕੀ ਕਦੀ ਪੜਚੋਲ ਕੀਤੀ ਹੈ ਕਿ ਜਿਹੜਾ ਇੰਨਾ ਪੈਸਾ ਮੰਗ ਰਹੇ ਨੇ ਉਹ ਕਾਹਦਾ ਪੈਸਾ ਮੰਗ ਰਹੇ ਨੇ? ਜਿਸ ਤਰ੍ਹਾਂ ਮੈਂ ਦੱਸਿਆ ਕਿ ਜੇਕਰ ਕੋਈ ਵਿਦਿਆਰਥੀ ਇੱਥੇ ਆ ਰਿਹਾ ਤਾਂ ਉਸ ਨੂੰ ਕਾਲਜ ਵੱਲੋਂ ਜਿਹੜੀ ਐਡਮਿਸ਼ਨ ਜਿਸ ਵੀ ਕਾਲਜ ਕਰਾਉਂਦਾ, ਤਕਰੀਬਨ 3 ਤੋਂ ਲੈ ਕੇ 4-5 ਹਜ਼ਾਰ ਡਾਲਰ ਤੱਕ ਜਿਹੜਾ ਹੈਗਾ ਹੈ ਉਹ ਇੱਕ ਯੂਨੀਵਰਸਿਟੀ ਜਾਂ ਕਾਲਜ ਉਸ ਏਜੰਟ ਨੂੰ ਦਿੰਦੀ ਹੈ। ਸੋ ਪਹਿਲੀ ਗੱਲ ਤਾਂ ਐਡਮਿਸ਼ਨ ਲਈ ਤੁਸੀਂ ਕਰਵਾਉਣ ਲਈ ਤੁਸੀਂ ਕੋਈ ਪੈਸੇ ਦੇਣ ਦੀ ਤੁਹਾਨੂੰ ਲੋੜ ਨਹੀਂ ਹੈਗੀ, ਕਿਉਂਕਿ ਤਕਰੀਬਨ 2.5 ਲੱਖ ਤੋਂ ਲੈ ਕੇ 3-3.5 ਲੱਖ ਰੁਪਇਆ ਇੱਕ ਏਜੰਟ ਇੱਕ ਕਾਲਜ ਤੋਂ ਇੱਕ ਵਿਦਿਆਰਥੀ ਦਾ ਆਲਰੇਡੀ ਬਣਾ ਰਿਹਾ ਹੈ। ਹਾਂ, ਜੇ ਤੁਸੀਂ ਦੇਣੇ ਨੇ ਉਸ ਨੂੰ ਕੰਮ ਕਰਨ ਦੇ ਲਈ, ਤੁਹਾਨੂੰ ਗਾਈਡ ਕਰਨ ਲਈ 25-50 ਹਜ਼ਾਰ ਰੁਪਏ ਤੱਕ ਤੇ ਚਲੋ ਠੀਕ ਹੈ। ਇਸ ਦੇ ਵਿੱਚ ਖਬਰ ਵਿੱਚ ਇਹ ਵੀ ਪਤਾ ਲੱਗਾ ਕਿ ਇਸ ਜਿਹੜੀ ਇਹਨੇ 16 ਤੋਂ 20 ਲੱਖ ਰੁਪਏ ਦਿੱਤੇ ਤੁਸੀਂ, ਉਹਦੇ ਵਿੱਚ 에ਅਰ ਫਲਾਈਟਸ ਇਨਕਲੂਡਡ ਨਹੀਂ ਹੈਗੀਆਂ ਸੀ, ਉਹ ਐਕਸਟਰਾ ਹੈਗੀਆਂ ਸੀ। ਸੋ ਪਲੀਜ਼ ਤੁਸੀਂ ਵੈਰੀਫਾਈ ਕਰੋ, ਕਿਉਂਕਿ ਇਸ ਸਮੇਂ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਬੇਵਕੂਫ ਬਣਾਏ ਜਾ ਰਹੇ ਨੇ ਇਹਨਾਂ ਏਜੰਟਸ ਵੱਲੋਂ। ਤਹਿਕੀਕਾਤ ਕਰੋ। ਤੇ ਮੈਂ ਤਾਂ ਇੱਕੋ ਹੀ ਇਹ ਬੇਨਤੀ ਕਰਾਂਗਾ ਕਿ ਅੱਜ ਇੰਟਰਨੈਟ ਦੇ ਇਸ ਯੁੱਗ ਵਿੱਚ ਬੱਚੇ ਬੜੇ ਸਿਆਣੇ ਹੈਗੇ ਨੇ, ਕੋਸ਼ਿਸ਼ ਕਰੋ ਕਿ ਕੈਨੇਡੀਅਨ ਹੀ ਕੋਈ ਏਜੰਟ ਤੁਸੀਂ ਲਓ ਜਿਹੜਾ ਰੈਗੂਲੇਟਡ ਹੈਗਾ। ਹੁਣ ਰੈਗੂਲੇਟਡ ਦਾ ਕੀ ਮਤਲਬ ਹੋਇਆ? ਕੈਨੇਡੀਅਨ ਸਰਕਾਰ ਵੱਲੋਂ ਇੱਕ ਸੰਸਥਾ ਬਣਾਈ ਗਈ ਹੈ ਜਿਸ ਦੇ ਰਾਹੀਂ ਕੋਰਸਿਸ ਕੀਤੇ ਜਾਂਦੇ ਨੇ, ਕਰਨੇ ਪੈਂਦੇ ਨੇ ਇਮੀਗ੍ਰੇਸ਼ਨ ਕੰਸਲਟੈਂਟਸ ਨੂੰ। ਜਦੋਂ ਉਹ ਕੋਰਸ ਪੂਰਾ ਕਰ ਲੈਂਦੇ ਨੇ, ਉਹ ਸਰਟੀਫਾਈ ਹੁੰਦੇ ਨੇ ਕਿ ਆਫੀਸ਼ੀਅਲ ਤੌਰ ਦੇ ਉੱਤੇ ਉਹ ਰੈਗੂਲੇਟ ਹੋ ਜਾਂਦੇ ਨੇ, ਉਹ ਸੰਸਥਾ ਦੇ ਅਧੀਨ ਉਹਦੇ ਮੈਂਬਰ ਬਣਦੇ ਨੇ ਤੇ ਉਹ ਫਿਰ ਗਾਈਡੈਂਸ ਦੇ ਸਕਦੇ ਨੇ। ਜਾਂ ਤਾਂ ਕੋਈ ਵਕੀਲ ਦੇ ਸਕਦਾ ਹੈ ਜਾਂ ਫਿਰ ਕੋਈ ਸਰਟੀਫਾਈਡ ਇਮੀਗ੍ਰੇਸ਼ਨ ਕੰਸਲਟੈਂਟ ਜੋ ਹੈ ਉਹ ਤੁਹਾਨੂੰ ਗਾਈਡ ਕਰ ਸਕਦਾ ਹੈ। ਸੋ ਅੱਜ WhatsApp ਦੇ ਰਾਹੀਂ ਅਸੀਂ ਕਿਤੇ ਵੀ ਗੱਲ ਕਰ ਸਕਨੇ ਆ ਤੇ 1/4 ਵੀ ਤੁਹਾਡੇ ਪੈਸੇ ਨਹੀਂ ਲੱਗਣਗੇ ਜਿਨੇ ਤੁਸੀਂ ਦੇਣ ਨੂੰ ਬੈਠੇ ਹੋ ਉੱਥੇ ਤਿਆਰ, ਕਿ 16 ਤੋਂ 20 ਲੱਖ ਰੁਪਏ ਦੇ ਰਹੇ ਹੋ, ਉਸ ਦੇ 1/4 1/4 ਵੀ ਜਿਹੜੇ ਨੇ ਉਹ ਪੈਸੇ ਨਹੀਂ ਲੱਗਣਗੇ ਜੇਕਰ ਤੁਸੀਂ ਇੱਥੇ ਵੀ ਕਿਸੇ ਸਰਟੀਫਾਈਡ ਇਮੀਗ੍ਰੇਸ਼ਨ ਕੰਸਲਟੈਂਟ ਨਾਲ ਸੰਪਰਕ ਕਰ ਲਓਗੇ। ਹੁਣ ਅਗੇਨ ਤੁਸੀਂ ਵੈਬ ਤੇ ਜਾਓ, ਉੱਥੇ ਵੈਰੀਫਾਈ ਕਰੋ, ਚੈੱਕ ਕਰੋ ਕਿ ਕੀ ਉਹ ਵਿਅਕਤੀ IRCC ਨਾਲ ਰੈਗੂਲੇਟਡ ਹੈਗਾ ਕਿ ਨਹੀਂ ਹੈਗਾ। ਸੋ ਇਹ ਤਾਂ ਗੱਲ ਹੋ ਗਈ ਜੇਕਰ ਤੁਸੀਂ ਕੋਈ ਏਜੰਟ ਨੂੰ ਲੱਭਣਾ ਹੈ। ਤੇ ਦੂਸਰੀ ਗੱਲ ਇੱਕ ਹੋਰ ਧਿਆਨ ਰੱਖੋ ਕਿ ਬੱਚਿਆਂ ਨੂੰ ਜਿਹੜਾ ਤੁਸੀਂ ਇੱਥੇ ਭੇਜ ਰਹੇ ਹੈਗੇ ਹੋ, ਬੱਚੇ ਇਹ ਜਿਹੜਾ ਕੇਸ ਖਾਸ ਤੌਰ ਦੇ ਉੱਤੇ ਹੈਗਾ, ਜਦੋਂ ਦੱਸਿਆ ਗਿਆ ਸੀ ਕਿ ਜੀ ਉਸ ਕਾਲਜ ਵਿੱਚ ਐਡਮਿਸ਼ਨ ਨਹੀਂ ਮਿਲ ਰਹੀ, ਬੱਚਿਆਂ ਦਾ ਫਰਜ਼ ਬਣਦਾ ਸੀ ਕਿ ਉਹ ਚੈੱਕ ਕਰਨ ਕਿ ਬਈ ਕੀ ਇਹ ਲੈਟਰਸ ਜਿਹੜੀਆਂ ਹੈਮਬਰਗ ਕਾਲਜ ਨੇ ਦਿੱਤੀਆਂ ਨੇ ਸਹੀ ਨੇ ਗਲਤ ਨੇ। ਸ਼ਾਇਦ ਕੋਈ ਬੱਚੇ ਗਏ ਵੀ ਹੋਣਗੇ, ਕਈ ਬੱਚਿਆਂ ਨੂੰ ਪਤਾ ਵੀ ਨਹੀਂ ਹੋਏਗਾ ਸ਼ਾਇਦ ਕਿ ਜੀ ਇਹ ਫੇਕ ਹੈਗੀਆਂ ਨੇ, ਕਈਆਂ ਨੂੰ ਸ਼ਾਇਦ ਪਤਾ ਹੋਏ, ਪਰ ਆਪਣੇ ਆਪ ਨੂੰ ਬਚਾਉਣ ਵਾਸਤੇ ਕਿ ਚਲੋ ਐਡਮਿਸ਼ਨ ਤੇ ਮਿਲ ਗਈ ਏ, ਅਸੀਂ ਕੈਨੇਡਾ ਆ ਗਏ ਹਾਂ ਤਾਂ ਕੋਈ ਗੱਲ ਹੀ ਨਹੀਂ, ਸਾਨੂੰ ਕਿਹੜਾ ਕੋਈ ਫੜੇਗਾ। ਲੇਕਿਨ ਫਿਰ ਹੱਥ ਜੋੜ ਕੇ ਇੱਕ ਮੈਂ ਵਾਰੀ ਬੇਨਤੀ ਕਰਦਾ ਕਿ ਕੈਨੇਡਾ ਦੇ ਵਿੱਚ ਜੇਕਰ ਤੁਸੀਂ ਕੋਈ ਗਲਤ ਦਸਤਾਵੇਜ਼ ਲਾ ਕੇ ਪਹੁੰਚ ਗਏ ਹੋ ਤਾਂ ਅੱਜ ਨਹੀਂ ਤਾਂ ਕੱਲ੍ਹ ਤੁਹਾਡੇ ਫੜਨ ਦੇ ਆਸਾਰ ਬਹੁਤ ਜ਼ਿਆਦਾ ਵੱਧ ਜਾਂਦੇ ਹੈਗੇ ਨੇ, ਕਿਉਂਕਿ ਹਰ ਥਾਂ ਦੇ ਉੱਤੇ ਪ੍ਰੋਸੈਸਿੰਗ ਹੁੰਦੀ ਹੈ। ਇਹ ਨਹੀਂ ਕਿ ਇੱਕ ਵਾਰੀ ਐਡਮਿਸ਼ਨ ਮਿਲ ਗਈ ਤੇ ਤੁਸੀਂ ਕੈਨੇਡਾ ਪਹੁੰਚ ਗਏ ਤੇ ਹੁਣ ਸਭ ਚੀਜ਼ ਤੁਹਾਡੇ ਵਾਸਤੇ ਗ੍ਰੀਨ ਪੈਥਵੇ ਤੁਹਾਨੂੰ ਮਿਲ ਜਾਏਗਾ। ਸੋ ਇਸ ਕਰਕੇ ਪਹਿਲੀ ਗੱਲ ਤਾਂ ਦਸਤਾਵੇਜ਼ ਕੋਈ ਗਲਤ ਲਾਣਾ ਹੀ ਨਹੀਂ। ਜੇਕਰ ਪਤਾ ਲੱਗ ਜਾਂਦਾ ਹੈ ਤੁਹਾਨੂੰ ਤਾਂ ਉਸੇ ਟਾਈਮ ਰਿਪੋਰਟ ਕਰੋ ਤੁਸੀਂ, ਕਿਉਂਕਿ ਬੱਚੇ ਦੇਖੋ ਹੁਣ ਜੇ ਪਹਿਲਾਂ ਰਿਪੋਰਟ ਕਰ ਦਿੰਦੇ ਉਸ ਦੇ ਸਮੇਂ ਸ਼ਾਇਦ CBSE ਤਹਿਕੀਕਾਤ ਕਰਨੀ ਸ਼ੁਰੂ ਕਰ ਦਿੰਦਾ ਤਾਂ ਉਹ ਬੱਚਿਆਂ ਦੇ 3-4 ਸਾਲ ਜ਼ਾਇਆ ਨਹੀਂ ਹੋਣੇ ਸੀ। ਤੇ ਹੁਣ ਜਦੋਂ ਉਹਨਾਂ ਨੇ PR ਵਾਸਤੇ ਜਾਂ ਵਰਕ ਪਰਮਿਟ ਲਈ ਅਪਲਾਈ ਕੀਤਾ ਤਾਂ ਉਹਨਾਂ ਨੂੰ ਡਿਨਾਈ ਕੀਤਾ ਜਾ ਰਿਹਾ ਹੈ। ਫਰਸਟ੍ਰੇਸ਼ਨ ਦੇਖੋ ਕਿੰਨੀ ਵੱਧ ਜਾਂਦੀ ਬੱਚੇ ਦੀ, ਮਾਨਸਿਕ ਤੌਰ ਤੇ ਵੀ, ਫਾਈਨੈਂਸ਼ੀਅਲ ਤੌਰ ਦੇ ਉੱਤੇ ਵੀ ਬੱਚਿਆਂ ਤੇ ਬਹੁਤ ਜ਼ਿਆਦਾ ਬਰਡਨ ਹੈਗਾ। ਸੋ ਜੇਕਰ ਤੁਸੀਂ ਬੱਚਿਆਂ ਨੂੰ ਭੇਜਣਾ ਹੈ ਪੜ੍ਹਨ ਵਾਸਤੇ ਤਾਂ ਇੱਕ ਹੋਰ ਚੀਜ਼ ਧਿਆਨ ਵਿੱਚ ਰੱਖੋ, ਜਿਹੜਾ ਇਹ ਟ੍ਰੈਂਡ ਹੈ ਨਾ ਕਿ 12ਵੀਂ ਤੋਂ ਬਾਅਦ ਬੱਚੇ ਨੂੰ ਭੇਜ ਦਿਓ ਤੇ ਬੱਚਾ ਇੱਥੇ ਸੈੱਟ ਹੋ ਜਾਏਗਾ, ਜਦੋਂ ਹਕੀਕਤ ਇੱਥੋਂ ਦੀ ਅਸੀਂ ਦੇਖਦੇ ਹਾਂ ਕੁਝ ਹੋਰ ਦੱਸਦੀ ਹੈਗੀ ਹੈ। ਤੁਹਾਡੇ ਬੱਚੇ ਵੀ ਤੁਹਾਨੂੰ ਦੱਸਦੇ ਹੋਣਗੇ ਜਿਹੜੇ ਇੱਥੇ ਆਏ ਹੋਏ ਨੇ। ਸੋ ਜੇਕਰ ਬੱਚੇ ਨੂੰ ਭੇਜਣਾ ਹੈ ਵਾਕਈ 'ਚ ਪੜ੍ਹਾਈ ਵਾਸਤੇ, ਕੋਸ਼ਿਸ਼ ਇਹ ਕਰੋ ਕਿ ਬੱਚਾ ਗ੍ਰੈਜੂਏਸ਼ਨ ਕਰਕੇ ਉਸ ਤੋਂ ਬਾਅਦ ਆਏ ਹਾਇਰ ਸਟੱਡੀਜ਼ ਲਈ। ਹਾਇਰ ਸਟੱਡੀਜ਼ ਤੋਂ ਬਾਅਦ ਬਹੁਤ ਸਾਰੇ ਆਪਸ਼ਨਸ ਬੱਚਿਆਂ ਕੋਲ ਅਵੇਲੇਬਲ ਨੇ। ਹੁਣ ਮਿਸਾਲ ਦੇ ਤੌਰ ਤੇ ਪੰਜਾਬ ਵਿੱਚ ਹੀ ਤੁਸੀਂ ਦੇਖ ਲਓ ਕਿ ਕਿਸੇ ITI 'ਚ ਅਸੀਂ ਬੱਚੇ ਨੂੰ ਦਾਖਲ ਕਰਵਾ ਦਈਏ ਤਾਂ ਉਸ ਤੋਂ ਬਾਅਦ ਕਿੰਨੀ ਕੁ ਉਸ ਨੂੰ ਵਧੀਆ ਨੌਕਰੀ ਮਿਲੇਗੀ। ਸਿਮਿਲਰਲੀ ਇੱਥੇ ਵੀ ਉਹੀ ਹਾਲ ਹੈਗਾ ਕਿ 12ਵੀਂ ਤੋਂ ਬਾਅਦ ਜਦੋਂ ਬੱਚੇ ਆਉਂਦੇ ਨੇ ਉਹ ਕੋਈ ਡਿਪਲੋਮਾ ਜੇ ਕਰ ਲੈਂਦੇ ਨੇ ਸਾਲ ਦਾ ਜਾਂ 2 ਸਾਲ ਦਾ, ਤਾਂ ਉਸ ਤੋਂ ਬਾਅਦ ਤੁਸੀਂ ਆਪ ਹੀ ਸੋਚੋ ਕਿ ਕੋਈ ਕੈਨੇਡਾ ਵਿੱਚ ਕਿੰਨੇ ਕੁ ਜੌਬਸ ਹੋਣਗੇ ਜਿਹੜੇ ਕਿ ਉਹ ਉਹਨਾਂ ਨੂੰ ਮਿਲ ਸਕਦੇ ਹੈਗੇ ਨੇ। ਬਲਕਿ ਕੱਲ ਤਾਂ ਹੁਣ ਇਹ ਬਣੀ ਪਈ ਹੈ ਕਿ ਇੱਥੇ ਬੱਚੇ ਜਿਹੜੇ ਪੜ੍ਹਦੇ ਪਏ ਨੇ ਇੱਥੋਂ ਦੇ ਸਿਸਟਮ ਦੇ ਵਿੱਚ, ਉਹਨਾਂ ਨੂੰ ਵੀ ਨੌਕਰੀਆਂ ਨਹੀਂ ਮਿਲ ਰਹੀਆਂ ਹੈਗੀਆਂ। ਸੋ ਇਸ ਕਰਕੇ ਇਹ ਜ਼ਰੂਰ ਧਿਆਨ ਦਿਓ ਕਿ ਆਪਣੇ ਬੱਚੇ ਨੂੰ ਜੇ ਤੁਸੀਂ ਭੇਜ ਰਹੇ ਹੈਗੇ ਹੋ ਤੁਹਾਡੇ ਕੋਲ ਪੂਰੀ ਨੌਲੇਜ ਹੋਵੇ। ਤੇ ਬੱਚੇ ਅੱਜ ਸਿਆਣੇ ਹੈਗੇ ਨੇ, ਬੱਚੇ ਇੰਟਰਨੈਟ ਦੇ ਰਾਹੀਂ ਹਰ ਚੀਜ਼ ਦਾ ਪਤਾ ਕਰ ਸਕਦੇ ਨੇ, ਕੋਈ ਵੀ ਚੀਜ਼
ਛੁਪ ਨਹੀਂ ਜੀ। ਸਕਦੀ ਹੈਗੀ, ਪਰ ਥੋੜੀ ਜਿਹੀ ਮਿਹਨਤ ਉੱਥੇ ਲਾ ਲਓ, ਜਾਂ ਫਿਰ ਕੋਈ ਰੈਗੂਲੇਟਡ ਕੰਸਲਟੈਂਟ ਨਾਲ ਗੱਲਬਾਤ ਕਰੋ, ਉਸ ਨੂੰ 5-10 ਹਜ਼ਾਰ ਭਾਵੇਂ ਵੱਧ ਦੇਣੇ ਪੈਣ, ਉਹ ਬਿਹਤਰ ਹੈ ਬਜਾਏ ਕਿ ਬਾਅਦ ਦੇ ਵਿੱਚ ਤੁਹਾਨੂੰ ਰਿਗਰੈਟ ਕਰਨਾ ਪਏ, ਜੋ ਕਿ ਇਹ 700 ਦੇ ਕਰੀਬ ਬੱਚਿਆਂ ਦੇ ਨਾਲ ਇਹ ਜੋ ਕੁਝ ਚੱਲ ਰਿਹਾ ਹੈਗਾ। ਇਸ ਤੋਂ ਇਲਾਵਾ ਹੁਣ ਬੱਚੇ ਵੀ ਬਾਹਰ ਆ ਰਹੇ ਹੈਗੇ ਨੇ ਤੇ ਦੱਸ ਰਹੇ ਨੇ ਹੱਡ ਬੀਤੀ ਕਿ ਜੀ ਕਿਸੇ ਹੋਰ ਸੰਸਥਾ ਵਿੱਚ ਵੀ ਉਹ ਗਏ, ਉਹ ਫੇਕ ਲੈਟਰ ਹੈਗੀ ਤੇ ਹੁਣ ਉਹਨਾਂ ਦਾ ਖਮਿਆਜ਼ਾ ਭੁਗਤਣਾ ਪੈ ਰਿਹਾ। ਸੋ ਇਹ ਕੁਝ ਚੀਜ਼ਾਂ ਨੇ ਬੇਸਿਕ ਜਿਹੜੀਆਂ ਕਿ ਜੇ ਤੁਸੀਂ ਧਿਆਨ 'ਚ ਰੱਖੋਗੇ ਤਾਂ ਡੈਫੀਨੇਟਲੀ ਤੁਹਾਨੂੰ ਬੈਨੀਫਿਟ ਹੋਏਗਾ, ਤੁਹਾਨੂੰ ਮਾਨਸਿਕ ਪਰੇਸ਼ਾਨੀ, ਤੁਹਾਨੂੰ ਫਾਈਨੈਂਸ਼ੀਅਲ ਟਰਬਲਸ ਨਹੀਂ ਫੇਸ ਕਰਨੇ ਪੈਣਗੇ। ਪਰ ਜੇਕਰ ਸਿਰਫ ਇਸੀ ਲਾਲਚ ਨਾਲ ਤੁਸੀਂ ਬੱਚਾ ਭੇਜਣਾ ਕਿ ਇੱਥੇ ਪਹੁੰਚ ਜਾਏ ਤੇ ਸਭ ਕੁਝ ਠੀਕ ਹੋ ਜਾਏਗਾ, ਇਹ ਤੁਸੀਂ ਗਲਤਫਹਿਮੀ 'ਚ ਹੈਗੇ ਹੋ। ਇੱਥੇ ਉਹ ਸਿਚੁਏਸ਼ਨ ਇੰਨੀ ਨਹੀਂ ਚੰਗੀ ਹੈਗੀ ਕਿ ਹਰ ਇੱਕ ਕਿਸੇ ਨੂੰ ਜੌਬ ਮਿਲ ਜਾਏਗਾ। ਬੱਚਿਆਂ ਨੂੰ ਬਹੁਤ ਸਟਰਗਲ ਕਰਨਾ ਪੈ ਰਿਹਾ ਹੈ। ਪਿਛਲੇ ਸਮੇਂ ਦੌਰਾਨ ਬਹੁਤ ਸਾਰੇ ਬੱਚਿਆਂ ਨੇ ਸੁਸਾਈਡਸ ਵੀ ਕਮਿਟ ਕੀਤੀਆਂ ਨੇ, ਹਾਰਟ ਅਟੈਕਸ ਬੱਚਿਆਂ ਨੂੰ ਹੋ ਰਹੇ ਨੇ, ਮੈਂਟਲੀ ਉਹ ਡਿਪਰੈਸ ਹੋ ਰਹੇ ਨੇ। ਸੋ ਇਹ ਸਾਰੇ ਕੁਝ ਤੱਥ ਹੈਗੇ ਨੇ ਜਿਨ੍ਹਾਂ ਨੂੰ ਕਿ ਤੁਸੀਂ ਧਿਆਨ 'ਚ ਰੱਖੋ ਕਿ ਸਿਰਫ ਬਾਹਰ ਸਿਰਫ ਭੇਜਣ ਦੇ ਲਈ ਤੁਸੀਂ ਜੇਕਰ ਸਭ ਕੁਝ ਅਡਾਪਟ ਕਰ ਰਹੇ ਹੋ ਤਾਂ ਹਰ ਚੀਜ਼ ਇੱਥੇ ਉਨੀ ਬਿਹਤਰ ਨਹੀਂ ਜਿੰਨੀ ਕਿ ਤੁਹਾਨੂੰ ਏਜੰਟ ਦੱਸਦੇ ਹੈਗੇ ਨੇ। ਸੋ ਇਹ ਰਵਿੰਦਰ ਜੀ ਆਈ ਥਿੰਕ ਬੇਸਿਕ ਜਿਹੜੇ ਇਸ ਮੁੱਦੇ ਦੇ ਉੱਤੇ ਗੱਲਬਾਤ ਹੈਗੀ ਹੈ ਕਿ ਕੋਈ ਵੀ ਪਹਿਲੀ ਗੱਲ ਗਲਤ ਕੰਮ ਨਾ ਕਰੋ, ਜੇ ਪਤਾ ਲੱਗਦਾ ਹੈ ਉਸ ਨੂੰ ਰਿਪੋਰਟ ਕਰੋ, ਤੇ ਤੀਸਰੀ ਗੱਲ ਕਿ ਸਹੀ ਸਲਾਹ ਲੈ ਕੇ ਤੁਸੀਂ ਤੇ ਪਹੁੰਚੋ। ਹੌਲੀ ਹੌਲੀ ਹਰ ਕੋਈ ਸੈਟਲ ਹੋ ਜਾਂਦਾ, ਲੇਕਿਨ ਇਹ ਨਾ ਸਮਝੋ ਕਿ ਜੀ ਬੱਚਾ ਪਹੁੰਚ ਗਿਆ ਤੇ ਹਰ ਚੀਜ਼ ਜਿਹੜੀ ਹੈ ਹਰਿਆਵਲੀ ਤੁਹਾਨੂੰ ਇੱਥੇ ਨਜ਼ਰ ਆਏਗੀ। ਬਹੁਤ ਸਟਰਗਲਸ ਹੈਗੇ ਨੇ। ਹਰਪ੍ਰੀਤ ਜੀ, ਇਹਦੇ 'ਚ ਕੁਐਸਚਨ ਇੱਕ ਹੋਰ ਉੱਠਦਾ ਆ ਕਿ ਜਿਹੜੇ ਬੱਚਿਆਂ ਨੂੰ ਵਰਕ ਪਰਮਿਟ ਮਿਲ ਗਿਆ, ਉਹਨਾਂ ਦਾ ਡਿਪਲੋਮਾ ਪੂਰਾ ਹੋ ਗਿਆ, 1.5-2 ਸਾਲ ਉਹ ਕੈਨੇਡਾ ਦੇ ਵਿੱਚ ਰਹਿ ਗਏ, 1.5-2 ਸਾਲ ਬਾਅਦ ਉਹਨਾਂ ਨੂੰ ਪਤਾ ਲੱਗਦਾ ਹੈ ਵੀ ਉਹਨਾਂ ਦਾ ਆਫਰ ਲੈਟਰ ਜਿਹਦੇ ਬੇਸਿਸ ਦੇ ਉੱਤੇ ਉਹਨਾਂ ਨੂੰ ਵੀਜ਼ਾ ਮਿਲਿਆ ਸੀਗਾ, ਰੀਜ਼ਨ ਇਹਦਾ ਕੀ ਬਣਿਆ ਐਕਚੁਅਲੀ। ਇੱਕ ਜਦੋਂ ਅਸੀਂ ਲਾਈਨ ਦੇ ਵਿੱਚ ਦੇਖਦੇ ਆ ਇਹਨੂੰ, ਬੱਚਿਆਂ ਨੂੰ ਆਫਰ ਲੈਟਰ ਆਉਂਦਾ ਆ, ਆਫਰ ਲੈਟਰ ਤੋਂ ਬਾਅਦ ਉਹਨਾਂ ਦਾ ਵੀਜ਼ਾ ਲੱਗ ਗਿਆ ਆ, ਉਹਨਾਂ ਨੇ ਫੀਸ ਜਮ੍ਹਾਂ ਕੀਤੀ, ਵੀਜ਼ਾ ਲੱਗਿਆ, ਵੀਜ਼ਾ ਲੱਗਣ ਤੋਂ ਬਾਅਦ ਉਹਨਾਂ ਦੇ ਕਾਲਜਸ ਚੇਂਜ ਹੋਏ, ਆਖੇ ਜੀ ਉਹ ਤਾਂ ਜਾਲੀ ਸੀਗੇ। ਉਹਨਾਂ ਨੂੰ ਮੈਨੂੰ ਲੱਗਦਾ ਉਹ ਜਿਹੜੇ ਏਜੰਟ ਸੀਗੇ ਜਲੰਧਰ ਵਾਲੇ, ਉਹਨਾਂ ਤੋਂ ਅਰੇਂਜ ਹੋ ਗਿਆ ਹੋਣਾ ਵੀ ਕਿਸੇ ਹੋਰ ਕਾਲਜ ਦੇ ਵਿੱਚ ਐਡਮਿਸ਼ਨ ਕਰਵਾ ਦਾਂ, ਜਾਂ ਸਟੂਡੈਂਟਸ ਨੇ ਕਿਤੇ ਹੋਰ ਐਡਮਿਸ਼ਨ ਲੈ ਲਈ ਹੋਊਗੀ ਜੀ। ਬੇਸਿਸ ਇਹ ਬਣ ਰਿਹਾ ਕਿ ਸਿਰਫ ਆਫਰ ਲੈਟਰ ਉਹ ਜਾਲੀ ਸੀਗਾ, ਬਟ ਉਹਦੇ ਤੋਂ ਬਾਅਦ ਜਿਹੜੀ ਪੜ੍ਹਾਈ ਕੀਤੀ ਹੈ ਜੀ ਬੱਚਿਆਂ ਨੇ, ਸਾਲ 1.5 ਸਾਲ 2 ਸਾਲ, ਉਹ ਤਾਂ ਅਸਲੀ ਸੀ ਜੀ। ਉਸ ਦੌਰਾਨ ਉਹ ਇੱਥੇ ਰਹਿੰਦੇ ਰਹੇ ਨੇ, ਉਹਨਾਂ ਨੂੰ ਵਰਕ ਪਰਮਿਟ ਵੀ ਸ਼ਾਇਦ ਇਸ਼ੂ ਹੋ ਗਏ ਨੇ ਕਈਆਂ ਨੂੰ, ਤੇ ਉਦੋਂ ਜਿਹੜਾ ਇਮੀਗ੍ਰੇਸ਼ਨ ਦਾ ਪ੍ਰੋਸੈਸ ਸੀਗਾ ਉਹ ਕਿੱਥੇ ਰਿਹਾ ਜੀ 1.5-2 ਸਾਲ। ਐਬਸੋਲੂਟਲੀ, ਬਿਲਕੁਲ ਤੁਹਾਡਾ ਬੜਾ ਵੈਲਿਡ ਪੁਆਇੰਟ ਹੈਗਾ ਜੀ, ਜਿੱਥੇ ਕਿ ਇਹ ਉਸ ਟਰੈਵਲ ਏਜੰਟ ਵੱਲੋਂ ਹੇਰਾਫੇਰੀ ਕੀਤੀ ਗਈ। ਸਰਕਾਰ ਦਾ ਵੀ ਇਹ ਫਰਜ਼ ਬਣਦਾ ਹੈਗਾ ਕਿ ਆਪਣੇ ਸਿਸਟਮ ਨੂੰ ਇਹ ਬੈਟਰ ਕਰਨ। ਅਸਲ ਵਿੱਚ ਰਵਿੰਦਰ ਜੀ ਇੱਥੋਂ ਦਾ ਸਿਸਟਮ ਜਿਹੜਾ ਨਾ ਜੀ ਬੇਸਿਕਲੀ ਟਰਸਟ ਦੇ ਉੱਤੇ ਆਧਾਰਿਤ ਹੈਗਾ ਕਿ ਤੁਸੀਂ ਕਹਿ ਦਿੱਤਾ ਤੇ ਮੈਂ ਮੰਨ ਲਿਆ ਵਾਲਾ, ਉਹ ਇੱਕ ਇਹੋ ਜਿਹਾ ਸਿਸਟਮ ਚੱਲਦਾ ਹੈ। ਪਰ ਹੁਣ ਕਿਉਂਕਿ ਡੈਮੋਗ੍ਰਾਫਿਕਸ ਚੇਂਜ ਹੋ ਰਹੇ ਨੇ, ਸਿਸਟਮ ਚੇਂਜ ਹੋ ਰਹੇ ਨੇ, ਸਰਕਾਰਾਂ ਨੂੰ ਵੀ ਉਸੇ ਤਰੀਕੇ ਨਾਲ ਬਦਲਣਾ ਚਾਹੀਦਾ ਹੈਗਾ। ਜਿਹੜਾ ਇਮੀਗ੍ਰੇਸ਼ਨ ਅਫਸਰ ਬੈਠਾ ਹੋਇਆ, ਜਿਹੜਾ ਪ੍ਰੋਸੈਸ ਕਰ ਰਿਹਾ ਫਾਈਲ ਨੂੰ, ਉਹਨਾਂ ਕੋਲ ਵੀ ਹੋਰ ਸਿਸਟਮਸ ਹੋਣੇ ਚਾਹੀਦੇ ਨੇ ਜਿਹਦੇ ਨਾਲ ਕਿ ਉਹ ਵੈਰੀਫਾਈ ਕਰ ਸਕਣ ਕਿ ਜਿਹੜੀ ਚਿੱਠੀ ਉਹਨਾਂ ਕੋਲ ਆ ਰਹੀ ਹੈ, ਭਾਵੇਂ ਉਹ ਵਰਕ ਪਰਮਿਟ ਦੀ ਹੈ ਜਾਂ ਕਿਸੇ ਵਿਦਿਆਰਥੀ ਦੀ ਹੈ ਜਾਂ ਕੋਈ ਹੋਰ ਹੈਗੀ ਹੈ, ਉਸ ਨੂੰ ਉਹ ਚੈੱਕ ਕਰਕੇ ਵੈਰੀਫਾਈ ਕਰ ਸਕਣ ਕਿ ਕੀ ਵਾਕਿਆ 'ਚ ਇਹ ਸਹੀ ਹੈ ਜਾਂ ਨਹੀਂ ਹੈ। ਅਨਫੋਰਚੂਨੇਟਲੀ ਕੋਵਿਡ ਦੇ ਦੌਰਾਨ ਵੀ ਅਸੀਂ ਦੇਖਿਆ, ਉਹਦੇ ਕਰਕੇ ਵੀ ਬੈਕਲੌਗ ਹੋ ਗਿਆ ਹੈ ਅਤੇ ਉਸ ਕਾਰਨ ਕਿਹਾ ਜਾ ਰਿਹਾ ਕਿ 2.5 ਮਿਲੀਅਨ ਫਾਈਲਸ ਜਿਹੜੀਆਂ ਨੇ ਉਹ ਬੈਕਲੌਗ ਵਿੱਚ ਹੈਗੀਆਂ ਨੇ। ਸੋ ਇੱਕ ਅਫਸਰ ਜਿਹੜਾ ਬੈਠਾ ਹੋਇਆ ਹੈ, ਸ਼ਾਇਦ ਉੱਤੇ ਵੀ ਬਹੁਤ ਜ਼ਿਆਦਾ ਪ੍ਰੈਸ਼ਰ ਪਿਆ ਹੋਇਆ ਕਿ ਜੀ ਫਟਾਫਟ ਤੁਸੀਂ ਪ੍ਰੋਸੈਸ ਕਰੋ ਚੀਜ਼ਾਂ ਨੂੰ। ਸੋ ਮੇਬੀ ਇਹਨਾਂ ਕੋਲ ਇੰਨਾ ਟਾਈਮ ਨਹੀਂ ਹੈਗਾ ਕਿ ਜੀ ਉਹ ਹਰ ਚੀਜ਼ ਨੂੰ ਪ੍ਰੋਸੈਸ ਨਹੀਂ ਕਰ ਸਕਦੇ। ਤੁਸੀਂ ਮੈਨੂੰ ਕਾਗਜ਼ ਦਿੱਤਾ, ਮੈਂ ਫਾਈਲ ਚਲਾ ਦਿੱਤਾ ਕਿ ਜੀ ਇਹ ਇਨਵੀਟੇਸ਼ਨ ਲੈਟਰ ਹੈਗੀ ਹੈ ਜਾਂ ਇਹ ਵਰਕ ਪਰਮਿਟ ਦਾ ਪੇਪਰ ਹੈਗੇ ਨੇ, ਮੈਂ ਫਾਈਲ ਬੰਦ ਕੀਤੀ, ਮੈਂ ਸਾਈਨ ਕੀਤੇ, ਅੱਗੇ ਭੇਜਤੇ, ਤੇ ਮੈਂ ਵੀ ਉਹਨਾਂ ਟਾਈਮ ਨਹੀਂ ਲਾ ਰਿਹਾ। ਯਾਨੀ ਕਿ ਜਿਹੜੇ ਅਫਸਰ ਹੈਗੇ ਨੇ ਉਹਨਾਂ ਨੂੰ ਹੋਰ ਮੈਂ ਕਹਿੰਦਾ ਸਿਸਟਮਸ ਜਿਹੜੇ ਨੇ ਉਹ ਉਹਨਾਂ ਦੇ ਵਿੱਚ ਉਹਨਾਂ ਨੂੰ ਮਿਲਣ ਤੇ ਨਾਲ ਉਹਦੇ ਨਾਲ ਹੋਰ ਉਹਨਾਂ ਨੂੰ ਬੈਨੀਫਿਟਸ ਹੋਣ, ਜਿਹਦੇ ਨਾਲ ਕਿ ਫੈਸਿਲਿਟੀਜ਼ ਹੋਣ, ਜਿਹਦੇ ਨਾਲ ਕਿ ਉਸ ਚੀਜ਼ ਨੂੰ ਵੈਰੀਫਾਈ ਕਰ ਸਕਦੇ ਨੇ। ਭਾਵੇਂ ਹੋਰ ਅਫਸਰਾਂ ਨੂੰ ਜੋ ਹੈ ਅਪਾਇੰਟ ਕੀਤਾ ਜਾਏ ਤਾਂ ਕਿ ਜਿਹੜੇ ਬੈਕਲੌਗ ਨੇ ਫਾਈਲਸ ਦੇ, ਉਹਨਾਂ ਦੇ ਤੋਂ ਸਹੀ ਕੰਮ ਕਰ ਸਕਣ ਤੇ ਸ਼ੁਰੂ ਤੋਂ ਹੀ ਐਂਟਰੈਂਸ ਲੈਵਲ ਦੇ ਉੱਤੇ ਹੀ ਉਹ ਚੋਰੀ ਫੜੀ ਜਾਵੇ। ਬਟ ਅਗੇਨ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਕਿ ਰਵਿੰਦਰ ਜੀ ਇੱਥੇ ਸਿਸਟਮ ਇਹੋ ਜਿਹਾ ਹੈਗਾ ਕਿ ਪਹਿਲੇ ਵਾਲੇ ਕੋਲ ਤਾਂ ਫੜਿਆ ਨਹੀਂ ਗਿਆ, ਉਹ ਦੂਸਰੇ ਕੋਲ ਗਈ ਫਾਈਲ, ਉਸਨੇ ਚੈੱਕ ਕੀਤਾ ਕਿ ਬਈ ਇੰਨੇ ਸਾਰੇ ਬੱਚੇ ਜਿਹੜੇ ਨੇ ਇੱਕੋ ਹੀ ਕਾਲਜ ਵਿੱਚ ਕਿਉਂ ਨਹੀਂ ਐਡਮਿਸ਼ਨ ਲੈ ਰਹੇ ਹੈਗੇ, ਜਾਂ ਕਿਸੇ ਹੋਰ ਵਿੱਚ ਕਿਉਂ ਚਲੇ ਗਏ ਸੰਸਥਾ ਵਿੱਚ। ਸ਼ਾਇਦ ਉੱਥੋਂ ਸ਼ੱਕ ਜ਼ਾਹਿਰ ਹੋਇਆ ਹੋਏਗਾ, ਉੱਥੋਂ ਉਹਨਾਂ ਨੇ ਤਹਿਕੀਕਾਤ ਸ਼ੁਰੂ ਕੀਤੀ ਤੇ ਉਸ ਤੋਂ ਬਾਅਦ ਪਤਾ ਲੱਗਾ। ਸੋ ਅਗੇਨ ਇਹ ਤਾਂ ਟਿਪ ਆਫ ਦਾ ਆਈਸਬਰਗ ਹੈਗਾ। ਮੈਂ ਕਹਾਂਗਾ ਕਿ ਇਹ ਤਾਂ ਛੋਟਾ ਜਿਹਾ ਇੱਕ ਸਾਨੂੰ ਪਤਾ ਲੱਗਿਆ, ਇਸ ਕਰਕੇ ਬੜੀ ਤਰਥੱਲੀ ਮਚ ਗਈ ਹੈ। ਹਜ਼ਾਰਾਂ ਦੀ ਗਿਣਤੀ 'ਚ ਸ਼ਾਇਦ ਇਸ ਤਰ੍ਹਾਂ ਹੁੰਦਾ ਹੋ ਰਿਹਾ ਹੋਏ, ਇਹਦੇ ਬਾਰੇ ਕੋਈ ਅਸੀਂ ਕਹਿ ਨਹੀਂ ਸਕਦੇ, ਕਿਉਂਕਿ CBSE ਨਾਲ ਵੀ ਮੈਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਉਹਨੂੰ ਪੁੱਛਣ ਦੀ ਕਿ ਵੀ ਕਿੰਨੇ ਕੁ ਲੈਵਲ ਦੇ ਉੱਤੇ ਸਭ ਕੁਝ ਚੱਲ ਰਿਹਾ ਹੈ, ਪਰ ਉਹਨਾਂ ਨੇ ਅਜੇ ਤੱਕ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਹੈਗੀ। ਸੋ ਸਾਡੀ ਤਹਿਕੀਕਾਤ ਚੱਲਦੀ ਰਹੇਗੀ ਤੇ ਜਦੋਂ ਸਾਨੂੰ ਪਤਾ ਲੱਗੇਗਾ ਤਾਂ D5 ਦੇ ਰਾਹੀਂ ਅਸੀਂ ਇਹ ਇਨਫੋਰਮੇਸ਼ਨ ਤੁਹਾਡੇ ਤੱਕ ਜ਼ਰੂਰ ਪਹੁੰਚਾਵਾਂਗੇ। ਸੋ ਗਵਰਨਮੈਂਟ ਲੈਵਲ ਤੇ ਬੈਟਰ ਹੋਈ ਸਿਚੁਏਸ਼ਨ,
ਆਪਣੇ ਲੈਵਲ ਦੇ ਉੱਤੇ ਥੋੜ੍ਹੀ ਜਿਹੀ ਹੋਰ ਅਸੀਂ ਡਿਊ ਡਿਲੀਜੈਂਸ ਵਰਤੀਏ ਤਾਂ ਕਿ ਕਿਸੇ ਨਾਲ ਵੀ ਇਹੋ ਜਿਹਾ ਹਾਦਸਾ ਦੁਬਾਰਾ ਨਾ ਵਾਪਰੇ। ਜੀ ਹਰਪ੍ਰੀਤ, ਤੁਹਾਡੀ ਉਹ ਡਿਲੀਜੈਂਸ ਆਪਣੇ ਤੌਰ ਤੇ ਵਰਤੀ, ਇਹਦੀ ਵੀ ਮੈਂ ਇੱਕ ਉਦਾਹਰਨ ਦਊਂਗਾ ਤੁਹਾਨੂੰ। ਪਰ ਸਭ ਤੋਂ ਪਹਿਲੀ ਤਹਿਕੀਕਾਤ ਜਿਹੜੀ ਹੈ, ਦੇਖੋ ਹੰਬਰ ਕਾਲਜ ਬਹੁਤ ਫੇਮਸ ਕਾਲਜ ਹੈ ਈਸਟ ਕੋਸਟ ਦਾ, ਔਰ ਉੱਥੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਜੀ ਹੰਬਰ ਕਾਲਜ ਐਡਮਿਸ਼ਨ ਹੈ, ਹਾਂਜੀ ਬੜਾ ਸਟੈਂਡਰਡ ਦਾ ਕਾਲਜ ਹੈ, ਬਹੁਤ ਫੇਮਸ ਕਾਲਜ ਹੈ ਜੀ ਉਹ, ਤੇ ਉਹਦੇ ਇੰਨੇ ਆਫਰ ਲੈਟਰ ਡੁਪਲੀਕੇਟ ਜਾ ਰਹੇ ਨੇ, ਜਾਲੀ ਜਾ ਰਹੇ ਨੇ, ਤੇ ਅੰਬੈਸੀ ਵੀਜ਼ਾ ਇਸ਼ੂ ਕਰ ਦਿੰਦੀ ਹੈ। ਸਭ ਤੋਂ ਵੱਡੀ ਗੱਲ ਹੈ, ਪਹਿਲਾ ਸਟੈਪ ਹੀ ਇਹ ਹੈ ਕਿ ਭਾਈ ਜਿਸ ਆਫਰ ਲੈਟਰ ਤੇ ਤੁਸੀਂ ਵੀਜ਼ਾ ਅਪਰੂਵ ਕਰ ਰਹੇ ਹੋ ਉਹਨੂੰ ਤਾਂ ਚੈੱਕ ਕਰ ਲਓ। ਬਿਲਕੁਲ, ਜਿਸ ਨੂੰ ਅਸੀਂ ਆਧਾਰ ਬਣਾ ਕੇ ਕਹਿੰਦੇ ਆ ਕਿ ਤੁਸੀਂ ਕੈਨੇਡਾ ਦੇ ਵਿੱਚ ਐਂਟਰ ਕਰਨਾ ਆ, ਸਟੱਡੀ ਵੀਜ਼ਾ ਤੁਸੀਂ ਲੈਣਾ ਆ, ਤੇ ਉਹ ਆਫਰ ਲੈਟਰ ਹੀ ਹੈ ਜੀ ਜਿਹਦੇ ਬੇਸਿਸ ਦੇ ਉੱਤੇ ਤੁਸੀਂ ਐਂਟਰ ਕਰ ਰਹੇ ਹੋ। ਮੈਂ ਸਭ ਤੋਂ ਪਹਿਲਾਂ ਹੀ ਜਿਹੜਾ ਇਮੀਗ੍ਰੇਸ਼ਨ ਡਿਪਾਰਟਮੈਂਟ ਹੈ, ਐਮਬੈਸੀ ਹੈ ਦਿੱਲੀ ਦੇ ਵਿੱਚ, ਬੰਬੇ ਦੇ ਵਿੱਚ, ਅਹਿਮਦਾਬਾਦ ਦੇ ਵਿੱਚ, ਉਹ ਸਭ ਤੋਂ ਪਹਿਲਾਂ ਡਾਕੂਮੈਂਟ ਹੀ ਨਹੀਂ ਚੈੱਕ ਕਰ ਰਹੇ। ਇੰਨਾ ਵੀ ਮੈਨੂੰ ਨਹੀਂ ਸਮਝ ਆਈ ਕਿ ਕਿੰਨਾ ਕੁ ਵਿਸ਼ਵਾਸ ਉਹਨਾਂ ਨੂੰ ਹੈਗਾ ਜ਼ਬਾਨ ਦੇ ਉੱਤੇ ਕਿ ਜੀ ਆਫਰ ਲੈਟਰ ਆ ਗਿਆ ਤਾਂ ਜ਼ਬਾਨ ਹੋ ਗਈ ਹੈ। ਸੋ ਇਹਦੀ ਬਜਾਏ ਤਾਂ ਫਿਰ ਸਾਰਾ ਮੂੰਹ ਜ਼ਬਾਨੀ ਇੰਟਰਵਿਊ ਲੈ ਕੇ ਭੇਜ ਦਿਆ ਕਰਨ ਜੀ, ਕਾਗਜ਼ਾਂ ਦੀ ਲੋੜ ਹੀ ਨਹੀਂ ਹੈ ਸ਼ਾਇਦ ਉਹਨਾਂ ਨੂੰ। ਨਹੀਂ ਬਿਲਕੁਲ ਜੀ, ਮੈਂ ਸਰਕਾਰ ਨੂੰ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਹੈਗਾ, ਸਰਕਾਰ ਦਾ ਫਸਟ ਸਟੈਪ ਬਣਦਾ ਹੈਗਾ ਕਿ ਚੰਡੀਗੜ੍ਹ ਵਿੱਚ ਜਾਂ ਦਿੱਲੀ ਦੇ ਵਿੱਚ, ਕਿਉਂਕਿ ਜ਼ਿਆਦਾਤਰ ਜਿਹੜੇ ਪੰਜਾਬ ਦੇ ਬੱਚੇ ਨੇ ਉਹ ਚੰਡੀਗੜ੍ਹ ਜਾਂ ਨਵੀਂ ਦਿੱਲੀ ਵਿੱਚ ਹੀ ਅਪਲਾਈ ਕਰਦੇ ਹੈਗੇ ਨੇ। ਸੋ ਚੰਡੀਗੜ੍ਹ ਇੱਕ ਮੇਜਰ ਸੋਰਸ ਹੈਗਾ, ਤੇ ਉਸ ਤੋਂ ਬਾਅਦ ਦਿੱਲੀ ਹੈਗਾ। ਇੱਥੇ ਜਿਹੜੇ ਉੱਥੇ ਅਫਸਰ ਬੈਠੇ ਹੋਏ ਨੇ ਉਹਦੇ ਬਾਰੇ ਵੀ ਕਾਫੀ ਸਾਰੀਆਂ ਰਿਪੋਰਟਸ ਆ ਰਹੀਆਂ ਹੈਗੀਆਂ ਨੇ ਕਿ ਉੱਥੇ ਵੀ ਹੁਣ ਸ਼ਾਇਦ ਪੈਸੇ ਚੱਲ ਰਹੇ ਹੈਗੇ ਨੇ, ਇਹੋ ਜਿਹੀਆਂ ਗੱਲਾਂ ਵੀ ਬਾਹਰ ਕੁਝ ਵਾਇਰਲ ਹੋ ਰਹੀਆਂ ਨੇ। ਸੋ ਇਹਦੀ ਤਹਿਕੀਕਾਤ ਕਰਨੀ ਚਾਹੀਦੀ ਹੈ ਸਰਕਾਰ ਨੂੰ। ਇੱਕ ਇੰਡੀਪੈਂਡੈਂਟ ਜੁਡੀਸ਼ੀਅਲ ਰਿਵਿਊ ਮੈਂ ਕਹਿੰਦਾ ਬਿਠਾਇਆ ਜਾਏ ਜਿਹੜੀ ਕਿ ਤਹਿਕੀਕਾਤ ਕਰੇ, ਕਿਉਂਕਿ ਫਸਟ ਪੁਆਇੰਟ ਆਫ ਜਿਹੜਾ ਇੰਟਰੈਕਸ਼ਨ ਹੈਗਾ ਉਹ ਤਾਂ ਉਸ ਵਿਅਕਤੀ ਨਾਲ ਹੈਗਾ ਜਿਹੜਾ ਚੰਡੀਗੜ੍ਹ ਬੈਠਾ ਹੈ ਜਾਂ ਦਿੱਲੀ ਬੈਠਾ ਹੈ ਜਾਂ ਕਿਸੇ ਹੋਰ ਥਾਂ ਤੇ ਭਾਰਤ ਵਿੱਚ ਬੈਠਾ ਹੈ। ਉਸ ਤੋਂ ਬਾਅਦ ਜਦੋਂ ਇਹ ਕਾਗਜ਼ ਇੱਥੇ ਕੈਨੇਡਾ 'ਚ ਪਹੁੰਚਦੇ ਨੇ, ਕਿਉਂਕਿ ਇਹ ਤਾਂ ਹੁਣ ਬਾਅਦ ਦੇ ਵਿੱਚ ਕੈਨੇਡਾ ਵਿੱਚ ਆ ਕੇ ਜਿਹੜੇ ਕਾਗਜ਼ਾਂ ਦੇ ਉੱਤੇ ਕਾਰਵਾਈ ਹੋਈ ਹੈਗੀ ਹੈ, ਉਹ ਚੰਡੀਗੜ੍ਹ 'ਚ ਤਾਂ ਹੋਈ ਨਹੀਂ। ਸੋ ਪਹਿਲਾਂ ਜਦੋਂ ਕਾਗਜ਼ ਆਏ ਉਹਦੀ ਪੂਰੀ ਤਹਿਕੀਕਾਤ ਕੀਤੀ ਜਾਏ। ਉੱਥੇ ਸਪੈਸ਼ਲ ਹਰ ਇੱਕ ਜਿਹੜੀ ਚਿੱਠੀ ਆ ਰਹੀ ਹੈ ਉਹ ਭਾਵੇਂ ਫ਼ੋਨ ਕਰਕੇ ਤੁਸੀਂ ਚੈੱਕ ਕਰੋ ਜਾਂ ਅੱਜ ਈਮੇਲ ਰਾਹੀਂ ਤੁਸੀਂ ਚੈੱਕ ਕਰ ਸਕਦੇ ਹੋ। ਇਹ ਨਹੀਂ ਕਿ ਤੁਸੀਂ ਸਿਰਫ ਵਿਸ਼ਵਾਸ ਦੇ ਉੱਤੇ ਹੀ ਉਸ ਚੀਜ਼ ਨੂੰ ਅਸੈਪਟ ਕਰ ਲਓ ਤੇ ਉਸ ਦੇ ਉੱਤੇ ਤੁਸੀਂ ਵੀਜ਼ੇ ਜ਼ਾਹਰ ਕਰ ਦਿਓ। ਸੋ ਬਿਲਕੁਲ ਜੀ ਅਰਵਿੰਦਰ ਜੀ, ਆਈ ਫੀਲ ਕਿ ਤੁਹਾਡੀ ਗੱਲ 100% ਸਹੀ ਹੈਗੀ ਹੈ ਕਿ ਬੇਸਿਕ ਲੈਵਲ ਦੇ ਉੱਤੇ ਗਲਤੀ ਹੋਈ ਹੈ, ਕੋਤਾਹੀ ਹੋਈ ਹੈ। ਇਸ ਪਿੱਛੇ ਕੀ ਕਾਰਨ ਹੈ? ਜਿਹੜੇ ਵਿਅਕਤੀ ਨੇ 16 ਤੋਂ 20 ਲੱਖ ਰੁਪਏ ਇੱਕ ਬੰਦੇ ਕੋਲੋਂ ਲਏ, ਕਿ ਇਹ ਤਾਂ ਨਹੀਂ ਕਿ ਉਹਦੇ 'ਚੋਂ ਕੁਝ ਹਿੱਸਾ ਉੱਥੇ ਵੀ ਜਾ ਰਿਹਾ ਹੈਗਾ। ਸੋ ਇਹਦੀ ਜ਼ਰੂਰ ਇਸ ਸਰਕਾਰ ਨੂੰ ਜੋ ਹੈ ਜੁਡੀਸ਼ੀਅਲ ਰਿਵਿਊ ਕਰਾਉਣ ਦੀ ਲੋੜ ਹੈਗੀ ਜੀ। ਬਿਲਕੁਲ ਇੱਦਾਂ ਹੀ ਹਰਪ੍ਰੀਤ ਜੀ, ਇੱਥੇ ਹੁਣ ਜੂਨ ਜੁਲਾਈ ਦੇ ਮਹੀਨੇ 'ਚ ਤੁਸੀਂ ਦੇਖਿਓ ਵਰਲਡ ਪੰਜਾਬੀ ਕਾਨਫਰੰਸਾਂ ਹੋਣ ਲੱਗ ਜਾਣੀਆਂ ਨੇ, ਤੇ ਹੋਰ ਵੀ ਕਈ ਮੁਲਕਾਂ ਦੇ ਲੋਕ ਇੱਥੇ ਕਾਨਫਰੰਸਿਸ ਕਰਦੇ ਨੇ, ਫੰਕਸ਼ਨਸ ਕਰਦੇ ਨੇ, ਤੇ ਉਹਨਾਂ 'ਚ ਵੀ ਕਈਆਂ ਦੇ ਵਿੱਚ ਸੁਣਨ ਨੂੰ ਆਇਆ ਆ, ਕੁਝ ਰਿਪੋਰਟਾਂ ਇਹੋ ਜਿਹੀਆਂ ਆਉਂਦੀਆਂ ਨੇ ਕਿ ਜੀ ਉਹਨਾਂ ਨੂੰ ਇਨਵੀਟੇਸ਼ਨ ਲੈਟਰ ਭੇਜਣ ਦੇ ਵੀ ਪੈਸੇ ਲਏ ਜਾਂਦੇ ਨੇ। ਸੋ ਇਹਦੇ 'ਚ ਕਿੰਨੀ ਸੱਚਾਈ ਹੈ ਕਿੰਨੀ ਨਹੀਂ ਸੱਚਾਈ, ਇਹਦੇ ਬਾਰੇ ਮੈਂ ਬਹੁਤਾ ਕੁਝ ਕਹਿ ਨਹੀਂ ਸਕਦਾ ਕਿਉਂਕਿ ਇਹ ਹਜੇ ਗੱਲ ਸਾਹਮਣੇ ਆਈ ਹੋ ਆ ਜੇ, ਬਟ ਇਹਨਾਂ ਚੀਜ਼ਾਂ ਦੇ ਉੱਤੇ ਚੈੱਕ ਕਰਨਾ ਬਣਦਾ ਹੈ। ਤੇ ਦੂਜੀ ਗੱਲ ਹੈ ਜੀ, ਜੁਡੀਸ਼ੀਅਲ ਰਿਵਿਊ ਕਹਿੰਦੇ ਇਹ ਕਰ ਸਕਦੇ ਸਟੂਡੈਂਟ, ਇਹਦੇ ਤੋਂ ਇਲਾਵਾ ਕੋਈ ਸੋਲੂਸ਼ਨ ਨਹੀਂ ਹੈ। ਹੁਣ ਜੁਡੀਸ਼ੀਅਲ ਰਿਵਿਊ ਕਰਨ ਲਈ 3 ਜਾਂ 4 ਸਾਲ ਲੱਗ ਜਾਂਦੇ ਨੇ ਜੀ ਕੋਰਟ ਦੇ ਵਿੱਚ। ਤੇ ਮੈਨੂੰ ਇਹ ਲੱਗਦਾ ਹਰਪ੍ਰੀਤ ਜੀ, ਜੇ ਤੁਸੀਂ ਸਹਿਮਤ ਹੋਵੋ, ਕੋਈ ਵੀ ਪਬਲਿਕ ਇੰਟਰਸਟ ਦੀ ਜਿਹੜੀ ਬਾਡੀ ਬਣੀ ਹੋਈ ਹੈ, ਕੋਈ NGO ਬਣੀ ਹੋਈ ਹੈ, ਉਹਨਾਂ ਨੂੰ ਇਹਨਾਂ ਸਟੂਡੈਂਟਸ ਦੇ ਬਿਹਾਫ ਦੇ ਉੱਤੇ ਜ਼ਰੂਰ ਜੁਡੀਸ਼ਰੀ ਦੇ ਵਿੱਚ ਜਾਣਾ ਚਾਹੀਦਾ ਹੈ, ਕੋਰਟ ਦੇ ਵਿੱਚ ਜਾਣਾ ਚਾਹੀਦਾ ਹੈ, ਕਿਉਂਕਿ 3-4 ਸਾਲ ਇਹ ਸਟੂਡੈਂਟ ਤਾਂ ਇੱਥੇ ਰਹਿ ਨਹੀਂ ਪਾਣਗੇ ਜੀ ਕੋਰਟ ਕੇਸ ਲੜਨ ਲਈ। ਉਨੀਆਂ ਵਕੀਲਾਂ ਦੀਆਂ ਫੀਸਾਂ ਤਾਂ ਕਿਸੇ ਨਾ ਕਿਸੇ NGO ਨੂੰ ਜਾਂ ਕਿਸੇ ਪੋਲੀਟੀਕਲ ਪਾਰਟੀ ਨੂੰ, ਮੈਂ ਕਹਿੰਦਾ ਈਵਨ ਜਿਹੜੀ ਆਪੋਜੀਸ਼ਨ ਦੇ ਵਿੱਚ ਹੋਵੇ, ਉਹਨਾਂ ਦੇ ਕੋਈ ਮੈਂਬਰਸ ਨੂੰ ਜਾਂ ਕੋਈ ਵਕੀਲ ਜਿਹੜੇ ਅੱਗੇ ਆ ਸਕਣ, ਉਹਨਾਂ ਨੂੰ ਇਹ ਕੇਸ ਲੜਨਾ ਚਾਹੀਦਾ ਔਰ ਤਹਿ ਤੱਕ ਜਾਣਾ ਚਾਹੀਦਾ ਇਹਦੇ, ਤਾਂ ਜੋ ਸਟੂਡੈਂਟਸ ਨੂੰ ਵੀ ਲੱਗੇ ਕਿਤੇ ਕਿ ਭਾਈ ਕੈਨੇਡਾ ਬਹੁਤ ਫੇਅਰ ਹੈ। ਰਵਿੰਦਰ ਜੀ, ਅਗੇਨ ਬੜਾ ਸੋਹਣਾ ਤੁਸੀਂ ਪੁਆਇੰਟ ਲਿਆ। ਐਕਚੁਅਲੀ ਹੁਣ ਕੀ ਹੋਏਗਾ ਕਿ ਇਹ ਬੱਚਿਆਂ ਦੇ ਜਿਹੜੇ ਕੇਸਿਸ ਨੇ ਜੀ, ਪਹਿਲਾਂ ਇਮੀਗ੍ਰੇਸ਼ਨ ਰਿਵਿਊ ਬੋਰਡ ਕੋਲ ਜਾਣਗੇ। ਸੋ ਉਹਦੇ ਵਿੱਚ ਦੇਖਿਆ ਜਾਏਗਾ ਕਿ ਕੀ ਇਹ ਬੱਚਿਆਂ ਨੂੰ ਜੋ ਇਹਨਾਂ ਨੇ ਪੇਸ਼ਕਸ਼ ਕੀਤੇ ਡਾਕੂਮੈਂਟਸ, ਇਹਨਾਂ ਵੱਲੋਂ ਕੋਤਾਹੀ ਕੀਤੀ ਗਈ, ਜਾਣਬੁੱਝ ਕੇ ਕੀਤਾ ਗਿਆ, ਜਾਂ ਇਹਨਾਂ ਨਾਲ ਠੱਗੀ ਮਾਰੀ ਗਈ ਜਿਹੜੇ ਏਜੰਟਸ ਹੈਗੇ ਸੀ। ਸੋ ਉਹਦੀ ਤਹਿਕੀਕਾਤ ਚੱਲੇਗੀ। ਉਸ ਤੋਂ ਬਾਅਦ ਬੱਚੇ ਕੋਰਟ ਵਿੱਚ ਜਾ ਸਕਦੇ ਹੈਗੇ ਨੇ। ਐਂਡ ਅਗੇਨ ਬੜਾ ਲੰਮਾ ਪ੍ਰੋਸੈਸ ਹੈ, ਬਟ ਅਨਫੋਰਚੂਨੇਟਲੀ ਜਿਸ ਤਰ੍ਹਾਂ ਭਾਰਤ ਵਿੱਚ ਹੈਗਾ ਨਾ ਜੀ, ਸੂ ਮੋਰ ਨੋਟਿਸ ਲੈ ਲਿਆ ਜਾਂਦਾ ਹੈ ਕਿ ਕੋਰਟ ਆਪਣੇ ਆਪ ਹੀ ਕੇਸ ਨੂੰ, ਜਾਂ ਕੋਈ ਜਿਹੜੇ ਉੱਥੇ ਕਾਰਕੁਨ ਹੈਗੇ ਨੇ ਜਿਹੜੇ ਕਿ ਹਿਊਮਨ ਰਾਈਟਸ ਦੇ ਨਾਲ ਡੀਲ ਕਰਦੇ ਨੇ ਜਾਂ ਹੋਰ ਚੀਜ਼ਾਂ ਨਾਲ ਡੀਲ ਕਰਦੇ ਨੇ, ਉਹ ਆਪਣੇ ਆਪ ਹੀ ਨਾ ਕੇਸਿਸ ਨੂੰ ਕੋਰਟ ਵਿੱਚ ਲੈ ਜਾਂਦੇ ਨੇ। ਪਰ ਕੈਨੇਡਾ 'ਚ ਕੁਝ ਐਸਾ ਸਿਸਟਮ ਹੈ ਨਹੀਂ ਹੈਗਾ। ਸੋ ਇਸ ਕਰਕੇ ਇਹ ਤਾਂ ਬੱਚਿਆਂ ਨੂੰ ਹੀ ਅੱਗੇ ਆਉਣਾ ਪਏਗਾ। ਯੈਸ, ਡੈਫੀਨੇਟਲੀ ਜਿਹੜੀਆਂ ਸਾਡੀਆਂ ਬਹੁਤ ਸਾਰੀਆਂ ਸੰਸਥਾਵਾਂ ਹੈਗੀਆਂ ਨੇ ਆਪਣੇ ਭਾਈਚਾਰੇ ਦੀਆਂ, ਉਹਨਾਂ ਦਾ ਫਰਜ਼ ਬਣਦਾ ਹੈ ਕਿ ਇਸ ਸਮੇਂ ਇਹ ਬੱਚਿਆਂ ਦੀ ਸਹਾਇਤਾ ਕੀਤੀ ਜਾਏ। ਜੇਕਰ ਵਾਕਿਆ 'ਚ ਹੀ ਉਹਨਾਂ ਨਾਲ
ਇਹ ਹੇਰਾਫੇਰੀ ਹੋਈ ਹੈਗੀ ਹੈ, ਕਿਤੇ ਉਹਨਾਂ ਨੇ ਤਾਂ ਨਹੀਂ ਕੀਤੀ ਹੈਗੀ। ਸੋ ਇਹ ਸਾਰੀ ਕੁਝ ਚੀਜ਼ਾਂ ਚੈੱਕ ਕਰਕੇ ਜਿਹੜੇ ਬੱਚੇ ਇਹ ਬੇਗੁਨਾਹ ਹੈਗੇ ਨੇ, ਬਿਲਕੁਲ ਸਾਰੀ ਕਮਿਊਨਿਟੀ ਨੂੰ ਨਾਲ ਸਟੈਂਡ ਕਰਨਾ ਚਾਹੀਦਾ ਤੇ ਇਹਨਾਂ ਦੀ ਸਪੋਰਟ ਕਰਨੀ ਚਾਹੀਦੀ ਹੈ ਜਿੰਨੀ ਵੀ ਕਰ ਸਕਦੇ ਨੇ, ਕਿਉਂਕਿ ਕੋਰਟ ਵਿੱਚ ਜਾਣਾ ਇੱਥੇ ਸੌਖਾ ਨਹੀਂ ਹੈਗਾ, ਬਹੁਤ ਜ਼ਿਆਦਾ ਡਾਲਰਸ ਦੀ ਲੋੜ ਪਏਗੀ ਤੇ ਇਹ ਬੱਚੇ ਵਿਚਾਰੇ ਕਿੱਥੋਂ ਲੈ ਕੇ ਆਉਣਗੇ ਉਹ ਪੈਸਾ। ਆਲਰੇਡੀ ਉਹਨਾਂ ਦਾ ਕੈਰੀਅਰ ਖਰਾਬ ਹੋ ਗਿਆ ਹੈਗਾ ਕਿ ਜੀ ਉਹ ਫੇਕ ਲੈਟਰ ਦੇ ਕਾਰਨ ਹੁਣ ਜਿਹੜੀਆਂ ਬਾਹਰ ਆਈਆਂ ਨੇ, ਨਾ ਉਹਨੂੰ ਅੱਗੇ ਕੋਈ ਨੌਕਰੀ ਮਿਲਣੀ ਹੈਗੀ ਹੈ, ਨਾ ਉਹ ਕਿਤੇ ਕੰਮ ਕਰ ਸਕਣਗੇ ਤੇ ਹੁਣ ਉੱਤੇ ਹੋਰ ਬਰਡਨ ਕੋਰਟਸ ਦਾ ਕਿਸ ਤਰ੍ਹਾਂ ਇਹ ਸਹਾਰਨਗੇ। ਸੋ ਇਹ ਚੀਜ਼ਾਂ ਦੇ ਉੱਤੇ ਡੈਫੀਨਿਟਲੀ ਕਮਿਊਨਿਟੀ ਨੂੰ ਜੁਆਇਨ ਕਰਨੇ ਚਾਹੀਦੇ ਨੇ ਹੈਂਡਸ, ਤੇ ਜਿਸ ਤਰੀਕੇ ਦੀ ਵੀ ਸਪੋਰਟ ਕਰ ਸਕਦੇ ਨੇ ਜ਼ਰੂਰ ਕਰਨੀ ਚਾਹੀਦੀ ਜੀ। ਤੇ ਦੂਜੇ ਪਾਸੇ ਹਜੇ ਤੱਕ ਇਹ ਵੀ ਹਰਪ੍ਰੀਤ ਜੀ ਕਲੀਅਰ ਨਹੀਂ ਹੋ ਸਕੇ ਕੋਈ ਫੇਕ ਲੈਟਰ ਉਹਨੇ ਏਜੰਟ ਨੇ ਬਣਾਇਆ ਜਾਂ ਕਾਲਜ ਨਹੀਂ ਬਣਾ ਕੇ ਦਿੱਤਾ ਆ, ਹਜੇ ਤੱਕ ਇਹ ਵੀ ਕਲੀਅਰ ਨਹੀਂ ਕਰ ਪਾਈ, ਨਾ ਕੈਨੇਡੀਅਨ ਗਵਰਨਮੈਂਟ ਕਰ ਪਾਈ ਹੈ, ਨਾ ਇਮੀਗ੍ਰੇਸ਼ਨ ਡਿਪਾਰਟਮੈਂਟ ਕਰ ਪਾਇਆ, ਨਾ ਹੀ ਕਾਲਜ ਵੱਲੋਂ ਕੋਈ ਇਹੋ ਜਿਹੀ ਸਟੇਟਮੈਂਟ ਸ਼ਾਇਦ ਆਈ ਹੈ। ਦੇਖੋ ਕਾਲਜ ਤਾਂ ਕਿਉਂ ਕੋਈ ਫੇਕ ਲੈਟਰ ਬਣਾ ਕੇ ਭੇਜੇਗਾ ਰਵਿੰਦਰ ਜੀ, ਕਾਲਜ ਦਾ ਤੇ ਆਈ ਡਾਊਟ ਕਿ ਕੋਈ ਇਹਦੇ 'ਚ ਹੱਥ ਹੋਏਗਾ। ਇਹਦੇ ਜ਼ਿਆਦਾਤਰ ਜਿਹੜਾ ਹੈਗਾ ਕਸੂਰ ਉਹ ਟਰੈਵਲ ਏਜੰਟ ਦਾ ਹੀ ਹੋ ਸਕਦਾ ਹੈਗਾ ਜਿਸਨੇ ਕਿ ਸਭ ਕੁਝ ਕੀਤਾ। ਐਂਡ ਅਗੇਨ ਦੂਸਰੇ ਪਾਸੇ ਇਹ ਵੀ ਹੋ ਸਕਦਾ ਜੇ 16 ਤੋਂ 20 ਲੱਖ ਰੁਪਏ ਦਿੱਤੇ ਨੇ, ਸ਼ਾਇਦ ਇਹ ਦੱਸਿਆ ਹੋਏ ਕਿ ਏਜੰਟ ਨੇ ਕਿ ਜੀ ਤੁਹਾਡਾ ਬੱਚੇ ਨੂੰ ਕੋਈ ਗੱਲ ਨਹੀਂ, ਪੜ੍ਹਾਈ ਉਹਦੀ ਭਾਵੇਂ ਠੀਕ ਨਹੀਂ ਹੈਗੀ, ਉਹਨੂੰ ਮੈਂ ਐਡਮਿਸ਼ਨ ਲੈਟਰ ਦਵਾ ਦੇਣਾ। ਐਂਡ ਤੁਹਾਨੂੰ ਪਤਾ ਹੈ ਕਿ ਅਸੀਂ ਕੈਨੇਡਾ 'ਚ ਆਪਣੇ ਬੱਚੇ ਨੂੰ ਭੇਜਣ ਵਾਸਤੇ ਕਿਸੇ ਵੀ ਹੱਦ ਤੱਕ ਜਾ ਸਕਦੇ ਹੈਗੇ ਹਾਂ। ਸੋ ਹਰ ਇੱਕ ਪੋਸੀਬਿਲਿਟੀ ਹੈਗੀ। ਇਸ ਸਮੇਂ ਅਸੀਂ ਕਿਸੇ ਚੀਜ਼ ਨੂੰ ਵੀ ਪੁਆਇੰਟ ਆਊਟ ਰੂਲ ਆਊਟ ਨਹੀਂ ਕਰ ਸਕਦੇ ਤੇ ਨਾ ਹੀ ਪੁਆਇੰਟ ਆਊਟ ਕਰ ਸਕਦੇ ਕਿ ਜੀ ਇਹਦੇ ਕਾਰਨ ਇਹ ਹੋਇਆ। ਇਹ ਸਭ ਤੱਥ ਹੈਗੇ ਨੇ ਜਿਹੜੇ ਕਿ ਕੁਝ ਦੇਰ ਬਾਅਦ ਜਦੋਂ ਇਸ ਦੀ ਤਹਿਕੀਕਾਤ ਹੋਏਗੀ ਸਾਡੇ ਸਾਹਮਣੇ ਆ ਜਾਣਗੇ ਜੀ। ਇਹਦੇ ਨਾਲ ਹੀ ਹਰਪ੍ਰੀਤ ਜੀ ਮੈਂ ਇੱਕ ਹੋਰ ਛੋਟੀ ਜਿਹੀ ਉਦਾਹਰਨ ਦੇ ਦਿੰਦਾ, ਤੁਹਾਡੇ ਸਾਰੀ ਸਾਈਡ ਦੀ ਗੱਲ ਆ। ਇੱਕ ਲੜਕੀ ਨੇ ਵਰਕ ਪਰਮਿਟ ਉਹਦਾ ਖਤਮ ਹੋ ਰਿਹਾ ਸੀਗਾ ਤਾਂ ਉਹਨੇ ਆਪਣੇ ਆਪ ਹੀ, ਜਿਹੜੀਆਂ ਸਾਡੇ ਪਾਰਟ ਤੇ ਗਲਤੀਆਂ ਹੁੰਦੀਆਂ ਨੇ, ਉਹਨੇ ਆਪਣੇ ਆਪ ਹੀ ਵਰਕ ਪਰਮਿਟ ਆਪਣਾ ਐਡਿਟ ਕਰਕੇ ਤੇ ਪੀਆਰ ਦੇ ਲਈ ਅਪਲਾਈ ਕਰਤਾ ਕਿ ਜੀ ਮੇਰਾ ਵਰਕ ਪਰਮਿਟ ਐਕਸਟੈਂਡ ਹੋ ਗਿਆ, ਪੀਆਰ ਲਈ ਅਪਲਾਈ ਕਰਤਾ। ਜਦੋਂ ਪੀਆਰ ਲਈ ਅਪਲਾਈ ਹੋ ਗਿਆ ਉਹਨੂੰ ਲੱਗਿਆ ਕਿ ਸਾਰਾ ਕੁਝ ਆਲ ਗੁੱਡ ਹੈ ਤੇ ਸ਼ੀ ਵੈਂਟ ਟੂ ਇੰਡੀਆ। ਜਦੋਂ ਇੰਡੀਆ ਚਲੀ ਗਈ ਉੱਥੇ ਉਹਨੂੰ ਕੋਈ ਕੰਮ ਪਿਆ, ਐਮਬੈਸੀ 'ਚ ਗਈ ਤਾਂ ਉੱਥੋਂ ਪਤਾ ਲੱਗਿਆ ਕਿ ਉਹਦਾ ਵਰਕ ਪਰਮਿਟ ਜਾਲੀ ਸੀ। ਜਦੋਂ ਕੁਐਸਚਨਿੰਗ ਕੀਤੀ ਗਈ ਉਹਨੂੰ ਕਿ ਭਾਈ ਇਹ ਕਿੱਦਾਂ ਹੋਇਆ, ਤੇ ਫਿਰ ਉਹਨੂੰ ਦੱਸਣਾ ਪਿਆ ਅਖੀਰ ਜਦੋਂ ਉਹਨੂੰ ਗ੍ਰਿਲ ਕੀਤਾ ਗਿਆ ਵੀ ਭਾਈ ਇਹ ਚੀਜ਼ ਮੈਂ ਗਲਤ ਬਣਾ ਲਈ ਸੀਗੀ, ਆਪਣੇ ਆਪ ਬਣਾ ਲਈ ਸੀਗੀ। ਸੋ ਇਹੋ ਜਿਹੀ ਕੋਈ ਵੀ ਗਲਤੀ ਸਾਨੂੰ ਸਟੂਡੈਂਟਸ ਨੂੰ ਜਾਂ ਜਿਹਨੇ ਕਿਸੇ ਨੇ ਪੀਆਰ ਅਪਲਾਈ ਕੀਤੀ ਹੈ, ਕੋਈ ਵੀ ਜਾਲੀ ਕਾਗਜ਼ ਅਸੀਂ ਨਾ ਲਗਾਈਏ, ਕਿਉਂਕਿ ਇਹਦਾ ਖਾਮਿਆਜ਼ਾ ਹੋ ਸਕਦਾ 5 ਸਾਲ ਬਾਅਦ, 10 ਸਾਲ ਬਾਅਦ ਵੀ ਭੁਗਤਣਾ ਪੈ ਜਾਏ। ਹਰੇਕ ਨੂੰ ਇਹ ਹੱਥ ਬੰਨ੍ਹ ਕੇ ਰਿਕੁਐਸਟ ਹੈ ਜੀ, ਕਦੇ ਵੀ ਇਹੋ ਜਿਹੀ ਗਲਤੀ ਨਾ ਕਰੋ, ਲਾਅ ਨੂੰ ਆਪਣੇ ਹੱਥਾਂ ਦੇ ਵਿੱਚ ਕਦੇ ਨਾ ਲਓ। ਤੇ ਅਸੀਂ ਅਗਲੀ ਖਬਰ ਵੱਲ ਆਉਂਦੇ ਹਾਂ ਜੀ, ਇਹਦੇ ਨਾਲ ਹੀ ਜੁੜਦੀ ਹੈ ਇਮੀਗ੍ਰੇਸ਼ਨ ਦੀ। ਅੱਜ ਹੀ ਵਰਕ ਪਰਮਿਟ ਕਹਿੰਦੇ ਐਕਸਟੈਂਡ ਕਰਨ ਦੀ ਗੱਲ ਕੀਤੀ ਗਈ ਹੈ ਜੀ ਇਮੀਗ੍ਰੇਸ਼ਨ ਮਿਨਿਸਟਰ ਵੱਲੋਂ। ਉਹਦੇ ਬਾਰੇ ਪਲੀਜ਼ ਜਾਣਕਾਰੀ ਦਿਓ ਦਰਸ਼ਕਾਂ ਨੂੰ। ਜੀ ਬਿਲਕੁਲ, ਇਸ ਤਰ੍ਹਾਂ ਦੇ ਜਿਹੜੀ ਅਨਾਊਂਸਮੈਂਟਸ ਨੇ ਅਸੀਂ ਆਏ ਬਗਾਏ ਸੁਣਦੇ ਹੀ ਰਹਿੰਦੇ ਹਾਂ ਕਈ ਵਾਰੀ ਕਿ ਜੀ ਜਿਹੜੇ ਇੱਥੇ ਸਟੂਡੈਂਟਸ ਨੇ ਉਹਨਾਂ ਨੂੰ ਪੱਕਾ ਕਰ ਦਿੱਤਾ ਜਾਏਗਾ, ਜਿਹੜੇ ਵਰਕ ਪਰਮਿਟ ਹੋਲਡਰਸ ਨੇ ਉਹਨਾਂ ਨੂੰ ਐਕਸਟੈਂਸ਼ਨ ਦਿੱਤੀ ਜਾਏਗੀ, ਕਿਉਂਕਿ ਅਜੇ ਵੀ ਸ਼ਾਰਟੇਜ ਆਫ ਲੇਬਰ ਜਿਹੜੀ ਇਹ ਬਹੁਤ ਜ਼ਿਆਦਾ ਹੈਗੀ ਹੈ ਕੈਨੇਡਾ ਦੇ ਵਿੱਚ। ਅਤੇ ਜ਼ਿਆਦਾਤਰ ਇਹ ਸ਼ਾਰਟੇਜ ਆਫ ਲੇਬਰ ਜਿਹੜੀ ਹੈਗੀ ਜੀ ਇਹ ਕਾਗਜ਼ੀ ਹੀ ਸਾਨੂੰ ਨਜ਼ਰ ਆਉਂਦੀ ਹੈ, ਕਿਉਂਕਿ LMI ਦੀ ਜਿਹੜੀ ਸੇਲਸ ਹੈਗੀਆਂ ਨੇ ਉਹਦੇ ਬਾਰੇ ਵੀ ਮੈਂ ਬੜਾ ਓਪਨਲੀ ਗੱਲਬਾਤ ਕਰਦਾ ਹੁੰਨਾ ਕਿ ਇਹ ਬੜੀ ਮੰਦਭਾਗੀ ਗੱਲ ਹੈਗੀ ਕਿ ਆਪਣੇ ਭਾਈਚਾਰੇ 'ਚ ਬਹੁਤ ਵੱਡੇ ਲੈਵਲ ਤੇ LMI ਜਿਹੜੇ ਨੇ ਵੇਚੇ ਜਾਂਦੇ ਹੈਗੇ ਨੇ। 40,000 ਤੋਂ ਲੈ ਕੇ 80,000 ਰੁਪਏ ਤੱਕ, $80,000 ਤੱਕ ਇਹ LMIs ਵੇਚੇ ਜਾਂਦੇ ਹੈਗੇ ਨੇ। ਤੇ ਉਹਦੇ ਵਿੱਚ ਜਦੋਂ ਇਮੀਗ੍ਰੇਸ਼ਨ ਕੰਸਲਟੈਂਟਸ ਨਾਲ ਗੱਲ ਕਰੋ ਤਾਂ ਉਹ ਕਹਿੰਦੇ ਨੇ ਜੀ ਸਾਡਾ ਤਾਂ ਇਹ 'ਚੋਂ 5-10 ਹਜ਼ਾਰ ਹੀ ਹੁੰਦਾ, ਬਾਕੀ ਦਾ ਜਿਹੜਾ ਹੈਗਾ ਬਿਜ਼ਨਸ ਵਾਲਾ ਲੈ ਜਾਂਦਾ ਜਿਹੜਾ ਕਿ ਉਹ ਆਫਰ ਕਰ ਰਿਹਾ ਹੁੰਦਾ ਹੈ। ਸੋ ਇਸ ਟ੍ਰੈਂਡ ਬੰਦ ਹੋਣਾ ਚਾਹੀਦਾ ਹੈ। ਅਸੀਂ ਡਿਸਕ੍ਰਿਮੀਨੇਸ਼ਨ ਦੀ ਗੱਲ ਕਰ ਰਹੇ ਹਾਂ, ਅਸੀਂ ਐਕਸਪਲੋਇਟੇਸ਼ਨ ਦੀ ਗੱਲ ਕਰ ਰਹੇ ਹਾਂ। ਆਪਣੇ ਹੀ ਬੱਚੇ ਨੇ, ਆਪਣੇ ਹੀ ਲੋਕ ਨੇ, ਆਪਣੇ ਹੀ ਭੈਣ ਭਰਾਵਾਂ, ਦੋਸਤਾਂ ਮਿੱਤਰਾਂ ਦੇ ਬੱਚੇ ਨੇ ਜਿਹੜੇ ਕਿ ਪੰਜਾਬ ਤੋਂ ਆ ਰਹੇ ਨੇ। ਸਾਡਾ ਤਾਂ ਇਹ ਫਰਜ਼ ਬਣਨਾ ਚਾਹੀਦਾ ਕਿ ਅਸੀਂ ਇਹਨਾਂ ਦੀ ਸਪੋਰਟ ਕਰੀਏ ਜਿਸ ਤਰ੍ਹਾਂ ਵੀ ਹੋ ਸਕਦੀ ਹੈਗੀ ਹੈ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਸੀ ਕਿ ਜੀ ਇਹ ਬੱਚੇ ਜਿਨ੍ਹਾਂ ਨੂੰ ਫੇਕ ਲੈਟਰਸ ਕਾਰਨ ਡਿਪੋਰਟ ਕੀਤਾ ਜਾ ਰਿਹਾ, ਕਮਿਊਨਿਟੀ ਨੂੰ ਅੱਗੇ ਆਉਣਾ ਚਾਹੀਦਾ ਹੈ। ਸਾਡੇ ਕਈ ਗੁਰਦੁਆਰੇ ਜਿਹੜੇ ਨੇ ਉਹਨਾਂ 'ਚ ਗੱਲਾਂ ਬਾਤਾਂ ਚੱਲ ਰਹੀਆਂ ਨੇ, ਉਹ ਸਪੋਰਟ ਵੀ ਕਰਦੇ ਨੇ, ਪਰ ਨਾਲ ਹੀ ਕਮਿਊਨਿਟੀ ਦਾ ਵੀ ਫਰਜ਼ ਬਣਦਾ ਹੈਗਾ ਕਿ ਅਸੀਂ ਐਕਸਪਲੋਇਟ ਨਾ ਕਰੀਏ ਬੱਚਿਆਂ ਨੂੰ, ਨਾ ਵਰਕ ਪਰਮਿਟ ਤੇ ਜਿਹੜੇ ਆਏ ਨੇ ਜਾਂ ਹੋਰ ਇੱਥੇ ਬੱਚੇ ਪੜ੍ਹਨ ਲਈ ਆਏ ਹੋਏ ਨੇ। ਸੋ ਸਰਕਾਰ ਵੱਲੋਂ ਜਿਹੜਾ ਇਹ ਅਨਾਊਂਸਮੈਂਟ ਕੀਤੀ ਗਈ ਇੱਕ ਚੰਗੀ ਗੱਲ ਹੈ, ਬਟ ਇੱਕ ਰੈਗੂਲੇਸ਼ਨ ਦੀ ਲੋੜ ਹੈਗੀ, ਇੱਕ ਸਟ੍ਰੀਮਲਾਈਨ ਕਰਨ ਦੀ ਲੋੜ ਹੈਗੀ ਸਿਸਟਮ ਨੂੰ। ਸਿਸਟਮ ਦੇ ਵਿੱਚ ਕਾਫੀ ਕਮੀਆਂ ਹੈਗੀਆਂ ਨੇ, ਕਾਫੀ ਖਾਮੀਆਂ ਹੈਗੀਆਂ ਨੇ ਜਿਨ੍ਹਾਂ ਦਾ ਦੁਰਉਪਯੋਗ ਕੀਤਾ ਜਾਂਦਾ ਹੈ। ਤੇ ਕਈ ਵਾਰੀ ਜਿਹੜੇ ਗਲਤ ਟਰੈਵਲ ਕੰਸਲਟੈਂਟਸ ਨੇ, ਇਮੀਗ੍ਰੇਸ਼ਨ ਕੰਸਲਟੈਂਟਸ ਨੇ, ਉਹ ਸਿਰਫ ਇਹ ਵੇਖਦੇ ਨੇ ਕਿ ਉਹਨਾਂ ਦਾ ਪੈਸਾ ਕਿੱਥੋਂ ਬਣਾ ਹੈ। ਅਗੇਨ ਮੈਂ ਸਾਰਿਆਂ 'ਤੇ ਉਂਗਲਾਂ ਨਹੀਂ ਚੁੱਕਦਾ, ਬਹੁਤ ਚੰਗੇ ਵੀ ਹੈਗੇ ਨੇ ਜਿਹੜੇ ਚੰਗੇ ਕੰਮ ਵੀ ਕਰ ਰਹੇ ਨੇ, ਪਰ ਜਿਹੜੇ ਗਲਤ ਕੰਮ ਕਰਦੇ ਨੇ ਉਹਨਾਂ ਦੇ ਲਈ ਹੋਰ ਸਖਤਾਈ ਹੋਣੀ ਚਾਹੀਦੀ ਹੈ ਤਾਂ ਕਿ ਇੱਕ ਮੈਸੇਜ ਜਾਵੇ ਕਿ ਇੱਥੇ ਐਕਸਪਲੋਇਟੇਸ਼ਨ ਜਿਹੜੀ ਹੁੰਦੀ ਹੈ ਇਸ ਨਾਂ ਦੇ ਉੱਤੇ ਕਿ ਬਈ ਤੁਹਾਨੂੰ ਅਸੀਂ ਪੇਪਰ ਲੈ ਦਾਂਗੇ, ਤੁਸੀਂ ਪੱਕੇ ਹੋ ਜਾਓਗੇ, ਇਹ ਬੰਦ ਹੋਣਾ ਚਾਹੀਦਾ ਹੈ। ਇੱਕ ਸਟ੍ਰੀਮਲਾਈਨ ਸਿਸਟਮ ਹੋਏ ਜਿਹਦੇ 'ਚ ਕਿ ਸਭ ਕੁਝ ਲਿਖਿਆ ਹੋਏ, ਬੱਚਿਆਂ ਨੂੰ ਵੀ ਪਤਾ ਹੋਏ ਵਰਕ ਪਰਮਿਟ 'ਤੇ ਜਿਹੜਾ ਆਇਆ ਹੈ
ਉਹਨੂੰ ਵੀ ਪਤਾ ਹੋਏ ਕਿ ਜੀ ਮੈਂ ਕਿਹੜੇ ਸਟੈਪਸ ਨੂੰ ਫੋਲੋ ਕਰਨਾ ਹੈ ਜਿਸ ਤੋਂ ਬਾਅਦ ਮੈਂ ਕੁਆਲੀਫਾਈ ਕਰਦਾ ਇੱਥੇ ਪਰਮਨੈਂਟ ਹੋਣ ਲਈ। ਸੋ ਜਦੋਂ ਸਭ ਕੁਝ ਹੋਏਗਾ ਲਿਖਿਆ ਹੋਇਆ, ਉਹਦੇ ਨਾਲ ਈਜ਼ੀ ਵੇ ਦੇ ਵਿੱਚ ਬੱਚੇ ਨੂੰ ਸਮਝ ਆਏਗੀ, ਤੇ ਨਾਲ ਜਿਹੜੇ ਇਹ ਅਨਰੈਗੂਲੇਟਡ ਜਾਂ ਗਲਤ ਤਰੀਕੇ ਨਾਲ ਬੱਚਿਆਂ ਨੂੰ ਜੋ ਐਕਸਪਲੋਇਟ ਕਰਦੇ ਨੇ, ਇਹ ਕੰਮ ਬੰਦ ਹੋਏਗਾ। ਸੋ ਮੈਂ ਸਵਾਗਤ ਕਰਦਾ ਸਰਕਾਰ ਦੀ ਇਸ ਅਨਾਉਂਸਮੈਂਟ ਦਾ ਕਿ ਇਸ ਨੂੰ ਐਕਸਟੈਂਡ ਕਰ ਰਹੇ ਹੈਗੇ ਨੇ, ਪਰ ਨਾਲ ਅਜੇ ਇਸ ਨੂੰ ਹੋਰ ਰਿਫਾਈਨ ਕਰਨ ਦੀ ਲੋੜ ਹੈ, ਹੋਰ ਇਸ ਨੂੰ ਬੈਟਰ ਕਰਨ ਦੀ ਲੋੜ ਹੈਗੀ। ਜੀ ਬਿਲਕੁਲ, ਮੈਨੂੰ ਲੱਗਦਾ ਆ ਹਰਪ੍ਰੀਤ ਜੀ, ਮੈਂ ਇਹਦੇ ਵਿੱਚ ਇੱਕ ਹੋਰ ਸਲਾਹ ਆਪਣੀ ਐਡ ਕਰ ਦਿੰਦਾ ਆ, ਕਿਉਂਕਿ ਵਰਕ ਪਰਮਿਟ ਨੂੰ ਐਕਸਟੈਂਡ ਕਰੀ ਜਾਣਾ ਜੀ, 1.5 ਸਾਲ ਐਕਸਟੈਂਡ ਕਰਤਾ ਅੱਜ ਉਹਨਾਂ ਨੇ, ਪਰ ਜਿਹੜੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੀ ਉਹਨਾਂ ਨੇ ਡਰਾ ਕੱਢਣਾ ਹੁੰਦਾ ਆ, ਉਹਦੇ ਤੇ ਲੰਮੀ ਵੇਟਿੰਗ ਲਾਤੀ ਹੈ, ਤਕਰੀਬਨ ਸਾਲ ਤੋਂ ਉੱਤੇ ਹੋ ਗਿਆ ਸ਼ਾਇਦ ਜੀ। ਸੋ ਜੇ ਇਹਨਾਂ ਨੂੰ ਵਰਕਰ ਚਾਹੀਦੇ ਨੇ ਔਰ ਕੈਨੇਡੀਅਨ ਐਕਸਪੀਰੀਅੰਸ ਕਲਾਸ ਵਰਕਰ ਇਹਨਾਂ ਕੋਲੇ ਆਲਰੇਡੀ ਮੌਜੂਦ ਨੇ ਇੱਥੇ, ਮੈਨੂੰ ਲੱਗਦਾ ਕਿ ਪਾਲਿਸੀਜ਼ ਨਾ ਇਹ ਲੋਕਾਂ ਦੇ ਵਿੱਚ ਆਮ ਚਰਚਾ ਹੋਣ ਲੱਗ ਗਈ ਹੈ ਕਿ ਜਿਹੜਾ ਦਿਲ ਕਰਦਾ ਹੈ ਜੀ ਉਹੀ ਚੀਜ਼ ਨੂੰ ਇਹ ਪਾਲਿਸੀ ਬਣਾ ਕੇ ਅੱਗੇ ਐਕਸਟੈਂਡ ਕਰ ਦਿੰਦੇ, ਬਟ ਜਿਹੜੀ ਚੀਜ਼ ਹੋਣੀ ਚਾਹੀਦੀ ਹੈ ਇਹਨਾਂ ਕੋਲੇ, ਉਹ ਬੰਦੇ ਇਹਨਾਂ ਦੇ ਪੱਕੇ PR ਹੁੰਦੇ ਨੇ ਜੀ, ਔਰ ਪੱਕਾ ਇੱਥੇ ਕੰਮ ਕਰਨ ਵਾਲੇ ਬੰਦੇ ਨੇ, ਔਰ ਕੈਨੇਡਾ ਦਾ ਐਕਸਪੀਰੀਅੰਸ ਹੈ ਉਹਨਾਂ ਕੋਲੇ। ਉਹਨਾਂ ਸਟੂਡੈਂਟਸ ਨੂੰ ਤਾਂ ਇਹਨਾਂ ਨੇ ਸਾਈਡ ਤੇ ਛਿੱਕੇ ਟੰਗਿਆ ਹੋਇਆ ਆ, ਪਰ ਇਹ ਕਹਿੰਦੇ ਭਾਈ ਕੋਈ ਨਹੀਂ, ਫਿਰ ਵੀ ਸਲੇਵ ਬਣ ਕੇ ਰਹੋ, ਤੁਸੀਂ ਇੱਥੇ ਕੰਮ ਕਰੀ ਜਾਓ, ਜੇ ਵਰਕ ਪਰਮਿਟ ਚਾਹੀਦਾ ਤਾਂ ਅਸੀਂ ਐਕਸਟੈਂਡ ਕਰ ਦਿੰਦੇ ਹਾਂ। ਵੈਲ ਇਦਾਂ ਦੀਆਂ ਵੀ ਚੀਜ਼ਾਂ ਚੱਲ ਰਹੀਆਂ ਨੇ। ਨੋ ਆਈ ਐਗਰੀ ਵਿਦ ਯੂ ਅਰਵਿੰਦਰ ਜੀ, ਆਈ ਐਗਰੀ, ਜਿਹੜੀ ਤੁਸੀਂ ਗੱਲ ਕਰ ਰਹੇ ਹੋ ਬਿਲਕੁਲ ਇੱਕ ਸਿਸਟਮ ਸਟ੍ਰੀਮਲਾਈਨ ਤਦ ਹੀ ਮੈਂ ਕਹਿ ਰਿਹਾ ਹੋਣਾ ਚਾਹੀਦਾ ਹੈ, ਪਰ ਜਿਹੜੇ ਬੰਦੇ ਇੱਥੇ ਕੰਮ ਕਰ ਰਹੇ ਨੇ ਉਹਨਾਂ ਨੇ ਤੇ ਇੱਥੇ ਰਹਿਣਾ ਹੈ ਪੱਕਾ, ਬਹੁਤ ਘੱਟ ਹੋਣਗੇ ਜਿਹੜੇ ਵਾਪਸ ਜਾਣਗੇ ਉਹਦੇ ਵਿੱਚੋਂ। ਸੋ ਜਦੋਂ ਪਤਾ ਹੈ ਸਰਕਾਰ ਨੂੰ ਇੰਟੈਂਸ਼ਨ ਕੀ ਹੈਗੀ ਤੇ ਉਹ ਬੰਦੇ ਕੰਮ ਵੀ ਕਰ ਰਹੇ ਨੇ, ਤਾਂ ਬਜਾਏ ਕਿ ਉਹਨਾਂ ਨੂੰ ਬਾਰ-ਬਾਰ ਐਕਸਟੈਂਸ਼ਨ ਦਿੱਤੀ ਜਾਏ, ਉਹਨਾਂ ਦਾ ਕੰਮ ਛੇਤੀ ਹੋਣਾ ਚਾਹੀਦਾ। ਪਰ ਜੇਕਰ ਨਹੀਂ ਕੰਮ ਹੋ ਰਿਹਾ, ਵਾਪਸ ਭੇਜਣ ਨਾਲੋਂ ਐਕਸਟੈਂਸ਼ਨ ਦੇਣੀ, ਆਈ ਥਿੰਕ ਦੈਟਸ ਅ ਗੁੱਡ ਵੇ, ਲੇਕਿਨ ਸਟ੍ਰੀਮਲਾਈਨ ਕਰਨ ਦੀ ਬਹੁਤ ਜ਼ਰੂਰਤ ਹੈਗੀ ਹੈ। ਇਹ ਸਾਰਾ ਸਿਸਟਮ ਇਸ ਸਮੇਂ ਨਾ ਬਹੁਤ ਖਿਚੜੀ ਬਣੀ ਹੋਈ ਹੈ ਜੇ ਮੈਂ ਕਹਾਂ, ਤੇ ਇਸ ਸਿਸਟਮ ਨੂੰ ਠੀਕ ਕਰਨ ਵਾਸਤੇ ਸਰਕਾਰ ਨੂੰ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਇੱਕ ਪਾਸੇ ਤਾਂ ਕਹੀ ਜਾ ਰਹੀ ਜੀ ਅਸੀਂ ਬੰਦੇ ਲਿਆਣੇ ਨੇ ਇੱਥੇ, ਪਰ ਬੰਦੇ ਤੁਸੀਂ ਲਿਆ ਕੇ ਇੱਥੇ ਕਿੱਥੇ ਕਰਨਾ ਹੈ, ਉਹਨਾਂ ਨੂੰ ਕਿੱਥੇ ਛੱਡਣਾ ਹੈ, ਕਿੱਥੇ ਕੰਮ ਕਰਵਾਉਣਾ ਉਹਨਾਂ ਕੋਲੋਂ? ਜਿਹੜੇ ਪਹਿਲਾਂ ਇੱਥੇ ਆਏ ਨੇ ਉਹ ਤਾਂ ਭਟਕ ਰਹੇ ਨੇ, ਕੋਈ ਤੁਹਾਡੇ ਕੋਲ ਇੱਕ ਪਾਲਿਸੀ ਨਹੀਂ ਹੈਗੀ ਜਿਹਦੇ ਅਧੀਨ ਉਹ ਪੱਕੇ ਹੋ ਸਕਣ, ਜਾਂ ਸਹੀ ਟਾਈਮ ਦੇ ਉੱਤੇ ਇੱਕ ਸਿਸਟਮ ਫਰੇਮਵਰਕ ਹੋਏ ਜਿਹਦੇ 'ਚ ਉਹ ਸੈਟਅਪ ਹੋ ਸਕਣ। ਸੋ ਤੁਸੀਂ ਬੰਦੇ ਲਿਆ ਕੇ ਤੇ ਸਿਰਫ ਸੁੱਟੀ ਜਾ ਰਹੇ ਹੋ, ਕਿੱਥੇ ਜਾਣਗੇ ਉਹ, ਕਿੱਥੇ ਕੰਮ ਕਰਨਗੇ? ਆਲਰੇਡੀ ਰਿਸੈਸ਼ਨ ਦੀਆਂ ਗੱਲਾਂ ਚੱਲ ਰਹੀਆਂ ਨੇ। ਅੱਜ ਹੀ ਇੱਕ RBC ਨੇ ਰਿਪੋਰਟ ਕਹੀ ਹੈ ਕਿ ਮਿਡ 2023 ਦੇ ਵਿੱਚ ਰਿਸੈਸ਼ਨ ਜਿਹੜਾ ਹੈ ਕੈਨੇਡਾ ਨੂੰ ਹਿੱਟ ਕਰ ਰਿਹਾ ਹੈਗਾ, ਤੇ ਰਿਸੈਸ਼ਨ ਦਾ ਮਤਲਬ ਹੁੰਦਾ ਹੈ ਕਿ ਆਲਰੇਡੀ ਜਿਹੜਾ ਅਸੀਂ ਦੇਖ ਰਹੇ ਹਾਂ ਕਿ ਮੰਦਵਾੜੀ ਸ਼ੁਰੂ ਹੋਈ ਹੈ, ਉਹ ਜ਼ਿਆਦਾ ਅਸਰ ਪਾਏਗੀ, ਨੌਕਰੀਆਂ ਘਟਣਗੀਆਂ, ਅਨਐਮਪਲੋਇਮੈਂਟ ਵਧੇਗੀ। ਤਾਂ ਕਿੱਥੇ ਜਾਣਗੇ ਇਹ ਸਾਰੇ ਲੋਕ ਜਿਹੜੇ ਤੁਸੀਂ ਇੱਥੇ ਲੈ ਕੇ ਆ ਰਹੇ ਹੋ? ਸਿਸਟਮ ਨੂੰ ਸਹੀ ਕੀਤਾ ਜਾਏ, ਜਿਹੜਾ ਬੰਦਾ ਇੱਥੇ ਆਏ ਉਹ ਸੈਟਅਪ ਹੋ ਸਕੇ, ਜਿਹੜਾ ਵਰਕ ਪਰਮਿਟ ਤੇ ਆ ਰਿਹਾ ਉਸ ਨੂੰ ਪਤਾ ਹੋਏ ਕਿ ਇੰਨੇ ਟਾਈਮ ਫਰੇਮ ਦੇ ਵਿੱਚ ਮੈਂ ਪੱਕਾ ਹੋ ਜਾਣਾ ਹੈ, ਤੇ ਬਾਰ-ਬਾਰ ਉਸ ਨੂੰ ਭਟਕਣਾ ਨਾ ਪਵੇ ਸਰਕਾਰੀ ਦਫ਼ਤਰਾਂ ਦੇ ਵਿੱਚ ਜਾਂ ਇਹ ਟਰੈਵਲ ਏਜੰਟਸ ਕੋਲ। ਇੱਕ ਸਿਸਟਮ ਨੂੰ ਰੈਗੂਲੇਟ ਕਰਨ ਦੀ ਲੋੜ ਹੈਗੀ ਜੀ। ਤੇ ਇਹਦੇ ਨਾਲ ਹੀ ਆਪਾਂ ਗੱਲ ਕਰਾਂਗੇ ਜੀ ਸਿਸਟਮ ਦੀ। ਸਿਸਟਮ ਪੰਜਾਬ ਦੇ ਵਿੱਚ ਵੀ ਬੜਾ ਉਖੜਿਆ ਹੋਇਆ ਅੱਜ ਕੱਲ੍ਹ, ਜੇਲ੍ਹਾਂ ਦੇ ਵਿੱਚੋਂ ਇੰਟਰਵਿਊ ਨਸ਼ਰ ਹੋ ਰਹੇ ਨੇ, ਉਹਦੇ ਬਾਰੇ ਜ਼ਰੂਰ ਸਾਨੂੰ ਨਾ, ਕਿਉਂਕਿ ਕੈਨੇਡਾ ਦੀਆਂ ਜੇਲ੍ਸ ਔਰ ਪੰਜਾਬ ਦੀਆਂ ਜਾਂ ਭਾਰਤ ਦੀਆਂ ਜੇਲ੍ਸ ਬਾਰੇ ਸਾਨੂੰ ਡਿਫਰੈਂਸ ਦੱਸਿਓ। ਉੱਥੇ ਬਹੁਤ ਹਾਹਾਕਾਰ ਮਚੀ ਹੋਈ ਹੈ ਜੀ। ਲਾਰੈਂਸ ਬਿਸ਼ਨੋਈ ਇੱਕ ਗੈਂਗਸਟਰ ਨੇ, ਉਹਨਾਂ ਦੇ 2 ਇੰਟਰਵਿਊ ਰਿਲੀਜ਼ ਹੋ ਗਏ ਨੇ, ਇੱਕ ਪਹਿਲਾਂ ਹੋਇਆ ਉਹਦੇ ਤੇ ਬਵਾਲ ਹੋਇਆ, ਹੁਣ ਇੱਕ ਹੋਰ ਇੰਟਰਵਿਊ ਉਹਨਾਂ ਦਾ ਅੱਜ ਹੀ ਰਿਲੀਜ਼ ਹੋ ਗਿਆ, ਜਦੋਂ ਕਿ DGP ਪੰਜਾਬ ਕਹਿ ਰਹੇ ਨੇ ਕਿ ਪੰਜਾਬ ਦੀ ਜੇਲ੍ਹ ਦੇ ਵਿੱਚੋਂ ਸਾਡਾ ਇੰਟਰਵਿਊ ਨਹੀਂ ਹੋਇਆ ਜਿਹੜਾ ਪਹਿਲਾ ਇੰਟਰਵਿਊ ਸੀ। ਤਾਂ ਉਦੋਂ ਅਗਲੇ ਦਿਨ ਇੱਕ ਨਿੱਜੀ ਚੈਨਲ ਵੱਲੋਂ ਦੂਜਾ ਇੰਟਰਵਿਊ ਜਾਰੀ ਕੀਤਾ ਜਾਂਦਾ ਆ, ਉਸੇ ਡਰੈਸ ਦੇ ਵਿੱਚ, ਉਸੇ ਹੁਲੀਏ ਦੇ ਵਿੱਚ, ਜਿਸ ਦੇ ਵਿੱਚ DGP ਕਹਿ ਰਹੇ ਸੀ ਕਿ ਜੀ ਲਾਰੈਂਸ ਬਿਸ਼ਨੋਈ ਦਾ ਬਠਿੰਡਾ ਜੇਲ੍ਹ ਦੇ ਵਿੱਚ ਤਾਂ ਆਹ ਹੁਲੀਆ ਸੀ, ਤੇ ਇਹਦਾ ਮਤਲਬ ਇਹ ਇੰਟਰਵਿਊ ਸਾਡੇ ਕੋਲੇ ਨਹੀਂ ਹੋਇਆ, ਸਾਡੀ ਜੇਲ੍ਹ ਦੇ ਵਿੱਚ ਨਹੀਂ ਹੋਇਆ। ਪਰ ਦੂਜੇ ਦਿਨ ਉਸੇ ਹੁਲੀਏ ਦੇ ਵਿੱਚ ਦੂਜਾ ਇੰਟਰਵਿਊ ਜਾਰੀ ਕੀਤਾ ਜਾਂਦਾ। ਇਟਸ ਅ ਮੌਕਰੀ ਆਫ ਅ ਸਿਸਟਮ ਦੇਅਰ। There's no doubt about it ਜੀ, ਇਟਸ ਅ ਮੌਕਰੀ ਆਫ ਦ ਸਿਸਟਮ। ਹਾਸੋਹੀਣੀ ਗੱਲਾਂ ਹੈਗੀਆਂ ਕਿ ਜੇਲ੍ਹ 'ਚ ਇੱਕ ਬੈਠਾ ਬੰਦਾ ਜਿਹੜਾ ਹੈਗਾ ਉਸ ਦੀ ਇੰਟਰਵਿਊ ਹੋ ਰਹੀ ਹੈ ਤੇ ਉਹ ਪ੍ਰਕਾਸ਼ਿਤ ਹੋ ਰਹੀ ਹੈ। ਇਹ ਬਹੁਤ ਹਾਸੋਹੀਣੀ ਗੱਲ ਹੈ, ਤੇ ਜੋ DGP ਵੀ ਕਹਿ ਰਹੇ ਨੇ ਕਿ ਜੀ ਇਹ ਨਹੀਂ ਹੋਇਆ। ਬਹਰਹਾਲ ਸਵਾਲ ਇਹ ਹੁੰਦਾ ਜੀ ਕਿ ਜਿਹੜੀ ਤੁਸੀਂ ਸਵਾਲ ਪੁੱਛਿਆ ਪੰਜਾਬ ਦੀ ਜੇਲ੍ਹਾਂ ਤੇ ਇੱਥੋਂ ਦੀ ਜੇਲ੍ਹਾਂ ਦਾ ਫਰਕ ਇਹ ਹੈਗਾ ਜੀ ਕਿ ਇੱਥੇ ਜਿਹੜੀਆਂ ਜੇਲ੍ਹਾਂ ਨੇ ਇੱਕ ਤਰ੍ਹਾਂ ਦੀਆਂ ਬਹੁਤ 1000 ਟਾਈਮਸ ਬੈਟਰ ਹੈਗੀਆਂ ਨੇ ਪੰਜਾਬ ਦੇ ਨਾਲੋਂ। ਪੰਜਾਬ 'ਚ ਤੁਹਾਡੇ ਕੋਲ ਪੈਸਾ ਹੈ ਜਾਂ ਤੁਹਾਡੇ ਕੋਲ ਕੋਈ ਇਨਫਲੂਐਂਸ ਹੈਗਾ ਤੇ ਤੁਸੀਂ ਕੁਝ ਵੀ ਜੇਲ੍ਹ 'ਚ ਕਰਵਾ ਸਕਦੇ ਹੋ, ਤੇ ਇਹੀ ਚੀਜ਼ ਸ਼ਾਇਦ ਹੋਈ ਬਿਸ਼ਨੋਈ ਦੀ, ਜਿਹੜੀ ਕਿ ਉਹਦੀ ਇੰਟਰਵਿਊ ਲਈ ਗਈ ਜੇਲ੍ਹ ਦੇ ਅੰਦਰ। ਪਰ ਇੱਥੇ ਸਭ ਵਾਸਤੇ ਕਾਨੂੰਨ ਜਿਹੜਾ ਉਹ ਬਰਾਬਰ ਹੈਗਾ ਜੇਲ੍ਹ ਦੇ ਅੰਦਰ। ਇੱਥੇ ਕਿਸੇ ਨੂੰ A ਜਾਂ B ਕੈਟੇਗਰੀ ਦੇ ਵਿੱਚ ਨਹੀਂ ਡਿਵਾਈਡ ਕੀਤਾ ਜਾਂਦਾ। ਭਾਰਤ 'ਤੇ ਹੈਗਾ ਤੁਸੀਂ ਜੇਕਰ ਗ੍ਰੈਜੂਏਸ਼ਨ ਕੀਤੀ ਹੋਈ ਹੈ ਤਾਂ ਤੁਹਾਨੂੰ ਬੈਟਰ ਸੈੱਲ ਮਿਲ ਜਾਂਦਾ ਹੈਗਾ। ਇੱਥੇ ਐਸੀ ਗੱਲ ਨਹੀਂ ਹੈਗੀ। ਇੱਥੇ ਜੇਲ੍ਹਾਂ ਦੇ ਵਿੱਚ TV ਨੇ, ਸਭ ਕੋਲ ਹੈਗੇ ਨੇ, ਉਹ ਐਂਟਰਟੇਨਮੈਂਟ ਵੀ ਕਰਦੇ ਹੈਗੇ ਨੇ। ਸੋ ਸਾਰੀ ਫੈਸਿਲਿਟੀਜ਼ ਇੱਥੇ ਹੈਗੀਆਂ ਨੇ। ਪਰ ਭਾਰਤ ਦੇ ਵਿੱਚ ਜਿਹੜਾ ਹੈਗਾ ਤੁਹਾਡੇ ਇਨਫਲੂਐਂਸ ਕਰਕੇ ਜਾਂ ਪੈਸੇ ਕਰਕੇ ਤੁਹਾਨੂੰ ਉਹ ਸਭ ਚੀਜ਼ਾਂ ਮਿਲ ਸਕਦੀਆਂ ਹੈਗੀਆਂ ਨੇ। ਸੋ ਕੋਈ ਕੰਪੈਰੀਜ਼ਨ ਉਹ ਨਹੀਂ ਹੈਗਾ।
ਲੇਕਿਨ ਦੂਸਰੇ ਪਾਸੇ ਜਿਹੜੀ ਗੱਲ ਹੈ ਹੈਰਾਨੀਜਨਕ ਕਿ ਸ਼ਾਇਦ ਇੱਥੇ ਵੀ ਅੰਦਰ ਜੇਲ੍ਹ ਦੇ ਤੁਸੀਂ ਜਾ ਕੇ ਕਿਸੇ ਕ੍ਰਿਮੀਨਲ ਦੀ ਇੰਟਰਵਿਊ ਨਹੀਂ ਕਰ ਸਕਦੇ ਜਦ ਤੱਕ ਤੁਸੀਂ ਸਾਰਾ ਪ੍ਰੋਟੋਕੋਲ ਜਿਹੜਾ ਉਹ ਫੋਲੋ ਨਹੀਂ ਕਰਦੇ। ਪਰ ਭਾਰਤ ਦੇ ਵਿੱਚ ਇਹ ਜੋ ਕੁਝ ਹੋਇਆ ਹੈ, ਮੈਨੂੰ ਤਾਂ ਹੈਰਾਨੀ ਹੁੰਦੀ ਹੈ ਕਿ ਜੀ ਉੱਥੋਂ ਦਾ ਜਿਹੜਾ ਜੇਲ੍ਹ ਦਾ ਸੁਪਰਿੰਟੈਂਡੈਂਟ ਹੈਗਾ ਉਸਨੇ ਕਿਵੇਂ ਅਲਾਉ ਕਰ ਦਿੱਤਾ ਇਸ ਜਰਨਲਿਸਟ ਨੂੰ ਕਿ ਉੱਥੇ ਜਾ ਕੇ ਉਸਨੇ ਇੰਟਰਵਿਊ ਕਰ ਲਈ। ਸੋ ਬੜੀ ਹਾਸੋਹੀਣੀ ਤੇ ਹੈਰਾਨੀਜਨਕ ਗੱਲ ਹੈਗੀ ਹੈ ਕਿ ਜੇਲ੍ਹ ਦੇ ਅੰਦਰੋਂ ਸੰਦੇਸ਼ ਦਿੱਤਾ ਜਾ ਰਿਹਾ ਬਿਸ਼ਨੋਈ ਵੱਲੋਂ। ਕਾਫੀ ਅਲਾਰਮਿੰਗ ਚੀਜ਼ ਹੈਗੀ ਹੈ ਤੇ ਇਹ ਅਗੇਨ ਇੱਕ ਚੀਜ਼ ਹੋਰ ਦਰਸਾਉਂਦੀ ਹੈਗੀ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਕਿਸ ਤਰੀਕੇ ਦੀ ਹੈਗੀ ਹੈ। ਕੋਈ ਵੀ ਸਰਕਾਰ ਹੈ, ਭਾਵੇਂ ਉਹ ਅਕਾਲੀਆਂ ਦੀ ਸੀ, ਕਾਂਗਰਸ ਦੀ ਸੀ ਜਾਂ ਹੁਣ ਆਮ ਆਦਮੀ ਪਾਰਟੀ ਦੀ ਹੈਗੀ ਹੈ, ਸ਼ਾਇਦ ਲੱਗਦਾ ਹੈ ਪੁਲਿਸ ਜਾਂ ਇਹਨਾਂ ਦੀ ਲਾਅ ਐਂਡ ਇਨਫੋਰਸਮੈਂਟ ਮਸ਼ੀਨਰੀ ਇਹਨਾਂ ਦੇ ਹੱਥ 'ਚ ਨਹੀਂ ਹੈਗੀ। ਪੈਸਾ ਦੇ ਕੇ ਜਾਂ ਇਨਫਲੂਐਂਸ ਨਾਲ ਤੁਸੀਂ ਕੁਝ ਵੀ ਕੰਮ ਕਰਾ ਸਕਦੇ ਹੋ। ਜੀ, ਇਸ ਤੋਂ ਪਹਿਲਾਂ ਬਲਵੰਤ ਸਿੰਘ ਰਾਜੋਆਣਾ ਦੀ ਵੀ ਇੱਕ ਬੜੇ ਸੀਨੀਅਰ ਜਰਨਲਿਸਟ ਨੇ ਜੀ, ਉਹਨਾਂ ਨੇ ਬਾਅਦ 'ਚੋਂ ਵਿਧਾਇਕ ਵੀ ਰਹੇ ਨੇ, ਸਰਕਾਰ ਦੇ ਵਿੱਚ ਆ ਗਈ ਸੀ, ਕਾਨੂੰਨ ਦੇ ਵਿੱਚ ਆ ਗਏ ਸੀ, ਪਰ ਬਤੌਰ ਜਰਨਲਿਸਟ ਉਹਨਾਂ ਨੇ ਇਲੀਗਲ ਤਰੀਕੇ ਦੇ ਨਾਲ ਬਲਵੰਤ ਸਿੰਘ ਰਾਜੋਆਣਾ ਦੀ ਇੰਟਰਵਿਊ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਦੋਂ ਅਕਾਲੀਆਂ ਦੀ ਸਰਕਾਰ ਸੀ ਤੇ ਉਦੋਂ ਵੀ ਬਹੁਤ ਰੌਲਾ ਪਿਆ ਸੀ, ਪਰ ਇਹ ਜਿਹੜਾ ਇੰਟਰਵਿਊ ਹੋਇਆ ਵੀਡੀਓ ਕਾਲ ਤੇ ਹੋਇਆ, ਜਿਹਦੇ ਵਿੱਚ ਪੱਤਰਕਾਰ ਸਾਹਿਬ ਬੜੇ ਸੀਨੀਅਰ ਜਰਨਲਿਸਟ ਨੇ ਜੀ, ਉਹ ਵੀ ਉਹਨਾਂ ਨੇ ਪੁੱਛਿਆ ਆ ਕਿ ਭਾਈ ਤੇਰੇ ਕੋਲੇ ਫੋਨ ਕਿੱਦਾਂ ਪਹੁੰਚ ਜਾਂਦੇ ਨੇ ਅੰਦਰ, ਤੇ ਬੜਾ ਬੇਬਾਕੀ ਨਾਲ ਸਾਰੇ ਜਵਾਬ ਦਿੱਤੇ ਗਏ ਨੇ। ਬੜੀ ਕਮਾਲ ਦੀ ਗੱਲ ਹੈ ਜੀ ਇਹ ਕਿ ਸਾਰੀ ਸਰਕਾਰ ਸਿਰਫ ਇਸ ਇੰਟਰਵਿਊ ਕਰਕੇ ਹਿੱਲ ਗਈ ਹੈ, ਜਦ ਕਿ ਮਸ਼ਹੂਰ ਗਾਇਕ ਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਬਰਸੀ 19 ਤਰੀਕ ਨੂੰ ਆ। ਉਦੋਂ ਪਹਿਲਾਂ 2 ਇੰਟਰਵਿਊ ਜਾਰੀ ਹੋ ਜਾਣੇ ਉਸ ਕੇਸ ਦੇ ਵਿੱਚ, ਜਿਹੜਾ ਬੰਦਾ ਕਥਿਤ ਦੋਸ਼ੀ ਹੈ ਉਹਦੇ ਇੰਟਰਵਿਊ ਜਾਰੀ ਹੋ ਜਾਣੇ, ਔਰ ਉਹ ਐਡਮਿਟ ਕਰ ਰਿਹਾ ਕਿ ਅਸੀਂ ਉਹ ਚੀਜ਼ਾਂ ਕੀਤੀਆਂ ਨੇ। ਯਾਨੀ ਕਿ ਪੋਲੀਟੀਕਲ ਸਿਸਟਮ ਸਾਰਾ ਹਿਲਾ ਕੇ ਰੱਖ ਦਿੱਤਾ ਹੈ ਜੀ ਪੰਜਾਬ ਦੇ ਵਿੱਚ। ਇਹਦੇ ਨਾਲ ਹੀ ਹਰਪ੍ਰੀਤ ਜੀ ਇਹਦੇ ਨਾਲ ਹੀ ਜੀ ਜਿਹੜੀ ਤੁਸੀਂ ਗੱਲ ਕੀਤੀ ਜੀ ਸਿੱਧੂ ਮੂਸੇਵਾਲੇ ਦੀ 19 ਤਰੀਕ ਨੂੰ ਬਰਸੀ ਹੈਗੀ, ਸਾਲ ਹੋ ਗਿਆ ਜੀ, ਤੇ ਉਹਨਾਂ ਦੇ ਮਾਤਾ ਪਿਤਾ ਵੀ ਤੁਸੀਂ ਦੇਖ ਹੀ ਰਹੇ ਹੋ ਕਿਸ ਤਰ੍ਹਾਂ ਦੁਹਾਈਆਂ ਪਾ ਰਹੇ ਨੇ। ਉਹਨਾਂ ਨੇ ਬਾਹਰ ਵੀ ਆਏ ਹੋ, ਉਸ ਤੋਂ ਬਾਅਦ ਧਰਨੇ ਵੀ ਦਿੱਤੇ ਹੈਗੇ ਨੇ, ਪੋਲੀਟੀਸ਼ੀਅਨਸ ਨੂੰ ਮਿਲਣੇ, ਹਰ ਪੋਲੀਟੀਕਲ ਸਪੈਕਟਰਮ ਦੇ ਜਿਹੜੇ ਪੋਲੀਟੀਸ਼ੀਅਨਸ ਨੇ, ਪਰ ਅਜੇ ਤੱਕ ਉਹਨਾਂ ਦਾ ਜੋ ਹਾਲ ਹੈ ਸਾਡੇ ਸਾਹਮਣੇ ਹੀ ਹੈਗਾ। ਤੇ ਖਾਸ ਤੌਰ 'ਤੇ ਉਸ ਸਮੇਂ ਦੇ ਵਿੱਚ ਇਹ ਇੰਟਰਵਿਊ ਬਾਹਰ ਆਣੀ ਜਿਹਦੇ 'ਚ ਕਿ ਬਿਸ਼ਨੋਈ ਇਹ ਸਾਰੀ ਚੀਜ਼ਾਂ ਨੂੰ ਕਬੂਲਦਾ ਹੈਗਾ। ਇਹ ਇੱਕ ਤਰ੍ਹਾਂ ਦਾ ਹਾਸੋਹੀਣਾ ਸਿਸਟਮ ਜੋ ਹੈ ਉਸ ਦੇ ਉੱਤੇ ਅਸੀਂ ਇੱਥੇ ਬੈਠ ਕੇ ਹੱਸ ਹੀ ਸਕਨੇ ਹਾਂ ਤੇ ਸਿਰਫ ਅਰਦਾਸ ਹੀ ਕਰ ਸਕਨੇ ਹਾਂ ਕਿ ਸਿਸਟਮ ਬੈਟਰ ਹੋਵੇ ਤੇ ਹਰ ਇੱਕ ਚੀਜ਼ ਦੇ ਵਿੱਚ ਕਰਪਸ਼ਨ ਜਿਹੜੀ ਹੈਗੀ ਉੱਥੇ ਉਹ ਸਾਰੇ ਸਿਸਟਮ ਨੂੰ ਖਤਮ ਕਰ ਰਹੀ ਹੈ। ਤੇ ਇਸ ਕਰਕੇ ਸਿੱਧੂ ਮੂਸੇਵਾਲੇ ਦੀ ਇਹ ਜਿਹੜੀ ਬਰਸੀ ਹੈਗੀ ਜੀ, ਦੁਨੀਆ ਭਰ ਦੇ ਵਿੱਚ ਅਜੇ ਵੀ ਉਹਨਾਂ ਦੇ ਬਹੁਤ ਹਰਮਨ ਪਿਆਰੇ ਹੈਗੇ ਨੇ, ਉਹਨਾਂ ਦੀ ਆਵਾਜ਼ ਅਜੇ ਵੀ ਬੁਲੰਦ ਹੈਗੀ ਹੈ ਤੇ ਉਹਨਾਂ ਦੇ ਮਾਂ-ਬਾਪ ਜਿਹੜੇ ਹੈਗੇ ਨੇ ਉਹ ਦੁਹਾਈਆਂ ਪਾ ਰਹੇ ਨੇ ਕਿ ਜੀ ਐਕਸ਼ਨ ਲਿਆ ਜਾਵੇ। ਕੀ ਇਹ ਕੋਈ ਐਕਸ਼ਨ ਲਿਆ ਜਾਏਗਾ ਕਿ ਬਿਸ਼ਨੋਈ ਹੀ ਫੜ ਕੇ ਜੋ ਹੈ ਰੱਖਿਆ ਗਿਆ, ਉਸ ਤੋਂ ਬਾਅਦ ਕੀ ਤਹਿਕੀਕਾਤ ਹੋ ਰਹੀ ਹੈ, ਕੀ ਕੇਸ ਦੇ ਵਿੱਚ ਅੱਗੇ ਪਹਿਲ ਕਦਮੀ ਚੁੱਕੀ ਗਈ ਹੈ, ਇਸ ਬਾਰੇ ਤਾਂ ਸਰਕਾਰ ਵੀ ਅਜੇ ਚੁੱਪ ਬੈਠੀ ਹੋਈ ਹੈ। ਤਾਂ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕੀ ਕੋਈ ਐਕਸ਼ਨ ਲਿਆ ਜਾਂਦਾ ਹੈ ਜਾਂ ਕੱਲ੍ਹ ਨੂੰ ਇੱਕ ਹੋਰ ਖਬਰ ਆ ਜਾਂਦੀ ਜੀ ਕਿ ਜਿਹੜਾ ਫੜਿਆ ਗਿਆ ਸੀ ਉਹ ਵੀ ਜੇਲ੍ਹ ਤੋਂ ਕੋਈ ਉਸ ਨੂੰ ਲੈ ਕੇ ਭੱਜ ਗਿਆ। ਇਹ ਵੀ ਕੋਈ ਵੱਡੀ ਗੱਲ ਨਹੀਂ, ਕੱਲ੍ਹ ਨੂੰ ਸੁਣਨ ਨੂੰ ਸਾਨੂੰ ਮਿਲ ਜਾਏ ਜੀ। ਸੋ ਬਹੁਤ ਕੁਛ ਹੁੰਦਾ ਹੈ ਜੀ ਜੇਲ੍ਹਾਂ ਦੇ ਵਿੱਚ, ਪਰ ਸਰਕਾਰ ਨੂੰ ਕੋਸ਼ਿਸ਼ ਜ਼ਰੂਰ ਸਰਕਾਰ ਕਰਦੀ ਹੈ। ਕੋਈ ਵਿਰੋਧੀ ਧਿਰਾਂ ਦੇ ਵੀ ਇਲਜ਼ਾਮ ਉਹਨਾਂ 'ਤੇ ਚੰਗੇ ਤਕੜੇ ਲੱਗਦੇ ਨੇ ਕਿ ਇਹ ਸਰਕਾਰ ਆਪ ਕਰਵਾ ਰਹੀ ਹੈ, ਪਰ ਸਰਕਾਰ ਇਸ ਮਾਮਲੇ ਦੇ ਉੱਤੇ ਚੁੱਪ ਬੈਠਣਾ ਨਹੀਂ ਚਾਹ ਰਹੀ। ਸ਼ਾਇਦ ਜਾਂ ਤਾਂ ਉਹਨਾਂ ਦੇ ਬੱਸੋਂ ਬਾਹਰ ਹੋਈ ਹੈ ਜੀ ਗੱਲ ਇਸ ਵੇਲੇ, ਪਰ ਸਰਕਾਰ ਨੂੰ ਠੋਸ ਤਰੀਕੇ ਨਾਲ ਸਾਹਮਣੇ ਆਉਣਾ ਪਊਗਾ ਤੇ ਹਰੇਕ ਚੀਜ਼ ਫੇਸ ਕਰਕੇ ਉਹਦੇ ਚੈਲੰਜਸ ਨੂੰ ਐਕਸੈਪਟ ਕਰਕੇ ਉਹਨੂੰ ਓਵਰਕਮ ਕਰਨਾ ਪਊਗਾ, ਉਹਦੇ ਤੋਂ ਉੱਤੇ ਜਾਣਾ ਪਊਗਾ। ਸਰਕਾਰ ਨੂੰ ਮੇਰੇ ਖਿਆਲ ਹਰ ਪੰਜਾਬ ਦਾ ਨਾਗਰਿਕ ਇਹ ਸਲਾਹ ਦੇ ਰਿਹਾ ਹੈ ਇਸ ਵੇਲੇ। ਰਵਿੰਦਰ ਜੀ, ਇਹ ਗੱਲ ਜਿਹੜੀ ਤੁਸੀਂ ਕਹੀ, ਕਾਨੂੰਨ ਵਿਵਸਥਾ ਇਸ ਸਮੇਂ ਬਿਲਕੁਲ ਡਾਵਾਂਡੋਲ ਹੋਇਆ ਪਿਆ ਪੰਜਾਬ ਦੇ ਵਿੱਚ। ਇੱਕ ਆਸ ਵੱਜੀ ਸੀ ਕਿ ਜੀ ਜਦੋਂ ਆਮ ਆਦਮੀ ਪਾਰਟੀ ਬਣੀ ਤਾਂ ਜਿਹੜੇ ਲਾਇਕ ਬੰਦੇ ਹੈਗੇ ਨੇ ਉਹਨਾਂ ਨੂੰ ਉਹ ਉਹਨਾਂ ਪੋਜੀਸ਼ਨਸ 'ਤੇ ਲਾ ਕੇ ਕੰਟਰੋਲ ਕਰਨਗੇ ਸਥਿਤੀ ਨੂੰ। ਮਿਸਾਲ ਦੇ ਤੌਰ 'ਤੇ ਕੰਵਰ ਵਿਜੇ ਪ੍ਰਤਾਪ ਸਿੰਘ ਦਾ ਮੈਂ ਨਾਂ ਜ਼ਰੂਰ ਲੈਣਾ ਚਾਹਾਂਗਾ। ਇੱਕ ਹੋਣਹਾਰ ਪੁਲਿਸ ਅਫਸਰ ਜਿਨ੍ਹਾਂ 'ਤੇ ਕੋਈ ਦਾਗ ਨਹੀਂ ਹੈਗਾ, ਇਮਾਨਦਾਰ ਵੀ ਹੈਗੇ ਨੇ ਤੇ ਉਹਨਾਂ ਨੇ ਬੇਅਦਬੀ ਮੁੱਦੇ ਦੇ ਉੱਤੇ ਵੀ ਆਪਣੇ ਵਿਚਾਰ ਬੜੇ ਓਪਨਲੀ ਰੱਖੇ। ਉਹਨਾਂ ਦੇ ਉੱਤੇ ਕਿਹਾ ਜਾ ਰਿਹਾ ਸੀ ਕਿ ਉਹਨਾਂ ਨੂੰ ਲਾਅ ਮਿਨਿਸਟਰ ਬਣਾਇਆ ਜਾਏ, ਪਰ ਲੱਗਦਾ ਹੈ ਕਿ ਹੋਮ ਮਿਨਿਸਟਰ ਬਣਾਇਆ ਜਾਵੇ ਜੀ, ਹੋਮ ਮਿਨਿਸਟਰ ਮਾਫੀ ਚਾਹੁੰਦਾ। ਸੋ ਬੜੀ ਗੱਲਬਾਤ ਚੱਲੀ ਸੀ, ਲੇਕਿਨ ਉਸ ਤੋਂ ਬਾਅਦ ਕੁਝ ਨਹੀਂ ਹੋਇਆ। ਉਹ ਵੀ ਇੱਕ ਤਰ੍ਹਾਂ ਦੇ ਹੁਣ ਸਿਰਫ ਇਨੈਗੂਰੇਸ਼ਨ ਸੜਕਾਂ ਦੀਆਂ ਹੀ ਕਰਨ ਤੱਕ ਸੀਮਿਤ ਰਹਿ ਗਏ ਨੇ ਲੱਗਦਾ ਹੈ, ਕਿਉਂਕਿ ਕੱਲ੍ਹ ਪਰਸੋਂ ਮੈਂ ਦੇਖ ਰਿਹਾ ਸੀ ਇੱਕ ਵੀਡੀਓ ਪਾਈ ਸੀ ਉਹਨਾਂ ਨੇ। ਸੋ ਇਹ ਸਿਸਟਮ ਇੱਕ ਇਹੋ ਜਿਹਾ ਹੈਗਾ ਕਿ ਤੁਸੀਂ ਕਹਿੰਦੇ ਤਾਂ ਜ਼ਰੂਰ ਹੋ ਜੀ ਅਸੀਂ ਸਿਸਟਮ ਨੂੰ ਠੀਕ ਕਰਾਂਗੇ, ਪਰ ਸ਼ਾਇਦ ਸਰਕਮਸਟੈਂਸਸ ਕੁਝ ਐਸੇ ਬਣ ਜਾਂਦੇ ਨੇ ਕਿ ਜੀ ਜਿਹੜੇ ਕਾਬਲ ਲੋਕ ਨੇ, ਜਿਨ੍ਹਾਂ ਕੋਲ ਹੁਨਰ ਵੀ ਹੈਗਾ, ਨੌਲੇਜ ਵੀ ਹੈਗੀ ਹੈ ਤੇ ਉਹ ਸਿਚੁਏਸ਼ਨ ਨੂੰ ਠੀਕ ਵੀ ਕਰ ਸਕਦੇ ਨੇ, ਉਹਨਾਂ ਨੂੰ ਉਹ ਜਿਹੜਾ ਇੱਕ ਮਾੜਾ ਸਿਸਟਮ ਸਿਆਸਤ ਦਾ ਬਣਿਆ ਪਿਆ ਪੰਜਾਬ ਦੇ ਵਿੱਚ ਉਹ ਅੱਗੇ ਨਹੀਂ ਆਉਣ ਦਿੰਦਾ।
ਤਾਂ ਮੈਂ ਸਮਝਦਾ ਬੇਦਾਗ ਇਮਾਨਦਾਰ ਜਦੋਂ ਅਫਸਰ ਅੱਗੇ ਆਣਗੇ, ਲੋਕ ਆਣਗੇ, ਤਾਂ ਡੈਫੀਨਿਟਲੀ ਕੋਈ ਚੇਂਜ ਲਿਆਉਣ ਦੀ ਸਾਨੂੰ ਆਸ ਲੱਗ ਸਕਦੀ ਹੈ। ਪਰ ਜੇਕਰ ਆਪਣੀ ਹੀ ਪਾਰਟੀ ਦੇ ਵਿੱਚ ਆਪੋਜੀਸ਼ਨ ਤਾਂ ਆਫ ਕੋਰਸ ਅਪੋਜ਼ ਕਰਦੀ ਹੈ ਹਰ ਚੀਜ਼ ਨੂੰ। ਇਹੀ ਆਮ ਆਦਮੀ ਪਾਰਟੀ ਪਹਿਲਾਂ ਜਦੋਂ ਆਪੋਜੀਸ਼ਨ 'ਚ ਸੀ ਇਸ ਸਰਕਾਰ ਨੂੰ ਗਾਲਾਂ ਕੱਢਦੀ ਸੀ, ਹੁਣ ਜਦੋਂ ਆਪ ਸਰਕਾਰ ਵਿੱਚ ਆਈ ਤਾਂ ਕਿਉਂ ਨਹੀਂ ਹੋਣਹਾਰ ਬੰਦੇ, ਕੇਪੇਬਲ ਬੰਦਿਆਂ ਨੂੰ ਉਹਨਾਂ ਪੋਜੀਸ਼ਨਸ 'ਤੇ ਬਿਠਾ ਰਹੀ ਜਿਹੜੇ ਕਿ ਕਾਨੂੰਨ ਵਿਵਸਥਾ ਦਾ ਕੁਝ ਸੁਧਾਰ ਸਕਦੇ ਨੇ। ਕਿਉਂਕਿ ਪੰਜਾਬ ਤੋਂ ਰੋਜ਼ ਹੀ ਕੋਈ ਨਾ ਕੋਈ ਖਬਰ ਆਉਂਦੀ ਹੈ ਚੋਰੀ ਦੀ, ਡਕੈਤੀ ਦੀ, ਰੈਂਸਮ ਦੀ। ਇਹ ਗੱਲਾਂ ਕਾਮਨ ਹੋ ਗਈਆਂ ਨੇ ਪੰਜਾਬ ਦੇ ਵਿੱਚ। ਅਤੇ ਪੰਜਾਬ ਯੂਪੀ ਵਰਗਾ ਹੀ ਇੱਕ ਤਰ੍ਹਾਂ ਦਾ ਬਣ ਚੁੱਕਿਆ, ਜਿੱਥੇ ਯੂਪੀ 'ਚ ਪਹਿਲਾਂ ਸੁਣਦੇ ਹੁੰਦੇ ਸੀ ਕਿ ਜੀ ਫਰੌਤੀ ਮੰਗੀ ਜਾ ਰਹੀ ਹੈ, ਪੈਸੇ ਨਹੀਂ ਦੋਗੇ ਤਾਂ ਅਸੀਂ ਇਹ ਕਰ ਦਾਂਗੇ। ਇਹ ਹੁਣ ਨਾਰਮਲ ਚੀਜ਼ਾਂ ਹੋ ਗਈਆਂ ਨੇ। ਲੋਕਾਂ ਨੂੰ ਕਿਡਨੈਪ ਕਰਨਾ, ਕੋਈ ਲੋਕ ਜਿਹੜੇ ਨੇ ਖਾਸ ਤੌਰ 'ਤੇ ਲੇਡੀਜ਼ ਉਹ ਸੜਕਾਂ 'ਤੇ ਘੁੰਮਣ ਦੇ ਵਿੱਚ ਘਬਰਾਉਂਦੀਆਂ ਨੇ ਕਿ ਜੀ ਕਿੱਥੇ ਅਸੀਂ ਗਏ ਅਤੇ ਸਾਡੀ ਗਲੀ ਦੀ ਚੇਨੀ ਨਾਲ ਲਾ ਲਈ ਜਾਏ। ਸੋ ਇਹ ਛੋਟੀਆਂ ਚੀਜ਼ਾਂ ਨੇ, ਵੱਧ ਚੁੱਕੀਆਂ ਨੇ। ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਕੰਟਰੋਲ ਕਰਨ ਲਈ ਸਰਕਾਰ ਨੂੰ ਡੈਫੀਨਿਟਲੀ ਕੋਈ ਸਟਰੋਂਗ ਸਟੈਪਸ ਲੈਣ ਦੀ ਲੋੜ ਹੈ। ਅਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਬੰਦੇ ਜੇਕਰ ਅੱਗੇ ਆਉਣਗੇ ਤਾਂ ਮੈਨੂੰ ਲੱਗਦਾ ਹੈ ਕੁਝ ਮੈਨੂੰ ਉੱਥੇ ਆਸ ਨਜ਼ਰ ਆ ਸਕਦੀ ਹੈ। ਜੇ ਕੁਝ ਨਹੀਂ ਕਰਦੇ ਤਾਂ ਹੱਥ 'ਤੇ ਹੱਥ ਧਰ ਕੇ ਕੁਝ ਨਹੀਂ ਚੇਂਜ ਹੋਏਗਾ। ਜੀ ਬਿਲਕੁਲ ਹਰਪ੍ਰੀਤ ਜੀ, ਮੈਨੂੰ ਇਹ ਲੱਗਦਾ ਹੈ ਕਿ ਤੁਹਾਡੀ ਇਹ ਸਲਾਹ ਜਿਹੜੀ ਹੈ ਪੰਜਾਬ ਸਰਕਾਰ ਨੂੰ ਦੁਬਾਰਾ ਰਿਮਾਈਂਡ ਕਰਾਊਗੀ, ਯਾਦ ਕਰਵਾਊਗੀ ਕਿ ਭਾਈ ਹੁਨਰਮੰਦ ਬੰਦੇ ਤੁਹਾਡੇ ਕੋਲ ਬੈਠੇ ਨੇ। ਸੋ ਮੈਨੂੰ ਲੱਗਦਾ ਕਿ ਸੀਐਮ ਭਗਵੰਤ ਮਾਨ ਚਾਹੁੰਦੇ ਜ਼ਰੂਰ ਨੇ ਕਿ ਉਹ ਬੱਸ ਦੇ ਵਿੱਚ ਕਰਨ ਸਾਰਾ ਕੁਝ, ਪਰ ਫਿਰ ਵੀ ਉਹਨਾਂ ਨੂੰ ਡਿਊਟੀਜ਼ ਡਿਵਾਈਡ ਕਰਨੀਆਂ ਚਾਹੀਦੀਆਂ ਨੇ ਜੀ। ਇਹ ਬੀਇੰਗ ਪੰਜਾਬੀ ਇੱਕ ਉਹਨਾਂ ਨੂੰ ਸਲਾਹ ਅਸੀਂ ਦੇਣੀ ਚਾਹਾਂਗੇ ਕਿ ਜ਼ਰੂਰ ਆਪਣੀਆਂ ਡਿਊਟੀਜ਼ ਬਾਈਫਰਕੇਟ ਕਰੋ, ਡਿਵਾਈਡ ਕਰੋ ਆਪਣੇ ਭਰੋਸੇ ਵਾਲੇ ਬੰਦਿਆਂ ਦੇ ਵਿੱਚ, ਤਾਂ ਕਿ ਲੋਕਾਂ ਨੂੰ ਸਹੀ ਰੂਲਿੰਗ ਉੱਥੇ ਮਿਲ ਸਕੇ। ਪੰਜਾਬ ਦੇ ਵਿੱਚ ਲੋਕ ਤੁਹਾਡੇ ਤੇ ਪੱਕਾ ਵਿਸ਼ਵਾਸ ਕਰਨ ਤੇ ਅਗਲੀ ਵਾਰੀ ਵੀ ਤੁਹਾਨੂੰ ਲੈ ਕੇ ਆਉਣ। ਆਪਣੀ ਤਾਰਾਂ ਦੀ ਕਟਵਾਨ ਇਹ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਤੋਂ ਤਾਰਾਂ ਕਟਵਾ ਕੇ ਸਿਰਫ ਹਰ ਕਮਾਂਡ ਜੋ ਹੈ ਉਹ ਉੱਤੋਂ ਥੱਲੇ ਨਾ ਆਏ ਬਲਕਿ ਥੱਲੋਂ ਉੱਤੇ ਜਾਵੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੈਗੇ ਨੇ, ਉਹਨਾਂ ਨੂੰ ਪੰਜਾਬੀਆਂ ਵਾਸਤੇ ਜਿਹੜੇ ਉਹਨਾਂ ਦੇ ਹਿੱਤ ਵਿੱਚ ਸਹੀ ਫੈਸਲੇ ਹੈਗੇ ਨੇ ਉਹ ਸੈਂਟਰ ਤੋਂ ਅਪਰੂਵਲ ਤੋਂ ਬਗੈਰ ਫੈਸਲੇ ਲੈ ਲੈਣੇ ਚਾਹੀਦੇ ਨੇ ਤਾਂ ਕਿ ਆਮ ਜਨਤਾ ਨੂੰ ਰਾਹਤ ਮਿਲ ਸਕੇ। ਜੀ ਹਰਪ੍ਰੀਤ ਜੀ, ਇਹਦੇ ਨਾਲ ਹੀ ਇੱਕ 16 ਸਾਲਾ ਨੌਜਵਾਨ ਨੇ ਕੈਨੇਡਾ ਦੇ ਐਡਮਿੰਟਨ ਵਿੱਚ 2 ਪੁਲਿਸ ਕਰਮੀਆਂ ਨੂੰ ਅੱਜ ਹੀ ਮੌਤ ਦੇ ਘਾਟ ਉਤਾਰਤਾ, ਉਹਨਾਂ ਨੂੰ ਸ਼ਹੀਦ ਕਰਤਾ ਆ। ਕੋਈ ਫੈਮਿਲੀ ਡਿਸਪਿਊਟ ਸੀ ਜਿਹਦੇ ਕਰਕੇ ਉਹ ਦੋਨੋਂ ਸ਼ਖਸ ਉੱਥੇ ਗਏ ਅਤੇ ਬਹੁਤ ਹੀ ਦੁਖਦਾਈ ਘਟਨਾ ਹੈ ਜਿਹਦੇ ਕਰਕੇ ਪੂਰੇ ਕੈਨੇਡਾ ਦੇ ਹਰ ਸਟੇਟ ਦੀ ਪੁਲਿਸ ਸ਼ੋਕ ਦੇ ਵਿੱਚ ਹੈ। ਜੀ ਬਿਲਕੁਲ, ਇਹ ਬੜੀ ਮੰਦਭਾਗੀ ਖਬਰ ਹੈਗੀ ਜੀ ਕਿ ਇੱਕ 16 ਸਾਲਾ ਬੱਚੇ ਨੇ, ਡੋਮੈਸਟਿਕ ਵਾਇਲੈਂਸ ਦਾ ਕੋਈ ਕੇਸ ਹੈਗਾ ਹੈ, ਘਰ ਦੇ ਵਿੱਚ ਹੀ ਕੋਈ ਪ੍ਰੋਬਲਮ ਹੈਗੀ ਸੀ। ਉਸਨੇ ਪਹਿਲਾਂ ਆਪਣੀ ਮਾਤਾ 'ਤੇ ਗੋਲੀ ਚਲਾਈ ਸ਼ਾਇਦ, ਉਸ ਤੋਂ ਬਾਅਦ ਇਹ ਪੁਲਿਸ ਵਾਲੇ ਜਿਹੜੇ ਉੱਥੇ ਆਏ, ਇਹ ਕੇਸ ਜਿਹੜਾ 911 ਨੂੰ ਕਾਲ ਕੀਤਾ ਗਿਆ ਸੀ, ਇਹਨਾਂ ਨੂੰ ਡਿਸਪੈਚ ਕੀਤਾ ਗਿਆ। ਜਦੋਂ ਉੱਥੇ ਪਹੁੰਚੇ ਤਾਂ ਉਸ ਤੋਂ ਬਾਅਦ ਇਹਨਾਂ ਦਾ ਵੀ ਕਤਲ ਹੋ ਗਿਆ। ਬਹੁਤ ਮੰਦਭਾਗੀ ਗੱਲ ਹੈਗੀ ਹੈ। ਪਰ ਇਹ ਜਿਹੜਾ ਵੈਪਨ ਹੈਗਾ ਸੀ ਜੀ, ਇਹ ਕੋਈ ਇਲੀਗਲ ਵੈਪਨ ਨਹੀਂ ਕਿਹਾ ਜਾ ਰਿਹਾ ਜੀ, ਇਸ ਦੀ ਤਹਿਕੀਕਾਤ ਚੱਲ ਰਹੀ ਹੈ। ਇੱਕ ਲਾਇਸੈਂਸਡ ਵੈਪਨ ਹੈਗਾ ਸੀ, ਉਸ ਤੋਂ ਇਹਨੇ ਕਾਰਵਾਈ ਕੀਤੀ ਹੈ। ਸੋ ਬਹੁਤ ਮੰਦਭਾਗੀ ਗੱਲ ਹੈ। ਇਹ 30 ਤੇ 36 ਸਾਲ ਦੇ ਨੌਜਵਾਨ ਜਿਹੜੇ ਹੈਗੇ ਸਨ ਪੁਲਿਸ ਕਰਮੀ, ਇਹਨਾਂ ਨੂੰ ਆਪਣੇ ਔਨਲਾਈਨ ਆਫ ਡਿਊਟੀ ਆਪਣਾ ਜਾਨ ਗਵਾਉਣੀ ਪਈ ਹੈ। ਸੋ ਅਰਦਾਸ ਕਰਨੇ ਹਾਂ ਕਿ ਉਹਨਾਂ ਦੀ ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਅਤੇ ਪਰਿਵਾਰ ਨੂੰ ਪਿੱਛੇ ਇਹ ਇਸ ਸਮੇਂ ਦੁੱਖ ਸਮੇਂ ਦੇ ਵਿੱਚ ਹੌਸਲਾ ਮਿਲੇ। ਇਹੋ ਜਿਹੇ ਕੇਸਿਸ ਜਦੋਂ ਸਾਹਮਣੇ ਆਉਂਦੇ ਨੇ ਜੀ ਦਿਲ ਖੋਲ ਜਾਂਦਾ ਹੈ। ਲੇਕਿਨ ਕੈਨੇਡਾ ਵਿੱਚ ਅਮਰੀਕਾ ਨਾਲੋਂ ਇਹੋ ਜਿਹੀਆਂ ਵਾਰਦਾਤਾਂ ਘੱਟ ਹੁੰਦੀਆਂ ਨੇ। ਅਮਰੀਕਾ ਵਿੱਚ ਇਹੋ ਜਿਹੀਆਂ ਵਾਰਦਾਤਾਂ ਬਹੁਤ ਜ਼ਿਆਦਾ ਹੁੰਦੀਆਂ ਨੇ ਕਿ ਉੱਥੇ ਵੈਪਨਸ ਈਜ਼ੀਲੀ ਅਵੇਲੇਬਲ ਨੇ। ਕੈਨੇਡਾ ਵਿੱਚ ਐਕਚੁਅਲੀ ਬੜਾ ਸਿਸਟਮ ਸਿਕਿਉਰ ਹੈਗਾ। ਜਿਹੜਾ ਵੀ ਵੈਪਨ ਕੋਈ ਹੁੰਦਾ ਹੈ ਜੀ, ਉਹ ਇਹ ਨਹੀਂ ਕਿ ਤੁਸੀਂ ਹੱਥ 'ਚ ਲੈ ਕੇ ਉਸਨੂੰ ਘੁੰਮੋ ਫਿਰੋ, ਘਰ ਦੇ ਵਿੱਚ ਉਹ ਸਿਕਿਉਰਡ ਹੁੰਦਾ ਹੈ ਪੂਰਾ। ਹੁਣ ਅਜੇ ਡਿਟੇਲਸ ਆਈਆਂ ਨਹੀਂ ਇਸ ਕੇਸ ਬਾਰੇ ਕਿ 16 ਸਾਲ ਦੇ ਵਿਦਿਆਰਥੀ ਕੋਲ, ਬੱਚੇ ਕੋਲ ਕਿਵੇਂ ਵੈਪਨ ਪਹੁੰਚ ਗਿਆ। ਸੋ ਬੜਾ ਚੈੱਕਸ ਐਂਡ ਬੈਲੈਂਸਿਸ ਹੈਗੇ ਨੇ। ਪੁਲਿਸ ਕੋਲ ਵੀ ਤੁਸੀਂ ਰਜਿਸਟਰ ਹੁੰਦੇ ਹੋ, ਤੁਹਾਡੀ ਸਾਰੀ ਮੂਵਮੈਂਟ ਜਿਹੜੀ ਤੁਹਾਨੂੰ ਦੱਸਣੀ ਪੈਂਦੀ ਹੈਗੀ ਕਿ ਜਦੋਂ ਤੁਸੀਂ ਹਥਿਆਰ ਕਿਤੇ ਲੈ ਕੇ ਵੀ ਜਾ ਰਹੇ ਹੋ, ਇਹ ਨਹੀਂ ਕਿ ਤੁਸੀਂ ਲੋਡ ਕਰਕੇ ਵੈਪਨ ਲੈ ਕੇ ਜਾ ਸਕਦੇ ਹੈਗੇ ਹੋ। ਸੋ ਸਾਰੇ ਚੈੱਕਸ ਐਂਡ ਬੈਲੈਂਸਿਸ ਹੈਗੇ ਨੇ। ਅਜੇ ਇਸ ਬਾਰੇ ਮੈਂ ਕੋਈ ਟਿੱਪਣੀ ਨਹੀਂ ਕਰਨਾ ਚਾਹਾਂਗਾ ਕਿਉਂਕਿ ਅਜੇ ਇੰਟੀਗ੍ਰੇਟਿਡ ਹੋਮਿਸਾਈਡ ਟੀਮ ਜਿਹੜੀ ਹੈ ਉਹ ਤਹਿਕੀਕਾਤ ਕਰ ਰਹੀ ਹੈ। ਉਹਨਾਂ ਨੇ ਅਜੇ ਨਹੀਂ ਦੱਸਿਆ ਹੈਗਾ ਕਿ ਇਹ ਹਥਿਆਰ ਦਾ ਕਿਸ ਤਰੀਕੇ ਨਾਲ ਬੱਚੇ ਕੋਲ ਪਹੁੰਚਿਆ, ਲੇਕਿਨ ਇੱਥੋਂ ਤੱਕ ਗੱਲ ਹੈਗੀ ਹੈ ਕਿ ਇੱਕ ਲਾਇਸੈਂਸ ਹਥਿਆਰ ਹੈਗਾ ਸੀ। ਜੀ ਬਿਲਕੁਲ ਹਰਪ੍ਰੀਤ ਜੀ, ਇਹਦੇ ਵਿੱਚ ਜਿਹੜੇ ਦੋਨੋਂ ਪੁਲਿਸ ਕਰਮੀ ਸੀਗੇ, ਬ੍ਰੈਟ ਰਿਆਨ ਜਿਹੜੇ 30 ਸਾਲ ਦੇ ਸੀਗੇ ਔਰ ਟ੍ਰੈਵਿਸ ਜਾਰਡਨ ਜਿਹੜੇ ਕਿ 35 ਸਾਲ ਦੇ ਸੀ, ਉਹ ਵੀ ਯੰਗ ਏਜ ਦੇ ਵਿੱਚ ਸੀਗੇ। ਸੋ ਅਸੀਂ ਵੀ ਇਸ ਮੰਚ ਤੋਂ ਅਫਸੋਸ ਜ਼ਾਹਰ ਕਰਦੇ ਹਾਂ ਅਤੇ ਉਹਨਾਂ ਦੇ ਪਰਿਵਾਰ ਦੇ ਨਾਲ ਸਹਾਨੁਭੂਤੀ ਅਸੀਂ ਪ੍ਰਗਟ ਕਰਦੇ ਹਾਂ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ। ਇਹ ਵੀ ਦੱਸਿਆ ਜਾ ਰਿਹਾ ਆ ਕਿ ਇਨੀਸ਼ੀਅਲ ਇਨਵੈਸਟੀਗੇਸ਼ਨ ਦੇ ਵਿੱਚ ਉਹਨਾਂ ਨੂੰ ਹਥਿਆਰ ਕੱਢਣ ਦਾ ਮੌਕਾ ਹੀ ਨਹੀਂ ਸੀ ਮਿਲਿਆ, ਜਦ ਕਿ ਅੰਦਰੋਂ ਇੱਕਦਮ ਵਾਰ ਹੋਇਆ ਜਦੋਂ ਉਹ ਉੱਥੇ ਗਏ ਨੇ।
ਤੇ ਹਰਪ੍ਰੀਤ ਜੀ ਇਸ ਦੇ ਨਾਲ ਹੀ ਅਗਲੀ ਖਬਰ ਵੱਲ ਆ ਜਾਂਦੇ ਆ ਜੀ। ਚਾਈਨਾ ਬਹੁਤ ਜ਼ਿਆਦਾ ਕੈਨੇਡਾ ਦੇ ਵਿੱਚ ਛਾਇਆ ਹੋਇਆ ਹੈ ਪਿਛਲੇ ਤਕਰੀਬਨ 1.5 ਮਹੀਨੇ ਤੋਂ, ਤਾਂ ਖਾਸ ਕਰਕੇ ਕਿਉਂਕਿ ਅੱਗੇ ਇਲੈਕਸ਼ਨ ਵੀ ਨੇੜੇ ਆ ਰਹੇ ਨੇ। ਤੇ ਹੁਣ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਨੇ ਜੀ ਡੇਵਿਡ ਐਬੇ, ਉਹਨਾਂ ਨੇ ਵੀ ਜ਼ਿਕਰ ਕੀਤਾ ਹੈ ਕਿ ਮਿਊਨਿਸਪਲ ਇਲੈਕਸ਼ਨਾਂ 'ਚ ਪਿਛਲੇ ਸਾਲ ਚਾਈਨਾ ਦੀ ਇੰਟਰਫੀਅਰੈਂਸ ਬਾਰੇ ਤਹਿਕੀਕਾਤ ਹੋ ਰਹੀ ਹੈ ਜੀ। ਇਹਦੇ ਬਾਰੇ ਜ਼ਰੂਰ ਜਾਣਕਾਰੀ ਦਿਓ ਜੀ ਬਿਲਕੁਲ, ਸਾਨੂੰ ਪਤਾ ਜੀ ਫੈਡਰਲ ਪੱਧਰ ਦੇ ਉੱਤੇ ਦੋਸ਼ ਲੱਗ ਰਿਹਾ ਚਾਈਨਾ ਦੇ ਉੱਤੇ ਕਿ ਚਾਈਨਾ ਨੇ ਫੈਡਰਲ ਇਲੈਕਸ਼ਨਸ ਦੇ ਵਿੱਚ ਇੰਟਰਫੇਅਰ ਕੀਤਾ ਸੀ। ਪਰ ਹੁਣ ਇੱਕ ਨਵੀਂ ਖਬਰ ਆਈ ਹੈ ਡੇਵਿਡ ਈਬੀ ਸਾਹਿਬ ਨੇ ਜੋ ਕਿਹਾ ਹੈ ਕਿ ਮਿਊਨਿਸਪਲ ਚੋਣਾਂ ਜਿਹੜੀਆਂ ਹੋਈਆਂ ਉਸ ਦੇ ਵਿੱਚ ਵੈਂਕੂਵਰ ਦੇ ਵਿੱਚ ਭਾਰੀ ਵਸੋਂ ਹੈਗੀ ਚੀਨੀ ਲੋਕਾਂ ਦੀ, ਅਤੇ ਇਹ ਕਿਹਾ ਜਾ ਰਿਹਾ ਕਿ ਜਿਹੜਾ ਕੌਂਸਲੇਟ ਇੱਥੇ ਹੈਗਾ ਚਾਈਨਾ ਦਾ, ਉਸਨੇ ਇਨਫਲੂਐਂਸ ਕੀਤਾ ਲੋਕਾਂ ਨੂੰ ਕਿ ਉਹ ਇੱਕ ਪਾਰਟਿਕੂਲਰ ਪਾਰਟੀ ਵਾਸਤੇ ਸਪੋਰਟ ਕਰਨ ਤੇ ਉਸ ਨੂੰ ਹੀ ਜਿਤਾਉਣ। ਐਕਚੁਅਲੀ ਹੈਰਾਨੀ ਦੀ ਗੱਲ ਤਾਂ ਹੈਗੀ ਕਿ ਹੁਣ ਚਾਈਨਾ ਦੇ ਜਿਹੜੇ ਚਾਈਨੀਜ਼ ਮੂਲ ਦੇ ਹੀ ਇੱਕ ਜਿਹੜੇ ਵੈਂਕੂਵਰ ਦੇ ਮੇਅਰ ਬਣੇ ਨੇ ਉਹ ਹਨ। ਸੋ ਇਹ ਹੁਣ ਇਸ ਦੀ ਤਹਿਕੀਕਾਤ ਚੱਲ ਰਹੀ ਹੈ। ਪਰ ਚਾਈਨਾ ਤੇ ਕੈਨੇਡਾ ਦੇ ਰਿਲੇਸ਼ਨਸ ਇਹੋ ਜਿਹੀਆਂ ਜਦੋਂ ਖਬਰਾਂ ਆਉਂਦੀਆਂ ਨੇ ਉਹ ਬਹੁਤ ਜ਼ਿਆਦਾ ਹਿਲਦੇ ਹੈਗੇ ਨੇ। ਆਲਰੇਡੀ ਸਟੇਬਲ ਸਿਚੁਏਸ਼ਨ ਨਹੀਂ ਹੈਗੀ, ਤੇ ਇਹ ਹੁਣ ਇਹ ਖਬਰ ਜਿਹੜੀ ਡੇਵਿਡ ਈਬੀ ਸਾਹਿਬ ਨੇ ਕੱਢੀ ਹੈਗੀ, ਉਹਨਾਂ ਨੇ ਕਿਹਾ ਕਿ ਤਹਿਕੀਕਾਤ ਕੀਤੀ ਜਾ ਰਹੀ ਹੈ। ਤੇ ਅਸੀਂ ਇਹ ਦੇਖ ਰਹੇ ਹਾਂ ਕਿ ਕਿਸ ਤਰੀਕੇ ਨਾਲ ਜਿਹੜਾ ਵੈਂਕੂਵਰ ਦੇ ਵਿੱਚ ਚਾਈਨੀਜ਼ ਕੌਂਸਲੇਟ ਹੈ ਉਸਨੇ ਦਖਲਅੰਦਾਜ਼ੀ ਕੀਤੀ ਤੇ ਲੋਕਾਂ ਨੂੰ ਭਰਮਾਇਆ ਕਿ ਜੀ ਤੁਸੀਂ ਇੱਕ ਪਾਰਟਿਕੂਲਰ ਕੈਂਡੀਡੇਟਸ ਜਿਹੜੇ ਨੇ ਉਹਨਾਂ ਵੱਲ, ਇੱਕ ਪਾਰਟੀ ਵੱਲ ਤੁਸੀਂ ਸਪੋਰਟ ਕਰੋ। ਸੋ ਤਹਿਕੀਕਾਤ ਚੱਲੇਗੀ ਜੀ, ਪਰ ਤਹਿਕੀਕਾਤ ਤੋਂ ਬਾਅਦ ਕੀ ਨਿਕਲੇਗਾ ਇਹ ਤਾਂ ਸਮਾਂ ਹੀ ਦੱਸੇਗਾ। ਲੇਕਿਨ ਇਹੋ ਜਿਹੀਆਂ ਖਬਰਾਂ ਦੇ ਨਾਲ ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ ਤੇ ਡੋਮੈਸਟਿਕ ਲੈਵਲ ਦੇ ਉੱਤੇ ਵੀ ਰਿਲੇਸ਼ਨਸ ਜਿਹੜੇ ਨੇ ਉਹ ਹਿਲ ਜਾਂਦੇ ਨੇ। ਅਤੇ ਚਾਈਨਾ ਦੇ ਨਾਲ ਆਲਰੇਡੀ ਚਾਈਨਾ ਵਾਰਨਿੰਗ ਦੇ ਚੁੱਕਿਆ ਹੈ ਕੈਨੇਡਾ ਨੂੰ ਕਿ ਤੁਸੀਂ ਇਹ ਅਨਨੈਸੈਸਰੀ ਬੇਬੁਨਿਆਦ ਖਬਰਾਂ ਨਾ ਕੱਢੋ। ਪਰ ਫੈਡਰਲ ਪੱਧਰ ਦੇ ਉੱਤੇ ਵੀ ਇੱਕ ਇਨਕੁਆਇਰੀ ਦੀ ਮੰਗ ਕੀਤੀ ਜਾ ਰਹੀ ਹੈ ਜਿਹੜੀ ਕਿ ਸਰਕਾਰ ਅਜੇ ਮੰਨ ਨਹੀਂ ਰਹੀ। ਇੱਕ ਫੋਰਨ ਰਜਿਸਟਰੀ ਜ਼ਰੂਰ ਇਹਨਾਂ ਨੇ ਕਹਿ ਦਿੱਤਾ ਅਸੀਂ ਸ਼ੁਰੂ ਕਰਾਂਗੇ, ਜਿਹਦੇ 'ਚ ਕਿ ਜਿਹੜੇ ਲੋਕ ਕਿਸੇ ਵੀ ਦੇਸ਼ ਵਾਸਤੇ ਲੌਬਿੰਗ ਕਰਦੇ ਨੇ ਉਹਨਾਂ ਨੂੰ ਰਜਿਸਟਰ ਹੋਣਾ ਪਏਗਾ, ਸਾਰਾ ਕੁਝ ਪਾਰਦਰਸ਼ਤਾ ਲਿਆਈ ਜਾਏਗੀ। ਬਟ ਜਿੱਥੋਂ ਤੱਕ ਆਪੋਜੀਸ਼ਨ ਪਾਰਟੀਜ਼, ਕੰਜ਼ਰਵੇਟਿਵ ਪਾਰਟੀ ਤੇ ਨਾਲ NDP ਮੰਗ ਕਰ ਰਹੀ ਹੈਗੀ ਕਿ ਜੀ ਇੱਕ ਇਸ ਦੀ ਇਨਕੁਆਇਰੀ ਚੱਲੇ, ਉਹ ਜੇ ਸਰਕਾਰ ਮੰਨ ਨਹੀਂ ਰਹੀ। ਸੋ ਲੈਟਸ ਸੀ ਜੀ ਕੀ ਬਣਦਾ। ਲੇਕਿਨ ਅਗੇਨ ਡੈਫੀਨੇਟਲੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਹ ਜਦੋਂ ਗੱਲਾਂ ਬਾਹਰ ਨਿਕਲਦੀਆਂ ਨੇ ਇਸ ਨਾਲ ਗਵਰਨਮੈਂਟ ਲੈਵਲ ਦੇ ਉੱਤੇ ਹਿਲਜੁਲ ਹੁੰਦੀ ਹੈ ਤੇ ਦੋਨਾਂ ਦੇ ਰਿਲੇਸ਼ਨਸ ਜਿਹੜੇ ਨੇ ਹੋਰ ਟੈਂਸ ਹੁੰਦੇ ਗਏ ਨੇ ਜੀ। ਤੇ ਖਬਰਾਂ ਦਾ ਬਾਜ਼ਾਰ ਵੀ ਇਹਦੇ ਨਾਲ ਹੀ ਗਰਮ ਰਹਿੰਦਾ ਹੈ ਜੀ। ਹਜੇ ਚੀਨੀ ਥਾਣਿਆਂ ਦਾ ਵੀ ਪਤਾ ਨਹੀਂ ਲੱਗਿਆ ਜਿਹੜੇ ਉਹਨਾਂ ਨੇ ਕਿਊਬੈਕ ਦੇ ਵਿੱਚ ਖੋਲ੍ਹੇ ਸੀਗੇ। ਸੋ ਜਾਂਚ ਦਾ ਵਿਸ਼ਾ ਜ਼ਰੂਰ ਬਣਦਾ ਹੈ ਤੇ ਮੇਰੇ ਖਿਆਲ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਜਾਂਚ ਹੁਣ ਲੋਕਾਂ ਦੀ ਮੰਗ ਦੇ ਉੱਤੇ ਸ਼ੁਰੂ ਕਰ ਦੇਣੀ ਚਾਹੀਦੀ ਹੈ ਜਲਦੀ ਤੋਂ ਜਲਦੀ ਜੀ। ਇਹਦੇ ਨਾਲ ਇੱਕ ਅੰਤਰਰਾਸ਼ਟਰੀ ਖਬਰ ਹੋ ਰਿਹਾ ਜੀ। ਰਸ਼ੀਆ ਦੇ ਪ੍ਰੈਜ਼ੀਡੈਂਟ ਪਿਊਟਿਨ ਦਾ ਅਰੈਸਟ ਵਾਰੰਟ ਜਾਰੀ ਕੀਤਾ ਆ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ, ਤੇ ਰੂਸ ਕਹਿੰਦਾ ਹੈ ਕਿ ਜੀ ਇਹ ਕੋਈ ਬੇਬੁਨਿਆਦ ਹੈ ਇਹ ਵਾਰੰਟ। ਜੀ, ਯੂਕਰੇਨ ਵਾਰ ਨੂੰ ਲੈ ਕੇ ਕੀਤਾ ਗਿਆ। 1 ਸਾਲ ਤੋਂ ਵੱਧ ਸਮਾਂ ਹੋ ਗਿਆ ਜੀ ਯੂਕਰੇਨ ਤੇ ਚਾਈਨਾ ਦੇ ਮਾਫੀ ਚਾਹੁੰਦਾ ਯੂਕਰੇਨ ਤੇ ਰਸ਼ੀਆ ਦੇ ਵਿਚਕਾਰ ਜੋ ਜੰਗ ਚੱਲ ਰਹੀ ਹੈਗੀ ਹੈ, ਅਤੇ 1 ਸਾਲ ਪੂਰਾ ਹੋਣ ਤੋਂ ਬਾਅਦ ਵੀ ਹਰ ਰੋਜ਼ ਬੰਬਾਰੀ ਹੋ ਰਹੀ ਹੈ ਅਤੇ ਕੋਈ ਵੀ ਕਨਕਲੂਜਨ ਤੱਕ ਅਜੇ ਗੱਲ ਨਹੀਂ ਪਹੁੰਚੀ ਹੈਗੀ। ਸੋ ਇਸ ਸਮੇਂ ਦੇ ਦੌਰਾਨ ਇਹ ਦੋਸ਼ ਲੱਗ ਰਿਹਾ ਹੈ ਪੁਟਿਨ ਦੇ ਉੱਤੇ ਕਿ ਉਹਨਾਂ ਨੇ ਯੂਕਰੇਨ ਦੇ ਬੱਚਿਆਂ ਨੂੰ ਜੋ ਹੈਗਾ ਉਹ ਆਪਣੇ ਕਬਜ਼ੇ 'ਚ ਕੀਤਾ ਹੈਗਾ। ਤੋ ਇੰਟਰਨੈਸ਼ਨਲ ਵਾਰ ਟ੍ਰਿਬਿਊਨਲ ਜਿਹੜਾ ਹੈਗਾ ਉਸਨੇ ਇਹ ਜੋ ਵਾਰੰਟ ਕੱਢੇ ਨੇ, ਇਹ ਅਗੇਨ ਇੰਟਰਸਟਿੰਗ ਗੱਲ ਹੈਗੀ ਕਿਉਂਕਿ ਪਿਊਟਿਨ ਤਾਂ ਮੰਨਦੇ ਨਹੀਂ ਹੈਗੇ। ਉਹ ਕਹਿੰਦੇ ਨੇ ਜੀ ਸਰਾਸਰ ਇਹ ਵੈਸਟਰਨ ਮੁਲਕ ਜਿਹੜੇ ਹੈਗੇ ਨੇ ਇਹ ਮੈਨੂੰ ਬਦਨਾਮ ਕਰਨ ਵਾਸਤੇ ਲੱਗੇ ਹੋਏ ਨੇ। ਈਵਨ ਜਦੋਂ ਉਹਨਾਂ ਨੇ ਹਮਲਾ ਵੀ ਕੀਤਾ ਸੀ ਯੂਕਰੇਨ ਦੇ ਉੱਤੇ, ਉਹਨਾਂ ਨੇ ਕਿਹਾ ਸੀ ਕਿ ਮੈਂ ਨਹੀਂ ਚਾਹੁੰਦਾ ਕਿ ਨੇਟੋ ਦਾ ਇਨਫਲੂਐਂਸ ਜਿਹੜਾ ਹੈਗਾ ਉਹ ਯੂਕਰੇਨ ਵਿੱਚ ਵਧੇ, ਅਤੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ। ਉਸ ਤੋਂ ਬਾਅਦ ਉਹਨਾਂ ਨੇ ਬਾਰਡਰ ਦੇ ਉੱਤੇ ਆਪਣੀਆਂ ਫੋਰਸਿਸ ਨੂੰ ਲਾਣਾ ਸ਼ੁਰੂ ਕੀਤਾ, ਉਸ ਦੀ ਵੀ ਨਿਖੇਧੀ ਹੋਈ। ਉਸ ਤੋਂ ਬਾਅਦ ਉਹਨਾਂ ਨੇ ਐਂਟਰ ਕਰ ਦਿੱਤਾ ਯੂਕਰੇਨ ਦੇ ਵਿੱਚ। ਯੂਕਰੇਨ ਦੇ ਵਿੱਚ ਬਹੁਤ ਸਾਰੇ ਕਈ ਸੋਸ਼ਲ ਮੀਡੀਆ ਉੱਤੇ ਵੀ ਤਸਵੀਰਾਂ ਆਈਆਂ ਜਿਹੜੀਆਂ ਦਿਖਾਉਂਦੀਆਂ ਨੇ ਕਿ ਜੀ ਉੱਥੇ ਦੁਰਉਪਯੋਗ ਹੋਇਆ, ਲੋਕਾਂ ਦਾ ਸ਼ੋਸ਼ਣ ਵੀ ਹੋਇਆ। ਸੋ ਇਹ ਸਾਰੀਆਂ ਚੀਜ਼ਾਂ ਜੰਗ ਦੇ ਵਿੱਚ ਜਿਹਨੂੰ ਕਿਹਾ ਜਾਂਦਾ ਨੇ ਜੀ ਆਲ ਇਜ਼ ਫੇਅਰ ਇਨ ਲਵ ਐਂਡ ਵਾਰ ਵਾਲੀ ਗੱਲ ਜਿਹੜੀ ਹੈਗੀ ਉਹ ਇੱਥੇ ਸਾਡੇ ਸਾਹਮਣੇ ਆਉਂਦੀ ਹੈ ਕਿ ਇਸਨੇ ਉਹ ਕਿਹਾ ਤੇ ਉਸਨੇ ਇਹ ਕਿਹਾ ਵਾਲੀ ਗੱਲਾਂ ਹੈਗੀਆਂ ਨੇ। ਪਰ ਪੁਖਤਾ ਸਬੂਤ ਜਿਹੜੇ ਹੈਗੇ ਨੇ ਉਹ ਜਦ ਤੱਕ ਇਹ ਸਾਹਮਣੇ ਨਹੀਂ ਆਉਂਦੇ ਪੁਟਿਨ ਨੂੰ ਅਸੀਂ ਉਸ ਦਾਇਰੇ ਵਿੱਚ ਨਹੀਂ ਲਿਆ ਸਕਾਂਗੇ ਜਿਹਦੇ ਤੇ ਉਹਨਾਂ 'ਤੇ ਟਰਾਇਲ ਚੱਲ ਸਕੇ। ਸੋ ਡੈਫੀਨੇਟਲੀ ਜੇਕਰ ਕੋਈ ਪ੍ਰੂਫ ਹੈਗੇ ਨੇ ਉਹਨਾਂ ਨੂੰ ਲਿਆਉਣਾ ਚਾਹੀਦਾ ਹੈ ਤਾਂ ਕਿ ਪੁਟਿਨ ਜਿਹੜੇ ਹੈਗੇ ਨੇ ਉਹ ਇਸ ਦਾ ਜਵਾਬ ਦੇਣ ਦੁਨੀਆ ਨੂੰ ਕਿ ਕੀ ਵਾਕਿਆ 'ਚ ਹੀ ਉਹਨਾਂ ਨੇ ਐਸੀ ਕੋਈ ਸਿਚੁਏਸ਼ਨ ਉੱਥੇ ਕ੍ਰੀਏਟ ਕੀਤੀ ਹੈ ਜਿਹਦੇ 'ਤੇ ਕਾਰਨ ਉਹਨਾਂ ਦੇ ਉੱਤੇ ਇਹ ਕੇਸ ਚੱਲ ਰਿਹਾ ਹੈਗਾ। ਨਹੀਂ ਤਾਂ ਅਗੇਨ ਇਹ ਵੀ ਸਿਰਫ ਇਲਜ਼ਾਮਬਾਜ਼ੀ ਤੱਕ ਹੀ ਗੱਲ ਰਹਿ ਜਾਏਗੀ ਕਿਉਂਕਿ ਵੈਸਟਰਨ ਮੁਲਕਾਂ ਨੂੰ ਪੁਟਿਨ ਹਮੇਸ਼ਾ ਹੀ ਕਹਿੰਦੇ ਨੇ ਕਿ ਜੀ ਇਹ ਮੇਰੇ ਖਿਲਾਫ ਹੈਗੇ ਨੇ। ਸੋ ਕਿਸ ਤਰੀਕੇ ਨਾਲ ਉਹ ਪ੍ਰੂਵ ਹੋਏਗਾ ਅਗੇਨ ਇਹ ਸਮਾਂ ਹੀ ਦੱਸੇਗਾ ਜੀ। ਸੋ ਬਹੁਤ ਬਹੁਤ ਧੰਨਵਾਦ ਹਰਪ੍ਰੀਤ ਜੀ, ਇੰਨੀਆਂ ਖਬਰਾਂ ਦੇ ਉੱਤੇ ਤੁਸੀਂ ਚਰਚਾ ਕੀਤੀ ਹੈ, ਸਮਾਂ ਕੱਢ ਕੇ ਤੁਸੀਂ ਸਾਡੇ ਦਰਸ਼ਕਾਂ ਦੇ ਰੂਬਰੂ ਹੁੰਦੇ ਹੋ। ਤੇ
ਜਿਹੜੀ ਜਾਣਕਾਰੀ ਤੁਸੀਂ ਅੱਜ ਸਾਡੇ ਸਟੂਡੈਂਟਸ ਨੂੰ ਦਿੱਤੀ ਹੈ, ਖਾਸ ਕਰ ਸਟੂਡੈਂਟ ਦਰਸ਼ਕਾਂ ਨੂੰ ਜਾਂ ਉਹਨਾਂ ਦੇ ਪੇਰੈਂਟਸ ਨੂੰ ਦਿੱਤੀ ਹੈ, ਉਹਦੇ ਵਡਮੁੱਲੇ ਵਿਚਾਰ ਜੇ ਉਹਨਾਂ ਦੇ ਦਿਲ ਦੇ ਵਿੱਚ ਟੁੰਬਦੇ ਨੇ ਉਹਨਾਂ ਨੂੰ, ਤਾਂ ਜ਼ਰੂਰ ਉਹਨਾਂ ਨੂੰ ਅੱਗੇ ਨੂੰ ਸਮਝ ਆ ਜਾਊਗੀ ਕਿ ਕਿਹੜਾ ਲੀਗਲ ਤਰੀਕਾ ਹੈ ਔਰ ਕਿਹੜਾ ਇਲੀਗਲ ਤਰੀਕਾ ਹੈ। ਪਰ ਨਾਲ ਹੀ ਤੁਸੀਂ ਜਿਸ ਤਰੀਕੇ ਨਾਲ ਸਰਕਾਰ ਦੇ ਉੱਤੇ ਤੰਜ ਕੱਸਦੇ ਹੋ ਕਿ ਭਾਈ ਇਹ ਚੀਜ਼ ਇਸ ਤਰ੍ਹਾਂ ਨਹੀਂ ਹੋਣੀ ਚਾਹੀਦੀ, ਸਰਕਾਰ ਦੀਆਂ ਵੀ ਕਈ ਮਜਬੂਰੀਆਂ ਨੇ, ਕੋਵਿਡ ਰਿਹਾ ਆ, ਸਟਾਫ ਘੱਟ ਰਿਹਾ ਆ, ਸੋ ਉਹ ਸਾਰਿਆਂ ਦੇ ਉੱਤੇ ਜ਼ਿਕਰ ਕਰਨ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਜੀ ਬਹੁਤ ਸ਼ੁਕਰੀਆ ਜੀ। ਅਗਲੇ ਪ੍ਰੋਗਰਾਮ ਦੇ ਵਿੱਚ ਅਗਲੇ ਹਫਤੇ ਮਿਲਾਂਗੇ ਕੁਝ ਨਵੀਂ ਚਰਚਾ ਲੈ ਕੇ। ਜੀ ਰਵਿੰਦਰ ਜੀ, ਮੈਂ ਇੱਕ ਚੀਜ਼ ਬਸ ਜ਼ਰੂਰ ਕਹਿਣਾ ਚਾਹਾਂਗਾ ਕਿ ਅਸੀਂ ਜਦੋਂ ਇੱਥੇ ਬੈਠਦੇ ਹਾਂ ਤੇ ਅਸੀਂ ਖਬਰਾਂ ਦੀ ਪੜਚੋਲ ਕਰਦੇ ਹੈਗੇ ਹਾਂ, ਜਿੰਨੀ ਕੋਈ ਸਾਡੇ ਕੋਲ ਇਨਫੋਰਮੇਸ਼ਨ ਹੁੰਦੀ ਹੈ ਉਸ ਦੇ ਤਹਿਤ ਅਸੀਂ ਤੁਹਾਡੇ ਤੱਕ ਉਹ ਗੱਲ ਤੱਕ ਲੈ ਕੇ ਆਉਂਦੇ ਹਾਂ, ਅਤੇ ਕਈਆਂ ਨੂੰ ਚੰਗੀ ਲੱਗਦੀ ਹੈ, ਕਈਆਂ ਨੂੰ ਮਾੜੀ ਲੱਗਦੀ ਹੈ, ਲੇਕਿਨ ਜੇਕਰ ਅਸੀਂ ਸੀਟ ਤੇ ਬੈਠੇ ਹਾਂ, ਸਾਡਾ ਇਹ ਫਰਜ਼ ਬਣਦਾ ਕਿ ਅਸੀਂ ਸੱਚ ਤੁਹਾਡੇ ਤੱਕ ਲੈ ਕੇ ਆਈਏ। ਇੱਕ ਗੱਲ ਨੂੰ ਫੜ ਕੇ ਤੋੜ ਮਰੋੜ ਕੇ ਜੇਕਰ ਤੁਸੀਂ ਉਸ ਨੂੰ ਐਨਾਲਾਈਜ਼ ਕਰੋਗੇ ਤਾਂ ਡੈਫੀਨਿਟਲੀ ਹਰ ਚੀਜ਼ ਵਿੱਚੋਂ ਕਿੰਤੂ ਪਰੰਤੂ ਹੋਏਗਾ, ਲੇਕਿਨ ਜਦੋਂ ਅਸੀਂ ਸਾਰੀ ਚੀਜ਼ ਨੂੰ ਦੇਖਦੇ ਹਾਂ, ਹਕੀਕਤ ਕੀ ਹੈ, ਸਾਡੇ 'ਚ ਤੇ ਇੱਕ ਜਾਨਵਰ 'ਚ ਸਿਰਫ ਇੱਕੋ ਹੀ ਫਰਕ ਹੈਗਾ ਕਿ ਰੱਬ ਨੇ ਸਾਨੂੰ ਇੱਕ ਦਿਮਾਗ ਦਿੱਤਾ ਹੈਗਾ ਜਿਸ ਦਾ ਕਿ ਸਾਨੂੰ ਸਹੀ ਉਪਯੋਗ ਕਰਨਾ ਚਾਹੀਦਾ ਹੈ। ਤੁਸੀਂ ਕਹੀ ਸੁਣੀ ਨਾ ਸੁਣੋ, ਮੰਨੋ, ਤਹਿਕੀਕਾਤ ਕਰੋ ਆਪ, ਅਤੇ ਉਸ ਤੋਂ ਬਾਅਦ ਕਿਸੇ ਫੈਸਲੇ ਤੇ ਆਓ। ਸਿਰਫ ਇੱਧਰੋਂ ਸੁਣ ਕੇ ਉੱਧਰੋਂ ਸੁਣ ਕੇ ਜੇਕਰ ਅਸੀਂ ਗੱਲਾਂ ਨੂੰ ਜੋੜਾਂਗੇ ਤਾਂ ਅਸੀਂ ਸਹੀ ਜਿਹੜਾ ਹੈਗਾ ਰਿਜ਼ਲਟ ਨਹੀਂ ਲੈ ਕੇ ਆ ਸਕਦੇ। ਸੋ ਇਸੇ ਦੇ ਤਹਿਤ ਜਿਹੜੇ ਮੈਂ ਗੱਲ ਕਰਨਾ ਕਿ ਕੈਨੇਡਾ ਇੱਕ ਬਹੁਤ ਵਧੀਆ ਮੁਲਕ ਹੈਗਾ, ਲੇਕਿਨ ਇੱਥੇ ਸਿਸਟਮ ਹੁਣ ਖਰਾਬ ਹੁੰਦਾ ਜਾ ਰਿਹਾ ਹੈ। ਆਪਣੇ ਬੱਚਿਆਂ ਨੂੰ ਜ਼ਰੂਰ ਭੇਜੋ ਪੜ੍ਹਨ ਵਾਸਤੇ ਇੱਥੇ, ਲੇਕਿਨ ਪੂਰੀ ਤਹਿਕੀਕਾਤ ਕਰਨ ਤੋਂ ਬਾਅਦ ਇਹ ਨਾ ਹੋਵੇ ਕਿ ਇੱਥੇ ਆ ਕੇ ਬੱਚੇ ਮਾਨਸਿਕ ਟੈਨਸ਼ਨ ਦਾ ਸ਼ਿਕਾਰ ਹੋਣ, ਫਾਈਨੈਂਸ਼ੀਅਲ ਟੈਨਸ਼ਨ ਉਹਨਾਂ ਦੇ ਉੱਤੇ ਪਵੇ, ਸ਼ੋਸ਼ਣ ਵੀ ਕਈ ਬੱਚਿਆਂ ਦਾ ਹੋ ਰਿਹਾ, ਬੱਚਿਆਂ ਦਾ ਵੀ ਹੋ ਰਿਹਾ। ਸੋ ਇਹ ਚੀਜ਼ਾਂ ਬਿਲਕੁਲ ਨਹੀਂ ਹੋਣੀਆਂ ਚਾਹੀਦੀਆਂ ਸਾਡੇ ਸਮਾਜ ਦੇ ਵਿੱਚ, ਤੇ ਸਾਨੂੰ ਤਾਂ ਬੜਾ ਮਾਣ ਹੈ ਕਿ ਅਸੀਂ ਉਸ ਵਿਰਸੇ ਨੂੰ ਬਿਲੋਂਗ ਕਰਨੇ ਜਿਸਨੇ ਕਿ ਹਮੇਸ਼ਾ ਹੀ ਸੱਚ ਨਾਲ ਖਲੋ ਕੇ ਆਵਾਜ਼ ਬੁਲੰਦ ਕੀਤੀ ਹੈ। ਸੋ ਇਸ ਕਰਕੇ ਮੈਂ ਹੱਥ ਜੋੜ ਕੇ ਅਪੀਲ ਕਰਨਾ ਤੁਹਾਨੂੰ ਸਾਰਿਆਂ ਨੂੰ ਕਿ ਅਸੀਂ ਜ਼ਰੂਰ ਪੜਚੋਲ ਕਰਕੇ ਕੋਈ ਫੈਸਲਾ ਲਿਆ ਕਰੀਏ, ਸਿਰਫ ਫਟਾਫਟ ਇੱਧਰੋਂ ਸੁਣ ਕੇ ਜਾਂ ਉੱਧਰੋਂ ਸੁਣ ਕੇ ਕੋਈ ਫੈਸਲਾ ਨਾ ਕਰ ਲਿਆ ਕਰੀਏ। ਅੱਜ ਦਾ 21ਵੀਂ ਸਦੀ ਦੇ ਵਿੱਚ ਸਾਡੇ ਕੋਲ ਬਹੁਤ ਸਾਰੇ ਸਾਧਨ ਨੇ ਜਿਨ੍ਹਾਂ ਰਾਹੀਂ ਅਸੀਂ ਵੈਰੀਫਾਈ ਕਰ ਸਕਦੇ ਹਾਂ ਕੀ ਸੱਚ ਹੈ ਤੇ ਕੀ ਝੂਠ ਹੈ। ਕਿਸੇ ਦੇ ਉੱਤੇ ਧੱਬਾ ਲਾਣਾ ਬੜਾ ਈਜ਼ੀ ਹੈਗਾ, ਲੇਕਿਨ ਐਨਾਲਾਈਜ਼ ਕਰਕੇ ਇਹ ਦੇਖੋ ਕਿ ਕੋਈ ਵੀ ਵਿਅਕਤੀ ਜਦੋਂ ਤੁਹਾਡੇ ਤੱਕ ਕੋਈ ਗੱਲ ਲੈ ਕੇ ਆ ਰਿਹਾ ਹੈ, ਉਹ ਆਪਣੇ ਵੱਲੋਂ ਸੱਚ ਤੁਹਾਡੇ ਤੱਕ ਪਹੁੰਚਾ ਰਿਹਾ ਹੈਗਾ। ਹਾਂ, ਤੁਹਾਡੇ 'ਤੇ ਡਿਪੈਂਡ ਕਰਦਾ ਤੁਸੀਂ ਉਹ ਮੰਨੋ ਜਾਂ ਨਾ ਮੰਨੋ, ਤੁਹਾਡੀ ਕਿਸ ਪਾਰਟੀ ਨਾਲ ਤੁਹਾਡੀ ਕਿਹੜੀ ਸੋਚ ਹੈਗੀ ਹੈ, ਉਸ ਦੇ ਜ਼ਰੀਏ ਜੇਕਰ ਤੁਸੀਂ ਐਨਾਲਾਈਜ਼ ਕਰੋਗੇ ਤਾਂ ਫਿਰ ਤਾਂ ਕੁਝ ਵੀ ਸਾਨੂੰ ਠੀਕ ਨਹੀਂ ਲੱਗੇਗਾ। ਧੰਨਵਾਦ ਜੀ। ਜੀ ਬਿਲਕੁਲ, D5 ਚੈਨਲ ਪੰਜਾਬੀ ਤਾਂ ਖਾਸ ਕਰਕੇ ਨੌਨ ਬਾਇਸ ਚੈਨਲ ਹੈ ਜੀ, ਤੁਹਾਨੂੰ ਸਾਰਿਆਂ ਨੂੰ ਪਤਾ ਆ, ਅਤੇ TV ਪੰਜਾਬ ਜਿਹੜਾ ਕੈਨੇਡਾ ਦੇ ਵਿੱਚ ਇਸ ਵੇਲੇ ਚੱਲ ਰਿਹਾ, D5 ਪੰਜਾਬੀ ਵੀ, ਉਹਦੇ 'ਤੇ ਵੀ ਇਹ ਪ੍ਰੋਗਰਾਮ ਚੱਲਦਾ ਆ। ਸੋ ਦੋਨੋਂ ਚੈਨਲਸ ਬਾਰੇ ਲੋਕਾਂ ਨੂੰ ਖਾਸ ਤੌਰ 'ਤੇ ਪਤਾ ਹੈ ਕਿ ਇਹ ਮੰਚ ਨਿਰਪੱਖ ਨੇ। ਜੋ ਗੱਲ ਹੁੰਦੀ ਹੈ ਜੇ ਅਸੀਂ ਸਿੱਧੀ ਕਹਿ ਦਿੰਦੇ ਹਾਂ, ਜੇ ਕਿਸੇ ਦੇ ਸਿੱਧੀ ਜਾ ਕੇ ਇਹ ਲੱਗਦੀ ਹੈ ਜਾਂ ਉਹਨਾਂ ਦੇ ਮਨ ਨੂੰ ਠੇਸ ਪਹੁੰਚਦੀ ਹੈ ਤਾਂ ਅਸੀਂ ਪਹਿਲਾਂ ਹੀ ਮਾਫੀ ਮੰਗ ਲੈਂਦੇ ਹਾਂ। ਪਰ ਇੱਕ ਗੱਲ ਜ਼ਰੂਰ ਯਾਦ ਰੱਖਿਓ, ਜਿਹੜੀ ਵੀ ਇਸ ਪ੍ਰੋਗਰਾਮ ਦੇ ਵਿੱਚ ਜਾਂ ਇਸ ਚੈਨਲ ਦੇ ਉੱਤੇ ਗੱਲ ਹੋਊਗੀ ਉਹ ਤੁਹਾਡੇ ਕੰਮ ਦੀ ਹੋਊਗੀ, ਔਰ ਉਹਨੂੰ ਜੇ ਤੁਸੀਂ ਨਜ਼ਰਅੰਦਾਜ਼ ਕਰੋਗੇ ਤਾਂ ਅੱਜ ਨਹੀਂ ਤਾਂ ਹੋਰ ਸਾਲ ਬਾਅਦ, 5 ਸਾਲ ਬਾਅਦ ਤੁਹਾਨੂੰ ਆਪ ਹੀ ਸਮਝ ਆ ਜਾਊਗੀ ਕਿ ਭਾਈ ਅਸੀਂ ਉਸ ਵੇਲੇ ਗਲਤ ਸੋਚਦੇ ਸੀ ਤੇ ਅੱਜ ਅਸੀਂ ਠੀਕ ਸੋਚਣ ਲੱਗ ਗਏ ਹਾਂ। ਸੋ ਬਹੁਤ ਬਹੁਤ ਧੰਨਵਾਦ ਜੀ।